ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਈ ਨਾ ਮਿਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪਰਵਾਣ। ਹਾਂਜੀ ਸੋਰਠ ਮਹਿਲਾ ਤੀਜਾ ਦੁਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤਾਂ ਸਤਿਗੁਰੂ ਜੀ ਦੀ ਅਗਮੀ ਬਾਣੀ, ਸਤਿਗੁਰੂ ਜੀ ਦੀ ਕਥਾ ਬਾਣੀ ਦੀ ਸਹਿਜ ਪਾਠ ਦੀ ਕਥਾ ਸਰਵਣ ਕਰਨ ਵਾਸਤੇ ਆਪ ਪਹੁੰਚੇ ਹੋ। ਆਪ ਜੀ ਦਾ ਇੱਕ ਇੱਕ ਕਦਮ ਤੁਰਿਆ ਹੋਇਆ ਸਤਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੋਏ। ਸੈਂਕੜੇ ਸੰਗਤ ਘਰ ਬੈਠ ਕੇ ਇਹ ਲਾਹਾ ਲੈ ਰਹੇ ਨੇ। ਆਪ ਜਿੰਨੇ ਵੀ ਸੁਰਤ ਕਰਕੇ ਸਰੀਰ ਕਰਕੇ ਵੀ ਹਾਜ਼ਰ ਹੋ, ਸਤਿਗੁਰੂ ਜੀ ਬਖਸ਼ਿਸ਼ ਕਰਨ, ਕਹਿਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਅੰਦਰ ਦੀ ਭਾਵਨਾ ਬਖਸ਼ਣ। 602 ਅੰਗ 'ਤੇ ਸੂਰਠ ਮਹੱਲਾ ਤੀਜਾ ਦੁਤੁਕੇ ਬਿਲਕੁਲ ਥੱਲੋਂ ਸ਼ੁਰੂ ਹੈ। ਬਖਸ਼ੋ ਅਸੀਸ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ ਦੁਤੁਕੇ। ਦੁਤੁਕੇ ਦਾ ਮਤਲਬ ਦੋ ਦੋ ਤੁਕਿਆਂ ਦਾ ਇਹ ਸ਼ਬਦ ਹੈ ਔਰ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸਫ਼ਰ ਸੋਰਠ ਮਹੱਲਾ ਤੀਜਾ ਦੁਤੁਕੇ ਇੱਥੇ ਤੱਕ ਪਹੁੰਚਿਆ। ਸਤਿਗੁਰ ਮਿਲਿਆ ਉਲਟੀ ਭਈ ਭਾਈ। ਉਲਟੀ ਦਾ ਮਤਲਬ ਵੋਮਿਟਿੰਗ ਨਹੀਂ, ਉਲਟੀ ਦਾ ਮਤਲਬ ਪੁੱਠਾ, ਕਿ ਉਸ ਪਾਸੇ ਤੁਰਨਾ ਜਿਸ ਪਾਸੇ ਗੁਰੂ ਤੋਰੇ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰ ਮਿਲਿਆ ਉਲਟੀ ਪਈ ਭਾਈ, ਕਿ ਸਾਡੀ ਸੁਰਤ ਵਿਕਾਰਾਂ ਵੱਲੋਂ ਹਟ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਜਾਏ, ਸਾਡਾ ਮਨ ਗੁਰੂ ਦੇ ਨਾਮ ਵਿੱਚ ਜੁੜ ਜਾਏ, ਗੁਰੂ ਦੇ ਪ੍ਰੇਮ ਵਿੱਚ ਜੁੜ ਜਾਏ। ਜਦ ਕਾਜ਼ੀ ਅਤੇ ਮੁੱਲੇ ਦੀ ਪਰਿਭਾਸ਼ਾ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਦੱਸੀ ਤੇ ਇਹੀ ਕਿਹਾ ਕਿ ਕਾਜ਼ੀ ਸੋ ਜੋ ਉਲਟੀ ਕਰੈ, ਕਿ ਵੇ ਕਾਜੀ ਤੂੰ ਆਪਣੇ ਮਨ ਦੀਆਂ ਤਰੰਗਾਂ, ਮਨ ਦੀਆਂ ਵਾਸ਼ਨਾਵਾਂ ਨੂੰ ਦੁਨੀਆ ਵਾਲੇ ਪਾਸੇ ਤੋਂ ਮੋੜ ਕੇ ਪੁੱਠਾ ਲਿਆ ਰੱਬ ਵਾਲੇ ਪਾਸੇ। ਬਾਣੀ 'ਚ ਵੀ ਪੜ੍ਹਦੇ ਹਾਂ, ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ। ਸਾਕਤ ਬੰਦੇ ਦੇ ਨਾਲ ਤੂੰ ਨਾ ਤੁਰ, ਪੁੱਠੀ ਖੇਡ ਕਿਉਂ? ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਸ਼ ਤੈਸੇ ਓਇ ਨਰਾ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ। ਜਿਉਂਦਿਆਂ ਜੀ ਮਨ ਸ਼ਬਦ ਵਿੱਚ ਮਰ ਜੇ, ਮਨ ਦੇ ਵਿਕਾਰ ਮਰ ਜਾਣ। ਮਰਨਾ ਤੇ ਸਭ ਨੇ ਹੈ, ਪਰ ਜਿਉਂਦੇ ਜੀ ਮਨ ਨੂੰ ਮਾਰਨਾ ਇਹ ਬੜਾ ਕਠਿਨ ਖੇਡ ਹੈ। ਸਰੀਰ ਨੂੰ ਕੋਈ ਸਾਧ ਕੇ ਘੜੀ ਦੋ ਘੜੀ ਕਈ ਦਿਨ ਵੀ ਬਿਠਾ ਸਕਦਾ,
ਪਰ ਸੱਚ ਇਹ ਹੈ ਕਿ ਇੱਕ ਪਲ ਮਨ ਨੂੰ ਬਿਠਾਉਣਾ। ਕਬੀਰ ਸਾਹਿਬ ਕਹਿੰਦੇ ਏਕ ਘਰੀ ਆਦਿ ਘਰੀ, ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਭਗਤ ਜਨਾਂ ਦੀ ਇਹ ਗੋਸ਼ਟੀ ਭਾਵ ਮਨ ਤੇ ਰੱਬ ਦੀ ਗੋਸ਼ਟੀ, ਮਨ ਦਾ ਟਿਕ ਜਾਣਾ ਬੜਾ ਮੁਸ਼ਕਿਲ ਹੈ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਪਹਿਲਾਂ ਗੁਰੂ ਸਾਹਿਬ ਆਪਣੇ ਜੀਵਨ ਨੂੰ ਕਮਾ ਕੇ ਰੱਬ ਦੇ ਵਿੱਚ ਲੀਨ ਹੋਏ। ਕਿਵੇਂ? ਕਿਉਂਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਸੱਚੇ ਗੁਰੂ ਦੀ ਪਰਿਭਾਸ਼ਾ ਇਹ ਹੈ, ਜੋ ਇੱਕ ਮਨੁੱਖ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਅਗਮੀ ਜੋਤ ਵਿੱਚ ਮਿਲਾ ਦੇ ਤੇ ਉਹ ਸਿੱਖ ਬਣ ਜਾਂਦਾ ਹੈ। ਸੋ ਗੁਰੂ ਸੋ ਸਿੱਖ ਹੈ ਭਾਈ, ਉਹ ਸਿੱਖ ਹੈ। ਹੁਣ ਕੌਣ ਹੈ ਸਿੱਖ? ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਛੋਟਾਂ ਖਾਵੇ। ਵਿਛੜ ਚੋਟਾਂ ਇਸ ਲਈ ਕਿਹਾ ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਕੌਣ ਹੈ? ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਵਿੱਚੋਂ ਅਸੀਂ ਤੁਕਾਂ ਲੈ ਲਈਆਂ ਕਿ ਜੀ ਨਾਲ ਸਮਾਰੇ ਦਾ ਮਤਲਬ ਆਪ ਕਮਾਈ ਜਿਹੜੀ ਗੁਰੂ ਨੇ ਕੀਤੀ ਉਹ ਕਮਾਈ ਸਿੱਖ ਨੂੰ ਦੇ ਦਿੰਦੇ। ਤੇ ਸਿੱਖ ਦੀ ਪਰਿਭਾਸ਼ਾ ਉਹ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਗੁਰੂ ਨੇ ਜਿਹਨੂੰ ਨਾਨਕ ਤਰੈ ਤਾਰੇ ਗੁਰ ਸਿੱਖ। ਗੁਰੂ ਪਹਿਲਾਂ ਆਪ ਤਰੇ ਨੇ, ਆਪ ਕਮਾਈ ਕੀਤੀ, ਆਪ ਬਖਸ਼ਿਸ਼ ਦਾ ਉਹ ਦਰ ਹਾਸਲ ਕੀਤਾ। ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਵੱਡਾ ਭਾਗ ਹਰਸਿਓ ਬਨ ਆਈ, ਬਾਬਾ ਪੈਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ। ਫਿਰ ਗੁਰੂ ਨੇ ਸਿੱਖ ਨੂੰ ਵੀ ਤਾਰ ਦਿੱਤਾ। ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਕਿ ਉਹੀ ਸਿੱਖ ਹੈ ਜਿਹਦੀ ਸੁਰਤ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਮਿਲ ਗਈ ਹੈ ਜੀ। ਮਨ ਰੇ ਹਰ ਹਰ ਸੇਤੀ ਲਿਵ ਲਾਏ, ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਈ ਰਹਾਉ। ਮਨ ਹਰ ਹਰ ਸੇਤੀ ਲਿਵ ਲਾਏ। ਜਿੱਥੇ ਵੇਖੂਗਾ ਜਹ ਜਹ ਪੇਖੋਂ ਤੈ ਹਦੂਰ, ਦੂਰ ਕਤਹੂ ਨਾ ਜਾਏ। ਗੁਰੂ ਨੇ ਸਿੱਖ ਨੂੰ ਇਹ ਸਮਝਾ ਦਿੱਤਾ ਕਿ ਇਕੱਲਾ ਅਸੀਂ ਕਹੀਏ ਕਿ ਚਾਰ ਦੀਵਾਰੀਆਂ ਦੇ ਵਿੱਚ ਰੱਬ ਮਿਲਦਾ, ਨਹੀਂ। ਹਰ ਇੱਕ ਦੇ ਵਿੱਚ, ਹਰ ਇੱਕ ਦੇ ਵਿੱਚ ਤੈਨੂੰ ਰੱਬ ਦਿਸਣ ਲੱਗ ਜਾਏਗਾ। ਇਹ ਹੈ ਜੋਤੀ ਜੋਤ ਮਿਲਾਉਣ ਦਾ ਸਭ ਤੋਂ ਵੱਡਾ ਸੱਚ। ਰਹਾਉ ਦੀ ਤੁਕਾਂ ਦੇ ਵਿੱਚ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕੋਈ ਨਾਵੈ ਤੀਰਥ, ਕੋਈ ਹਜ ਜਾਏ। ਸਭ ਦੇ ਵਿੱਚ ਹਰ ਸੇਤੀ। ਸੇਤੀ ਦਾ ਮਤਲਬ ਹਰ ਦੇ ਨਾਲ, ਹਰ ਦੇ ਵਿੱਚ, ਹਰ ਇੱਕ ਦੇ ਵਿੱਚ। ਮਹਾਰਾਜ ਕਹਿੰਦੇ ਹਰ ਦੋ ਵਾਰੀ ਹੈ। ਉਹ ਹਰੀ ਪ੍ਰਭੂ ਹਰ ਇੱਕ ਦੇ ਵਿੱਚ ਤੈਨੂੰ ਨਜ਼ਰ ਆ ਜਾਏਗਾ। ਮਨ ਰੇ ਹਰ ਸੇਤੀ ਲਿਵ ਲਾਏ। ਤੇਰੀ ਲਿਵ ਰੱਬ ਦੇ ਨਾਲ ਅੱਖਾਂ ਬੰਦ ਕਰਿਆਂ ਵੀ ਜੁੜੀ ਰਹੇਗੀ ਤੇ ਅੱਖਾਂ ਖੋਲਿਆਂ ਵੀ ਜਹ ਜਹ ਪੇਖੋਂ ਤੈ ਹਦੂਰ, ਦੂਰ ਕਥੂ ਨਾ ਜਾਏ। ਰੱਬ ਰਿਹਾ ਸਰਬੱਤਰ ਮੈਂ ਮਨ, ਸਦਾ ਧਿਆਈ ਦੀ ਅਵਸਥਾ ਵਰਤੇਗੀ। ਸਭੈ ਘਟ ਰਾਮ ਬੋਲੇ ਦੀ ਅਵਸਥਾ। ਮਨ ਹਰ ਜਪ ਮੀਠਾ ਲਾਗੈ ਭਾਈ। ਗੁਰੂ ਦੇ ਦਿੱਤੇ ਹੋਏ ਅਗਮੀ ਗਿਆਨ ਨੂੰ ਜਦ ਕੋਈ ਜਪਦਾ, ਕੋਈ ਧਿਆਉਂਦਾ, ਕੋਈ ਮਨ ਵਿੱਚ ਵਸਾਉਂਦਾ, ਬਾਣੀ ਨੂੰ ਜਪਦਾ, ਫਿਰ ਗੁਰੂ ਦਾ ਭਾਣਾ ਮਿੱਠਾ ਲੱਗਣ ਲੱਗ ਜਾਂਦਾ। ਮਿੱਠਾ ਲਗੈ ਤੇਰਾ ਭਾਣਾ, ਗੁਰੂ ਦਾ ਸ਼ਬਦ ਮੇਰੇ ਮਨ ਮਿਸ਼ਟ ਲਗੈ ਪ੍ਰਿਯ ਬੋਲਾ। ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ। ਗੁਰਮੁਖ ਗੁਰੂ ਦੇ ਰਾਹੀਂ ਜਿਹੜਾ ਸਿੱਖ ਹੈ, ਇੱਥੇ ਵੀ ਉਹਦੀ ਸ਼ੋਭਾ ਹੁੰਦੀ ਹੈ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਸ਼ੋਭਾ ਹੁੰਦੀ ਹੈ। ਉਹ ਹਰ ਥਾਂ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ੋਭਾ ਹਾਸਲ ਕਰਦਾ ਹੈ। ਰਹਾਉ ਬਿਨ ਗੁਰ ਪ੍ਰੀਤ ਨਾ ਊਪਜੈ ਭਾਈ, ਮਨ ਮੁਖ ਦੂਜੈ ਪਾਏ। ਤੋਹ ਕੁਟੈ ਮਨਮੁਖ ਕਰਮ ਕਰੈ ਭਾਈ, ਪੱਲੇ ਕਿਛੂ ਨ ਪਾਏ। ਬਿਨ ਹਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਪਾਏ। ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਅਥ ਸੰਸਾਰ ਮਹਿ। ਭੱਟ ਜੀ ਕੱਲ੍ਹ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਹੈ।
10 ਤਰੀਕ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਪਨ ਹੈ। ਗੁਰੂ ਰਾਮਦਾਸ ਜੀ ਦੇ ਬਾਬਤ ਭੱਟ ਜੀ ਨੇ ਕਿਹਾ, ਜਿਹਨੇ ਗੁਰੂ ਦੇ ਹੀ ਦੀਦਾਰ ਨਹੀਂ ਕੀਤੇ ਉਹਦਾ ਜੀਵਨ ਅਕਿਆਤ ਹੈ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਬੰਦਾ ਰੱਬ ਘਰ ਬੈਠ ਕੇ ਕਰ ਸਕਦਾ, ਸਾਰੀ ਥਾਂ ਤੇ ਕਰ ਸਕਦਾ, ਪਰ ਸਿੱਖ ਨੂੰ ਸੰਗਤ ਵਿੱਚ ਆਉਣ ਲਈ ਇਸ ਲਈ ਕਿਹਾ ਗਿਆ ਕਿ ਘਰ ਬੈਠਿਆਂ ਤੇਰੀ ਪ੍ਰੀਤ ਨਹੀਂ ਪੈਦਾ ਹੋਏਗੀ। ਗੁਰੂ ਦੀ ਸੰਗਤ ਵਿੱਚ ਆ ਕੇ ਥੋੜਾ ਚਿਰ ਜਪ ਲੈ, ਫਿਰ ਜਾ ਕੇ ਘਰ ਜਪ, ਸਾਰਾ ਦਿਨ ਤੇਰਾ ਪ੍ਰਭੂ ਦੀ ਪ੍ਰੀਤ ਵਿੱਚ ਨਿਕਲੇਗਾ। ਸੰਗਤ ਦਾ ਅਸਰ ਇੰਨਾ ਵੱਡਾ ਕਿਹਾ ਕਿ ਕੁਝ ਪਲ ਕੁਝ ਘੜੀਆਂ ਭਗਤਨ ਸੇਤੀ ਗੋਸ਼ਟੇ ਜੋ ਕੀ ਨੇ ਸੋ ਲਾਭ। ਭਗਤ ਜਿਨ੍ਹਾਂ ਦੀ ਸੰਗਤ ਵਿੱਚ ਭਗਤੀ ਕਰੋ ਉਹਦਾ ਲਾਭ ਬੜਾ ਹੁੰਦਾ ਹੈ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਿਰ ਥੀਆ। ਕਿੰਨਾ ਸਮਾਂ ਮਹਾਰਾਜ ਕਹਿੰਦੇ ਆ ਤੁਹਾਡਾ ਮਨ ਜੁੜਿਆ ਰਹਿੰਦਾ। ਸੰਗਤ ਦਾ ਅਸਰ, ਕੋਈ ਮਾੜੀ ਗੱਲ ਅਸੀਂ ਕੋਈ ਸਾਡੇ ਜੀਵਨ ਵਿੱਚ ਵਾਪਰੀ ਹੋਈ ਗੱਲ ਚੇਤੇ ਕਰਦੇ ਹਾਂ ਤੇ ਮਨ ਬੇਚੈਨ ਹੋ ਜਾਂਦਾ ਹੈ, ਮਨ ਸਾਡਾ ਢਹਿੰਦੀ ਕਲਾ ਵੱਲ ਜਾਣ ਲੱਗ ਜਾਂਦਾ, ਝੁਰਦਾ ਹੈ। ਤੇ ਜਦ ਸੰਗਤ ਵਿੱਚ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਸਿਮਰਨ ਦਾ ਰੰਚਕ ਮਾਤਰ ਵੀ ਆਨੰਦ ਆਇਆ ਹੋਏ ਨਾ, ਕਦੀ ਘਰ ਬੈਠਿਆਂ ਉਹ ਚੇਤੇ ਕਰ ਲਿਆ ਕਰੋ। ਮਨ ਜਿੰਨਾ ਮਰਜ਼ੀ ਬੇਚੈਨ ਹੋਏ, ਮਨ ਖਿੜੇ ਵਾਲੇ ਪਾਸੇ ਆ ਜਾਏਗਾ, ਕਿਉਂਕਿ ਉਹ ਆਨੰਦ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ, ਮਿਲਦਾ ਹੈ। ਪਰ ਇਹ ਪ੍ਰਤੀਤ ਮਨਮੁਖ ਨੂੰ ਨਹੀਂ ਹੁੰਦੀ। ਜਿਨਕੇ ਚਿੱਤ ਕਠੋਰ ਹੈ ਸੇ ਬਹਿਨ ਨਾ ਸਤਿਗੁਰ ਪਾਸ। ਉਹ ਬਹਿ ਨਹੀਂ ਸਕਦੇ, ਕਿਉਂ? ਮਹਾਰਾਜ ਕਹਿੰਦੇ ਉਹਨਾਂ ਦਾ ਕੁੜਿਆਰਾਂ ਨਾਲ ਸੰਬੰਧ ਹੈ, ਉਹ ਕੁੜਿਆਰ ਨੇ। ਜਿਨਕੇ ਚਿੱਤ ਕਠੋਰ ਹੈ ਸੇ ਬਹਿਨ ਨਾ ਸਤਿਗੁਰ ਪਾਸ। ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਇਸ ਕਰਕੇ ਤੋਹ ਕੁੱਟੈ ਮਨਮੁਖ ਕਰਮ ਕਰੈ ਤਉ ਕੁੱਟਣਾ। ਇੱਕ ਬੰਦਾ ਝੋਨੇ ਦੀ ਫਸਲ ਵੱਢ ਕੇ, ਝੋਨਾ ਜੀਰੀ, ਇਹ ਸਾਰੇ ਪੁਰਾਣੇ ਲਫ਼ਜ਼ ਜਿਹਨੂੰ ਅਸੀਂ ਚੌਲ ਕਹਿੰਦੇ ਹਾਂ, ਉਹਦੀ ਫਸਲ ਵੱਢ ਕੇ ਉਹਨੂੰ ਕੁੱਟਦਾ, ਜਾਂ ਕਣਕ ਦੀ ਫਸਲ ਨੂੰ ਕੁੱਟ ਕੇ ਉਹਦੇ ਅੰਦਰੋਂ ਦਾਣਾ ਕੱਢ ਲੈਂਦਾ, ਅਤੇ ਤੋ ਹੈ ਜਿਹੜਾ ਛਿਲਕਾ ਉਹਨੂੰ ਛੱਡ ਦਿੰਦਾ। ਉਹ ਮੇਰੇ ਵਰਗਾ ਬੰਦਾ ਆਏ, ਮੈਂ ਤੋ ਨੂੰ ਕੁੱਟ ਕੇ ਦਾਣਾ ਕੱਢ ਲਾਂਗਾ, ਨਹੀਂ ਨਿਕਲ ਸਕਦਾ। ਤੋ ਕਹਿੰਦੇ ਛਿਲਕੇ ਨੂੰ, ਜਿਹਨੂੰ ਅਸੀਂ ਕਹਿੰਦੇ ਫੂਸ। ਮਨਮੁਖ ਦੇ ਕੀਤੇ ਹੋਏ ਕਰਮ, ਮਹਾਰਾਜ ਕਹਿੰਦੇ ਧਰਮ ਦੇ, ਉਹ ਤੌ ਨੂੰ ਕੁੱਟਣ ਦੇ ਬਰਾਬਰ ਨੇ। ਦਾਣੇ ਤੇ ਕੋਈ ਲੈ ਹੀ ਗਿਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖਤਾਈ ਨੇ ਪ੍ਰਾਪਤ ਨਹੀਂ ਕੀਤਾ। ਮਹਾਰਾਜ ਕਹਿੰਦੇ ਤੋਹ ਕੁੱਟੈ ਮਨਮੁਖ ਕਰਮ ਕਰੈ। ਮਨਮੁਖ ਦਾ ਕਰਮ ਤੇ ਧਰਮ ਸਭ ਪਾਖੰਡ ਹੁੰਦਾ ਹੈ, ਸਭ ਫਰੇਬ ਹੁੰਦਾ ਹੈ। ਤੋਹ ਕੁੱਟਣ ਦੇ ਬਰਾਬਰ ਛਿਲਕੇ ਵਿੱਚੋਂ ਦਾਣਾ ਨਹੀਂ ਨਿਕਲਣਾ ਭਾਈ, ਜਿੰਨਾ ਮਰਜ਼ੀ ਕੁੱਟੀ ਜਾ। ਅਸਲ ਨਾਮ ਹੈ, ਨਾਮ ਗੁਰਮੁਖਾਂ ਨੇ ਪ੍ਰਾਪਤ ਕੀਤਾ। ਤੂੰ ਗੁਰਮੁਖਾਂ ਦੀ ਸੰਗਤ ਵਿੱਚ ਨਹੀਂ ਆਇਆ, ਪਰ ਨਕਲ ਗੁਰਮੁਖਾਂ ਦੀ ਕਰਦਾ ਤੇ ਚਾਹੁੰਦਾ ਮੈਂ ਵੀ ਸ਼ੋਭਾ ਪ੍ਰਾਪਤ ਕਰ ਲਾਂ। ਜਿੰਨਾ ਚਿਰ ਤੱਕ ਮਨ ਨਾਮ ਦੇ ਵਿੱਚ ਨਹੀਂ ਜੁੜੇਗਾ, ਉਨਾ ਚਿਰ ਤੱਕ ਮਹਾਰਾਜ ਕਹਿੰਦੇ ਪੱਲੇ ਕਿਛੂ ਨਾ ਪਾਏ, ਪੱਲੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੀ। ਗੁਰ ਮਿਲਿਆ ਨਾਮ ਮਨ ਰਵਿਆ ਪਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ, ਗੁਰ ਕੈ ਹੇਤ ਅਪਾਰ। ਗੁਰ ਮਿਲਿਆ, ਗੁਰੂ ਨੂੰ ਮਿਲਿਆ, ਬੜੀ ਵੱਡੀ ਬਖਸ਼ਿਸ਼ ਹੈ। ਡੰਡੌਤ ਵੀ ਪੜੀ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਸਤਿਗੁਰ ਬੜੀ ਵੱਡੀ ਦਾਤ ਹੈ। ਸਤਿਗੁਰ ਸਿੱਖ ਦੇ ਨਾਲ ਹੈ। ਇੱਥੋਂ ਤੱਕ ਜੇ ਕੋਈ ਗੁਰੂ ਕਾ ਸਿੱਖ ਗੁਰਦੁਆਰੇ ਆਏ, ਗੁਰੂ ਘਰ ਆਏ, ਬੰਦਗੀ ਇਬਾਦਤ ਸੰਗਤ ਵਿੱਚ ਬੈਠੇ, ਤੇ ਇੱਥੇ ਗੁਰੂ ਨੂੰ ਛੱਡ ਕੇ ਨਹੀਂ ਜਾਂਦਾ। ਕਿਉਂ? ਗੁਰੂ ਕੋਈ ਸਰੀਰ ਨਹੀਂ ਹੈ, ਗੁਰੂ ਸ਼ਬਦ ਹੈ, ਗਿਆਨ ਹੈ। ਇਹੀ ਗਿਆਨ ਜਦ ਆਪਣੇ ਕਾਰੋਬਾਰਾਂ ਤੱਕ, ਆਪਣੇ ਘਰ ਪਰਿਵਾਰਾਂ ਤੱਕ ਲੈ ਕੇ ਜਾਂਦਾ ਗੁਰੂ ਕਾ ਸਿੱਖ, ਆਪ ਵੀ ਤਰਦਾ ਅਤੇ ਪਰਿਵਾਰਾਂ ਨੂੰ ਵੀ ਤਾਰਦਾ, ਅਤੇ ਕਾਰੋਬਾਰਾਂ ਦੇ ਵਿੱਚ ਵੀ ਬਰਕਤਾਂ ਹੁੰਦੀਆਂ। ਬੜੀ ਬਖਸ਼ਿਸ਼ ਹੈ ਮਹਾਰਾਜ ਜੀ ਦੀ। ਸਾਹਿਬ ਜੀ ਕਹਿੰਦੇ ਹੈ ਜਿਹੜਾ ਸਤਿਗੁਰੂ ਹੈ ਨਾ, ਉਹ ਸਿੱਖ ਦੇ ਨਾਲ ਹੈ। ਕਹਿੰਦੇ ਕਿਵੇਂ? ਕਹਿੰਦੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇੰਨਾ ਨਿਕਟ ਹੈ, ਇੰਨਾ ਨਿਕਟ ਹੈ ਕਿ ਉਹ ਜੇ ਕਿਰਤਾਂ ਕਾਰਜਾਂ ਦੇ ਵਿੱਚ ਵੀ ਬੈਠਾ, ਜੇ ਮੱਖਣ ਸ਼ਾਹ ਲੁਭਾਣਾ ਕਹਿੰਦਾ ਜਹਾਜ਼ ਡੁੱਬਦਾ ਬਚਾ ਲਓ, ਤੇ ਗੁਰੂ ਬਚਾਉਣ ਵਾਸਤੇ ਵੀ ਆਉਂਦਾ। ਜੇ ਭਾਈ ਜੋਗਾ ਵਿਆਹ ਛੱਡ ਕੇ ਆ ਗਿਆ ਤੇ ਰਸਤੇ 'ਚ ਤੁਰਦਿਆਂ ਤੁਰਦਿਆਂ ਅਹੰਕਾਰ ਹੋ ਗਿਆ, ਮੇਰੇ ਵਰਗਾ ਸਿੱਖ ਕੌਣ ਹੋਏਗਾ, ਮੈਂ ਤੇ ਲਾਵਾਂ ਲੈਣ ਲੱਗਾ ਸੀ, ਮੈਂ ਗੁਰੂ ਦਾ ਹੁਕਮ ਪੜ੍ਹਿਆ ਤੇ ਮੈਂ ਲਾਵਾਂ ਛੱਡ ਕੇ ਆ ਗਿਆ। ਐਸਾ ਅਹੰਕਾਰ ਹਉਮੈ ਦੇ ਮਾਰਿਆ ਹੋਇਆ ਮਨ ਬਿਨਾ ਵਿਕਾਰੀ ਹੋ ਗਿਆ, ਤੇ ਜਾ ਕੇ ਵੇਸ਼ਵਾ ਦੇ ਕੋਠੇ ਅੱਗੇ ਖੜ ਗਿਆ। ਉੱਥੋਂ ਹਿਲੇ ਹੀ ਨਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਥੋਂ ਫਿਰ ਉਹਨੂੰ ਲੈ ਕੇ ਗਏ
ਕਿਹੜੀ ਗੱਲ ਹੈ? ਉੱਥੇ ਕੋਈ ਗੁਰੂ ਸਰੀਰ ਕਰਕੇ ਨਹੀਂ, ਸ਼ਬਦ ਤੇ ਗਿਆਨ ਦੀ ਭਾਵਨਾ ਉਹਨੂੰ ਲੈ ਕੇ ਗਈ। ਉਹਨੂੰ ਸ਼ਬਦ ਵਿੱਚੋਂ, ਗੁਰੂ ਦੇ ਗਿਆਨ ਵਿੱਚੋਂ ਗੁਰੂ ਦੇ ਦੀਦਾਰ ਹੋਏ। ਗੁਰੂ ਮੈਨੂੰ ਸੱਦ ਰਹੇ ਨੇ, ਮੈਂ ਕਿਹੜੇ ਪਾਸੇ ਤੁਰ ਪਿਆ। ਇਹ ਹੈ। ਪਰ ਜਿਹੜੇ ਮਹਾਰਾਜ ਜੀ ਕਹਿੰਦੇ ਦੂਸਰੇ ਪਾਸੇ ਤੁਰ ਪਏ, ਉਹ ਸਾਚੀ ਪ੍ਰੀਤ ਤੋਂ ਵਾਂਝੇ ਰਹਿ ਗਏ। ਤੇ ਜਿਨ੍ਹਾਂ ਦੇ ਅੰਦਰ ਸਾਚੀ ਪ੍ਰੀਤ ਪੈਦਾ ਹੋ ਗਈ, ਤੇ ਉਹ ਕਹਿੰਦੇ ਆ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਜੇ ਤੂੰ ਪਹਾੜ ਹੈ ਵਾਹਿਗੁਰੂ ਮੇਰੇ ਗੁਰੂ, ਮੈਂ ਮੋਰ ਬਣ ਕੇ ਤੇਰੇ ਉੱਤੇ ਪੈਲੀਆਂ ਪਾਵਾਂਗਾ, ਪਹਿਲਾਂ ਪਾਵਾਂਗਾ। ਜੇ ਤੂੰ ਤੀਰਥ ਹੈ, ਮੈਂ ਉੱਥੇ ਜਾਵਾਂਗਾ ਬਣ ਕੇ। ਜੇ ਤੂੰ ਦੀਵਾ ਹੈ ਤੇ ਮੈਂ ਬਾਤੀ ਹਾਂ। ਮੈਂ ਆਪਣੇ ਆਪ ਨੂੰ ਵੀ ਪ੍ਰਵਾਨ ਕੁਰਬਾਨ ਕਰਾਂਗਾ ਤੇਰੇ ਉੱਤੋਂ। ਮੈਂ ਪ੍ਰਵਾਨ ਹੋਣ ਦਾ ਯਤਨ ਕਰਾਂਗਾ। ਤੂੰ ਮੇਰੀ ਖੁਸ਼ੀ ਪ੍ਰਾਪਤ ਕਰੇ ਜਾਂ ਮੈਂ ਤੁਹਾਡੀ ਖੁਸ਼ੀ ਪ੍ਰਾਪਤ ਕਰਾਂ। ਦੋਨੋਂ ਪਾਸੇ ਹੈ। ਜੇ ਸਿੱਖ ਗੁਰੂ ਦੀ ਕਾਰ ਕਮਾਉਂਦਾ ਹੈ ਤੇ ਗੁਰੂ ਖੁਸ਼ ਹੁੰਦੇ ਨੇ, ਤੇ ਜੇ ਗੁਰੂ ਕਾ ਸਿੱਖ ਕਾਰ ਕਮਾਏ ਤੇ ਸਿੱਖ ਕਹੇ ਨਹੀਂ ਜੀ ਮੇਰੇ ਲਈ ਔਖਾ ਕੰਮ ਹੈ, ਨਹੀਂ, ਗੁਰੂ ਦਾ ਹੁਕਮ ਇੰਨਾ ਮਿੱਠਾ ਲੱਗਣ ਲੱਗ ਜਾਂਦਾ ਹੈ। ਸਿੱਖ ਕਾਰ ਕਮਾਉਂਦਾ ਹੈ, ਗੁਰੂ ਵੀ ਖੁਸ਼ ਹੁੰਦਾ ਹੈ ਤੇ ਸਿੱਖ ਵੀ ਖੁਸ਼ ਹੁੰਦਾ ਹੈ, ਸੁਖ ਮਿਲਦਾ ਉਹਨੂੰ। ਇਹਨੂੰ ਕਿਹਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹ ਹੈ ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੈ ਰਵਿਦਾਸਾ। ਪ੍ਰੇਮ ਹੇਤ ਦਾ ਮਤਲਬ ਪ੍ਰੇਮ। ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ। ਸੱਚੀ ਪ੍ਰੀਤ ਪਿਆਰ ਪੈਦਾ ਹੁੰਦਾ ਹੈ। ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ। ਹੇਤ ਦਾ ਮਤਲਬ ਹੈ ਸੁੱਚਾ ਪ੍ਰੇਮ, ਸੱਚੀ ਭਾਵਨਾ ਭਾਉ। ਸੁੱਚੇ ਪ੍ਰੇਮ ਵਿੱਚ ਬੈਠ ਕੇ ਉਹ ਸਦਾ ਹਰੀ ਦੇ ਗੁਣ ਚੇਤੇ ਰੱਖਦਾ ਕਿ ਹਰੀ ਪ੍ਰਭੂ ਵਾਹਿਗੁਰੂ ਦੇ ਗੁਣ ਗੁਰੂ ਨੇ ਦ੍ਰਿੜ ਕਰਾਏ ਸੀ। ਵੇ ਅਵੈੜੇ ਮਨ ਕਿਹੜੇ ਪਾਸੇ ਤੁਰ ਪਿਆ, ਆ ਇਹ ਅਵਗੁਣਾਂ ਨੂੰ ਛੱਡ, ਗੁਰੂ ਦੇ ਦੱਸੇ ਹੋਏ ਪ੍ਰਭੂ ਦੇ ਗੁਣਾਂ ਵੱਲ ਆਪਣੀ ਪ੍ਰੀਤ ਜੋੜ। ਇਹੀ ਪ੍ਰਭੂ ਵੱਲ ਪਿਆਰ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਜੀ। ਆਇਆ ਸੋ ਪਰਵਾਨ ਹੈ ਭਾਈ, ਜਪੋ ਜੀ, ਜੇ ਗੁਰ ਸੇਵਾ ਚਿਤ ਲਾਏ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮਿਲਾਏ। ਉਹਦਾ ਆਣਾ ਪ੍ਰਵਾਨ ਹੈ ਜੀਵਨ ਦੇ ਵਿੱਚ ਜਿਹੜਾ ਗੁਰ ਸੇਵਾ ਚਿਤ ਲਾਏ। ਗੁਰੂਆਂ ਦੀ ਦੱਸੀ ਹੋਈ ਕਾਰ ਨੂੰ, ਗੁਰੂ ਦੀ ਦੱਸੀ ਹੋਈ ਬਖਸ਼ਿਸ਼ ਨੂੰ ਚਿਤ ਲਾ ਕੇ ਕਰਦਾ ਹੈ। ਭਾਵੇਂ ਨਾਮ ਜਪਣਾ ਤੇ ਭਾਵੇਂ ਉਹ ਸੇਵਾ ਕਰਨੀ ਹੈ। ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮੇਲ ਆਏ। ਗੁਰੂ ਦਾ ਸ਼ਬਦ ਇੱਕ ਸੇਤੂ ਹੈ, ਇੱਕ ਰਸਤਾ ਹੈ ਸਿੱਖ ਤੇ ਗੁਰੂ ਦੇ ਵਿਚਕਾਰ ਮਿਲਣ ਵਾਸਤੇ, ਮਿਲਾਪ ਵਾਸਤੇ। ਜੇ ਸ਼ਬਦ ਨੂੰ, ਗੁਰੂ ਦੀ ਦੱਸੀ ਹੋਈ ਬਾਣੀ ਨੂੰ ਕੋਈ ਹਿਰਦੇ ਵਿੱਚ ਚੇਤੇ ਕਰਦਾ ਹੈ, ਉਹ ਗੁਰੂ ਦੇ ਨਾਲ ਮਿਲ ਜਾਂਦਾ ਹੈ। ਪਰ ਇਹ ਬੂਝ ਜਿਹੜੀ ਮਿਲਦੀ ਹੈ, ਫਿਰ ਦਾਸ ਬੇਨਤੀ ਕਰੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ ਅਗਨ ਕਟੇ ਸਭ ਤੇਰੇ। ਹੁਣ ਗੁਰ ਔਰ ਗੁਰੂ ਦੇ ਵਿੱਚ ਸੂਖਸ਼ਮ ਫਰਕ ਹੈ। ਕਈ ਵਿਦਵਾਨ ਇਹ ਵੀ ਕਹਿੰਦੇ ਆ ਗੁਰੂ ਸਤਿਗੁਰੂ ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਜੀ ਦੇ ਦਿੱਤੇ ਹੋਏ ਗੁਣ, ਦਿੱਤੀ ਹੋਈ ਸਿੱਖਿਆ, ਉਹ ਗੁਰ ਹੈ, ਉਹ ਸਦਾ ਹੀ ਨਾਲ ਰਹਿੰਦੀ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਤੂੰ ਉਸਤਾਦ ਕੋਲ ਗਿਆ, ਕੀ ਗੁਰ ਸਿੱਖ ਕੇ ਆਇਆ, ਭਈ ਦੱਸ ਤੇਰੇ ਕੋਲ ਕਿੰਨਾ ਗੁਰ ਹੈ। ਗੁਰ ਦਾ ਮਤਲਬ ਇਹ ਵੀ ਹੁੰਦਾ ਕਿ ਤੇਰੇ ਕੋਲ ਕਿੰਨੇ ਗੁਣ ਨੇ, ਕੀ ਸਿੱਖਿਆ ਹੈ। ਗੁਰੂ ਦੀ ਸਿੱਖਿਆ ਗੁਰੂ ਦਾ ਸ਼ਬਦ ਹੈ, ਤੇ ਗੁਰੂ ਦਾ ਸ਼ਬਦ ਜਿਹਦੇ ਵਿੱਚ ਹੈ, ਸੱਚੀ ਮੁੱਚੀ ਜਿਹਦੇ ਮਨ 'ਚ ਗੁਰੂ ਦਾ ਸ਼ਬਦ ਹੈ। ਬਾਣੀ ਇਹ ਕਹਿੰਦੀ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਗੁਰੂ ਦਾ ਸ਼ਬਦ ਹੀ ਗੁਰੂ ਦੀ ਪ੍ਰਾਪਤੀ ਦਾ ਇੱਕ ਸਾਧਨ ਹੈ ਜੀ। ਸੋਰਠ ਮਹਿਲਾ ਤੀਜਾ, ਘਰ ਪਹਿਲਾ, ਤਹੀਂ ਗੁਣੀ ਤੇਰੇ ਭਵਨ ਵਿਆਪਿਆ ਭਾਈ, ਗੁਰਮੁਖ ਬੂਝ 부ਝਾਏ, ਰਾਮ ਨਾਮ ਲਗ ਛੂਟਿਐ ਭਾਈ, ਪੁੱਛੋ ਗਿਆਨੀਆ ਜਾਏ। ਸੋਰਠ ਮਹੱਲਾ ਤੀਜਾ, ਘਰ ਪਹਿਲਾ। ਇਸੀ ਲੜੀ ਦੇ ਵਿੱਚ ਇਹ ਸ਼ਬਦ ਚੱਲ ਰਹੇ ਨੇ। ਤੇਹ ਗੁਣੀ ਤ੍ਰਿਭਵਨ ਵਿਆਪਿਆ ਭਾਈ। ਸਾਰੀ ਸ੍ਰਿਸ਼ਟੀ ਦੇ ਵਿੱਚ ਤ੍ਰੈ ਗੁਣ ਮਾਇਆ ਨੇ ਅਸਰ ਪਾ ਦਿੱਤਾ ਹੈ। ਮਨ, ਆਸਾ, ਚਿੰਤਾ, ਤ੍ਰਿਸ਼ਨਾ, ਨਿੰਦਾ, ਚੁਗਲੀ, ਈਰਖਾ, ਦਵੈਸ਼, ਕਿਸੇ ਨਾ ਕਿਸੇ ਦਾ ਮਨ ਕਿਸੇ ਭਾਵਨਾ 'ਚ। ਕੋਈ ਬੰਦਾ ਧਰਮੀ ਵੀ ਹੋਏਗਾ, ਇੱਕ ਖਿੰਨ ਧਰਮੀ ਹੈ ਤੇ ਅਗਲੇ ਖਿੰਨੋਂ ਕ੍ਰੋਧੀ ਵੀ ਹੋ ਜਾਏਗਾ। ਇਹ ਤਿੰਨ ਗੁਣਾਂ ਦੇ ਵਿੱਚ ਮਨ ਡੋਲਦਾ ਫਿਰਦਾ। ਹਮ ਡੋਲਤ ਬੇੜੀ ਪਾਪ ਭਰੀਆਂ। ਇੱਕ ਖਿੰਨ ਦੇ ਵਿੱਚ ਮਨ ਆਨੰਦਿਤ ਹੈ, ਅਗਲੇ ਖਿੰਨ 'ਚ ਮਨ ਨਿੰਦਕ ਹੋ ਜਾਏਗਾ।
ਇਹ ਤਿੰਨ ਗੁਣਾਂ ਦੇ ਵਿੱਚ ਭਾਵ ਕਿ ਇਸ ਤਿੰਨਾਂ ਗੁਣਾਂ 'ਚ ਮਨ ਅਡੋਲ ਨਹੀਂ ਹੈ, ਡੋਲਦਾ ਫਿਰਦਾ। ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ। ਗੁਰੂ ਸਾਹਿਬ ਕਹਿੰਦੇ ਆਓ ਅਡੋਲ ਮਨ ਸਿੱਖੀਏ, ਕਿ ਸੰਗਤ ਵਿੱਚ ਵੀ ਅਡੋਲ ਹੋਏ ਤੇ ਨਿੰਦਾ ਚੁਗਲੀ ਕੋਈ ਸੁਣੀਏ ਤਾਂ ਵੀ ਅਡੋਲ ਰਹੇ। ਜੇ ਕੋਈ ਕ੍ਰੋਧ ਵਾਲੇ ਬਚਨ, ਕੌੜੇ ਬਚਨ ਵੀ ਸੁਣੇ ਤੇ ਤਾਂ ਵੀ ਮਨ ਅਡੋਲ ਰਹੇ। ਗੁਰੂ ਕੇ ਸ਼ਬਦ ਸੰਗਤ ਵਿੱਚ ਆਉਣ ਦਾ ਮੰਤਵ ਇਹ ਹੈ ਕਿ ਮਨ ਨੂੰ ਅਡੋਲ ਕਿਵੇਂ ਰੱਖੀਏ, ਕਿ ਉਸ ਵੇਲੇ ਜਿਹੜਾ ਵੇਲਾ ਕੋਈ ਤੀਰ ਮਾਰ ਰਿਹਾ, ਬੱਜਰ ਤੀਰ ਮਾਰ ਰਿਹਾ ਕੌੜੇ ਲਫ਼ਜ਼ਾਂ ਦੇ, ਕੋਈ ਅਹੰਕਾਰ ਦੇ, ਉਸ ਵੇਲੇ ਮਨ ਅਡੋਲ ਹੋ ਜਾਏ, ਉਸ ਵੇਲੇ ਜਰ ਜਾਏ ਮਨ। ਇਹ ਜਰਨਾ ਬੜਾ ਮੁਸ਼ਕਿਲ ਹੈ, ਪਰ ਗੁਰੂ ਦੀ ਕਿਰਪਾ ਨਾਲ, ਜੇ ਗੁਰੂ ਕਿਰਪਾ ਕਰੇ ਤਾਂ ਫਿਰ ਸਭ ਕੁਝ ਹੋ ਸਕਦਾ ਹੈ। ਆਸਾ ਮਨਸਾ ਸਗਲ, ਇਹ ਮਹਾਰਾਜ ਜੀ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਕਿੰਨਾ ਸੋਹਣਾ ਸ਼ਬਦ ਹੈ ਕਿ ਸਗਲ ਤਿਆਗ ਹੈ ਜਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਡੋਲਦੇ ਮਨ ਦੇ ਵਿੱਚ ਇਹ ਵਸਤੂ ਨਾਮ ਦੀ ਨਹੀਂ ਟਿਕ ਸਕਦੀ, ਅੰਮ੍ਰਿਤ ਨਹੀਂ ਟਿਕ ਸਕਦਾ। ਭਾਂਡਾ ਡੋਲਦਾ ਹੋਏ ਨਾ, ਚੀਜ਼ ਡੁੱਲ ਜਾਂਦੀ ਹੈ, ਅੰਦਰ ਪਈ ਹੋਈ ਵਸਤੂ ਅਡੋਲ ਚੀਜ਼ ਦੇ ਵਿੱਚ। ਜਿਸ ਤਰ੍ਹਾਂ ਬਾਹਰੋਂ ਭਾਂਡਾ ਫੜ ਕੇ ਜਿਹਦੇ ਵਿੱਚ ਕੋਈ ਚੀਜ਼ ਪਈ ਹੈ, ਕਿੰਨੇ ਧਿਆਨ ਨਾਲ ਲੈ ਕੇ ਤੁਰਨਾ ਪੈਂਦਾ ਕਿ ਡਿੱਗ ਨਾ ਜਾਏ ਮਾੜੀ ਜੀ ਵੀ। ਇਸ ਤਰ੍ਹਾਂ ਗੁਰੂ ਅਮਰਦਾਸ ਇਸ ਸ਼ਬਦ ਵਿੱਚ ਸਮਝਾ ਰਿਹਾ, ਜਿਹਦੇ ਅੰਦਰ ਨਾਮ ਦਾ ਅੰਮ੍ਰਿਤ ਟਿਕਣਾ ਸ਼ੁਰੂ ਹੋ ਜਾਏ ਨਾ, ਉਹ ਬੜਾ ਸੰਭਾਲ ਕੇ ਰਹਿੰਦਾ। ਭਾਈ ਇਹਨੂੰ ਬੋਲ ਲੈਣ ਦੇ, ਇਹ ਤਪਿਆ ਫਿਰਦਾ, ਇਹ ਔਖਾ ਹੋਇਆ ਫਿਰਦਾ, ਇਹਦੇ ਅੰਦਰ ਅੱਗ ਬਲੀ ਹੈ, ਇਹਦੀ ਅੱਗ ਦਾ ਅਸਰ ਮੇਰੇ ਅੰਦਰ ਨਾ ਪਏ, ਇਹਦੇ ਡੁਲਾਇਆ ਮੈਂ ਡੋਲਾਂ ਨਾ, ਕਿਉਂ ਮੇਰੇ ਅੰਦਰ ਜਿਹੜਾ ਅੰਮ੍ਰਿਤ ਹੈ, ਕਮਾਈ ਕੀਤੀ ਹੈ, ਉਹ ਕਿਥੇ ਇਹਦੀ ਮਾੜੀ ਜੀ ਮੂਰਖਤਾ ਕਰਕੇ ਮੈਂ ਆਪਣਾ ਜਪ ਤਪ ਨਾ ਗਵਾ ਬੈਠਾ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਅਗਲਾ ਹਿਲਾਉਣ ਦਾ ਯਤਨ ਕਰੇਗਾ ਪਰ ਇੱਥੇ ਅਡੋਲ ਰਹੇਗਾ। ਅਡੋਲ ਰਹਿਣਾ ਚਾਹੀਦਾ। ਸਾਹਿਬ ਜੀ ਗੁਰੂ ਅਮਰਦਾਸ ਜੀ ਬੜੀ ਬਖਸ਼ਿਸ਼ ਕਰਦੇ। ਤੇਹੀ ਗੁਣੀ ਤ੍ਰਿਭਵਨ ਵਿਆਪਿਆ, ਤ੍ਰਿਭਵਨ ਸਾਰੀ ਸ੍ਰਿਸ਼ਟੀ ਤ੍ਰੇ ਗੁਣ ਮਾਇਆ ਵਿੱਚ ਹੈ। ਭਾਈ ਗੁਰਮੁਖ ਬੂਝ ਬੁਝਾਏ, ਕੋਈ ਬਿਰਲਾ ਗੁਰਮੁਖ ਹੈ ਉਹਨੂੰ ਸੋਝੀ ਮਿਲਦੀ ਹੈ ਕਿ ਟਿਕ ਜਾਏ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਭਾਵਨਾ ਰਾਮ ਨਾਮ ਲਗ ਛੂਟੀ ਹੈ। ਭਾਈ ਇਸ ਡੋਲਣ ਵਾਲੀ ਅਵਸਥਾ ਤੋਂ ਜੇ ਬਚਣਾ ਹੈ ਤੇ ਸਦਾ ਹੀ ਪ੍ਰਭੂ ਦੇ ਨਾਮ ਦਾ ਪੱਲਾ ਫੜ ਕੇ ਰੱਖੋ। ਸਦਾ ਹੀ ਸਤਿਗੁਰ ਜੀ ਦਾ ਇਹ ਥਮਲਾ ਹੈ, ਜੋ ਮੰਦਰ ਕੋ ਥਾਮੈ ਥਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥਮਨ। ਡਿੱਗਦੇ ਹੋਏ ਬੰਦੇ ਨੂੰ ਡੋਗਰੀ ਮਿਲ ਜਾਏ ਤੇ ਬੰਦਾ ਟਿਕ ਜਾਂਦਾ। ਡੋਲਦੇ ਹੋਏ ਮਨ ਨੂੰ ਗੁਰੂ ਦਾ ਸ਼ਬਦ ਮਿਲ ਜਾਏ ਤੇ ਡੋਲਦਾ ਮਨ ਵੀ ਟਿਕ ਜਾਂਦਾ। ਪਰ ਇਹ ਤਾਂ ਕੋਈ ਕਮਾਈ ਕਰ ਸਕਦਾ, ਤੇ ਇਹ ਤਾਂ ਕੋਈ ਇਸ ਅਵਸਥਾ ਤੱਕ ਪਹੁੰਚ ਸਕਦਾ ਜਿਹਨੇ ਸੱਚੀ ਮੁੱਚੀ ਆਪਣੇ ਜੀਵਨ ਵਿੱਚ ਬਹੁਤ ਕਮਾਈ ਕੀਤੀ ਹੋਏ, ਜਾਂ ਕਮਾਈ ਕਰਕੇ ਗੁਰੂ ਦੀ ਕਿਰਪਾ ਪ੍ਰਾਪਤ ਕੀਤੀ ਹੋਏ, ਜਾਂ ਪੂਰਬਲੇ ਕਰਮ ਪ੍ਰਗਟ ਹੋ ਜਾਣ ਤੇ ਗੁਰੂ ਵੈਸੇ ਹੀ ਕਿਰਪਾ ਕਰ ਦਿੰਦੇ। ਪੂਰਬ ਮਹਾਰਾਜ ਜੀ ਦਾ ਬਚਨ ਦੇਖੋ, ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਰਸਿਕ ਪੁਰਖ ਬੈਰਾਗੀ। ਭੇਟਿਓ ਪੁਰਖ ਰਸਿਕ ਬੈਰਾਗੀ। ਉਹ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਰਸਾਂ ਵਾਲਾ, ਤੇ ਜਿਹਨੂੰ ਪ੍ਰਭੂ ਦੇ ਨਾਮ ਦਾ ਰਸ ਆ ਗਿਆ, ਉਹਨੂੰ ਬਾਹਰ ਦੇ ਸਾਰੇ ਰਸ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। ਰਾਮ ਨਾਮ ਲਗ ਛੂਟੀ ਹੈ। ਭਾਈ ਪੁੱਛੋ ਗਿਆਨੀਆਂ ਜਾਏ। ਗਿਆਨੀਆਂ ਦਾ ਮਤਲਬ ਜਿਹੜੇ ਪੁੱਛੋ ਬਰਮੇ ਨਾਰਦੇ ਵੇਦ ਵਿਆਸੈ ਕੋਏ। ਮਹਾਂਪੁਰਖ ਜਿਹਨੇ ਬੰਦਗੀ ਕਰਨ ਵਾਲੇ ਕਿਹੜੇ ਗਿਆਨੀ ਨੇ? 15 ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਉਹਨਾਂ ਮਹਾਂਪੁਰਖਾਂ ਗਿਆਨੀਆਂ ਨੂੰ ਪੁੱਛੀਏ, ਜਦ ਤੁਹਾਨੂੰ ਕੋਈ ਨਿੰਦਾ ਕਰਦਾ ਸੀ ਤੇ ਭਗਤ ਜੀ ਕਹਿੰਦੇ ਆ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੋ ਸਿੰਗਾਰ, ਭਲੇ ਨਿੰਦੋ ਭਲੇ ਨਿੰਦੋ ਲੋਕ। ਮੈਂ ਤੁਹਾਡੀ ਨਿੰਦਾ ਸੁਣਨੀ ਨਹੀਂ। ਤਨ ਮਨ ਰਾਮ ਪਿਆਰੇ ਜੋਗ, ਕਿਉਂ ਮੈਂ ਪ੍ਰਭੂ ਦਾ ਨਾਮ ਸੁਣ ਰਿਹਾ, ਅੰਦਰ ਉਹਦਾ ਸ਼ਬਦ ਸੁਣ ਰਿਹਾ। ਕਬੀਰ ਸਾਹਿਬ ਨੇ ਵੀ ਕਿਹਾ ਕਿ ਮੈਨੂੰ ਨਿੰਦੀ ਜਾਓ, ਕਹਿੰਦੇ ਕੋਈ ਗੱਲ ਨਹੀਂ, ਨਿੰਦੋ ਮੋਕੋ ਲੋਗ, ਨਿੰਦਾ ਜਨਤੇ ਖਰੀ ਪਿਆਰੀ। ਇਹਨੂੰ ਹੀ ਗੁਰੂ ਅਮਰਦਾਸ ਜੀ ਕਹਿੰਦੇ ਆ ਕਿ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਤੋਂ ਪੁੱਛੋ ਭਾਈ, ਕਿਵੇਂ ਪ੍ਰਭੂ ਦਾ ਨਾਮ ਇਹਨਾਂ ਬੰਧਨਾਂ ਤੋਂ, ਇਹਨਾਂ ਨਿੰਦਾ ਚੁਗਲੀ ਦੇ ਖਿਆੜੇ ਤੋਂ ਛੁਡਾ ਲੈਂਦਾ ਹੈ ਜੀ। ਨਾਮੈ ਤੇ ਸਭ ਊਪਜੇ ਭਾਈ, ਨਾਏ ਬਸਰਿਐ ਮਰ ਜਾਏ। ਅਗਿਆਨੀ ਜਗਤ ਅੰਧ ਹੈ ਭਾਈ, ਸੁੱਤੇ ਗਏ ਮੁਹਾਏ। ਰਹਾਉ ਦੀ ਤੁਕ ਵੀ ਪੜ੍ਹ ਦੋ ਜੀ। ਮਨ ਰੇ ਤ੍ਰੈ ਗੁਣ ਛੋੜ, ਚੌਥੇ ਚਿਤ ਲਾਏ। ਹਰ ਜਿਉ ਤੇਰੇ ਮਨ ਵਸੈ ਪਾਈ, ਸਦਾ ਹਰ ਕੇ ਗੁਣ ਗਾਏ। ਰਹਾਉ। ਮਹਾਰਾਜ ਕਹਿੰਦੇ ਆਓ ਦੁਨੀਆ ਦੇ ਲੋਕੋ, ਇਸ ਤ੍ਰੈ ਗੁਣੀ ਮਾਇਆ ਤੋਂ ਬਚ ਕੇ ਚੌਥੇ ਪਦ ਦੀ ਅਵਸਥਾ ਤੱਕ ਪਹੁੰਚੀ। ਚੌਥਾ ਪਦ ਕੀ ਹੈ? ਭਾਈ ਮਰਦਾਨਾ ਜੀ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੂੰ,
ਕਿ ਇਹ ਕੀ ਅਵਸਥਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੱਥਰ ਦਿੱਤਾ, ਕਹਿੰਦੇ ਉਹ ਦੂਰ ਚਲਾ ਜਾ ਤੇ ਇਹ ਪੱਥਰ ਮੇਰੇ ਵੱਲ ਸੁੱਟ। ਉਹ ਹੋਰ ਦੂਰ ਗਿਆ, ਮਹਾਰਾਜ ਕਹਿੰਦੇ ਹੋਰ ਦੂਰ, ਹਜੇ ਨਹੀਂ, ਹਜੇ ਬਹੁਤ ਦੂਰ ਹੋਣਾ। ਕਹਿੰਦੇ ਹੁਣ ਜ਼ੋਰ ਨਾਲ ਪੱਥਰ ਸੁੱਟ। ਉਹਨੇ ਪੂਰਾ ਜ਼ੋਰ ਲਾ ਕੇ ਭਾਈ ਮਰਦਾਨਾ ਜੀ ਨੇ ਪੱਥਰ ਸੁੱਟਿਆ। ਗੁਰੂ ਨਾਨਕ ਸਾਹਿਬ ਤੱਕ ਕੀ ਪਹੁੰਚਣਾ, ਉਹ ਤੇ ਬਹੁਤ ਪਿੱਛੇ ਰਹਿ ਗਿਆ। ਮਹਾਰਾਜ ਕਹਿੰਦੇ ਹੋਰ ਸੁੱਟ। ਉਹ ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾਣਾ ਮਹਾਰਾਜ, ਪੱਥਰ ਨਹੀਂ ਪਹੁੰਚ ਸਕਦਾ ਤੁਹਾਡੇ ਤੱਕ। ਕਹਿੰਦੇ ਬਸ ਇਹ ਹੈ ਚੌਥੀ ਅਵਸਥਾ। ਦੁਨੀਆ ਦੇ ਬੋਲੇ ਹੋਏ ਬੋਲ ਕੁਬੋਲ ਮਾੜੇ ਲਫ਼ਜ਼ ਹੁਣ ਇੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਮਨ ਤੱਕ, ਜਿੰਨੇ ਮਰਜ਼ੀ ਦੁਨੀਆ ਵੱਟੇ ਮਾਰੀ ਜਾਏ। ਲਫ਼ਜ਼ਾਂ ਦੇ ਮਾਰੇ ਤੀਰ ਕੁਬੋਲ ਬੋਲੇ ਮਨ ਨੂੰ ਹਿਲਾਉਣ ਦਾ ਯਤਨ ਕਰਨ। ਕਿਉਂ? ਉਸ ਅਵਸਥਾ 'ਤੇ ਮਨ ਪਹੁੰਚ ਗਿਆ ਜਿਸ ਅਵਸਥਾ 'ਤੇ ਇਹ ਬੋਲ ਕੁਬੋਲ ਮਨ ਨੂੰ ਬਿਲਕੁਲ ਨਹੀਂ ਵਿਆਪਦੇ, ਬਿਲਕੁਲ ਨਹੀਂ ਵਿਆਪਦੇ। ਇਹਨੂੰ ਮਹਾਰਾਜ ਹੈ ਇਹ ਔਖੀ ਕਰੜੀ ਘਾਲਣਾ ਹੈ, ਅਲੂਣੀ ਸਿਲ ਚੱਟਣ ਬਰਾਬਰ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਹੈ ਇਹ ਅਲੂਣੀ ਸਿਲ ਚੱਟਣੀ। ਪਰ ਗੁਰੂ ਤੇ ਅੱਗੇ ਅਰਦਾਸ ਕਰੀਏ, ਗੁਰੂ ਤੇ ਭਰੋਸਾ ਰੱਖੀਏ। ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ। ਇਹ ਉਸ ਅਵਸਥਾ ਤੱਕ ਸਾਡਾ ਮਨ ਟਿਕ ਜਾਏ। ਪਰ ਸਾਡਾ ਮਨ ਕਿਵੇਂ ਟਿਕੇਗਾ? ਹਜੇ ਤੇ ਸੁਖਮਨੀ ਸਾਹਿਬ ਦੇ ਪਾਠ ਅਸੀਂ ਕਰ ਰਹੇ ਹਾਂ। ਮਹਾਰਾਜ ਜੀ ਸਾਨੂੰ ਇਹ ਵਾਲੀ ਚੀਜ਼ ਮਿਲ ਜਾਏ, ਮਹਾਰਾਜ ਸਾਨੂੰ ਇਹ ਦਾਤ ਮਿਲ ਜਾਏ। ਬਾਣੀ ਵੀ ਤ੍ਰੈਗੁਣੀ ਮਾਇਆ ਦੇ ਵਿੱਚ ਪੜਾਂਗੇ ਤੇ ਤ੍ਰੈਗੁਣੀ ਮਾਇਆ 'ਚ ਮਨ ਰਹੇਗਾ। ਮੈਨੂੰ ਖਿਮਾ ਬਖਸ਼ਿਓ ਗੁਰੂ ਸਾਹਿਬ ਸਮੇਤ, ਮੇਰਾ ਇਹ ਹਾਲ ਹੈ, ਆਪਣਾ ਵੀ ਇਹ ਹਾਲ ਹੈ। ਪਰ ਮਹਾਰਾਜ ਕਹਿੰਦੇ ਬਾਣੀ ਚੌਥੇ ਪਦ ਤੱਕ ਲੈ ਕੇ ਜਾਣ ਵਾਲੀ ਹੈ। ਇਹਨੂੰ ਇਸ ਭਾਵਨਾ ਵਿੱਚ ਪੜ੍ਹੋ ਕਿ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਕਿ ਬਾਣੀ ਨਿਜ ਘਰ ਦੇ ਰਸਤੇ ਤੱਕ ਲੈ ਕੇ ਜਾਣਦੀ ਹੈ। ਉਸੇ 100 ਦਰ ਤੇ 100 ਘਰ ਤੱਕ ਲੈ ਕੇ ਜਾਣ ਵਾਲੀ ਹੈ। ਮੈਂ ਕਿਉਂ ਤ੍ਰੈਗੁਣੀ ਅਵਸਥਾਵਾਂ ਤੇ ਵਸਤੂਆਂ ਦੇ ਵਿੱਚ ਇਸ ਬਾਣੀ ਦਾ ਸੌਦੇਬਾਜ਼ੀਆਂ ਦੇ ਵਿੱਚ ਪਾਠ ਕਰ ਰਿਹਾ? ਮਹਾਰਾਜ ਕਹਿੰਦੇ ਆਓ ਇਸ ਸੌਦੇਬਾਜ਼ੀਆਂ ਨੂੰ ਛੱਡ ਕੇ ਇਉਂ ਪੜ੍ਹੋ ਕਿ ਇੱਕ ਇੱਕ ਅੱਖਰ ਸਾਡੇ ਮਨ ਨੂੰ ਘਾੜ ਦੇ। ਘੜੀਆ ਸ਼ਬਦ ਸੱਚੀ ਟਕਸਾਲ। ਬੜੀ ਕੀਮਤੀ ਗੱਲ ਗੁਰੂ ਅਮਰਦਾਸ ਜੀ ਕਹਿੰਦੇ, ਮਨ ਰੇ ਤ੍ਰੈਗੁਣ ਛੋੜ ਚੌਥਾ ਚਿਤ ਲਾਏ। ਹਰ ਜੀਉ ਤੇਰਾ ਮਨ ਵਸੈ। ਇਉਂ ਜਪੇਂਗਾ ਪ੍ਰੇਮ ਦੇ ਵਿੱਚ, ਪ੍ਰੀਤ ਵਿੱਚ, ਵਾਹਿਗੁਰੂ ਤੇਰੇ ਮਨ ਵਿੱਚ ਵਸ ਜਾਏਗਾ। ਹਰ ਜੀਉ ਤੇਰਾ ਮਨ ਵਸੈ ਭਾਈ, ਸਦਾ ਹਰ ਕੇ ਗੁਣ ਗਾਏ। ਫਿਰ ਤੂੰ ਸਦਾ ਪ੍ਰਭੂ ਦੇ ਗੁਣ ਗਾਏਂਗਾ। ਰਹਾਓ ਨਾਮੈ ਤੇ ਸਭ ਉਪਜੇ ਭਾਈ, ਨਾਏ ਵਿਸਰਿਆ ਮਰ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਬਿਨ ਸਿਮਰਨ ਜਿਉ ਜੀਵਨ ਬਲਨਾ, ਸਰਪ ਜੈਸੇ ਅਰ ਜਾਏ। ਜਿਵੇਂ ਸੱਪ ਸੀੜੀ ਦੀ ਤੁਸੀਂ ਖੇਡ ਖੇਡੀ ਹੋਏਗੀ, ਲੈਡਰ ਸਨੇਕ ਵਾਲੀ, ਉਹ ਜਿੰਨੀ ਵਾਰੀ ਮਰਜ਼ੀ ਤੁਸੀਂ ਉੱਤੇ ਚਲੇ ਜਾਓ, ਜੇ ਤੁਹਾਡੀ ਗਿਣਤੀ ਉੱਥੇ ਆ ਜਾਏ ਜਿੱਥੇ ਸੱਪ ਨੇ ਮੂੰਹ ਅੱਡਿਆ ਹੋਇਆ, ਤੇ ਹੋ ਸਕਦਾ 99 ਤੋਂ ਸਿੱਧਾ ਇੱਕ 'ਤੇ ਆ ਜਾਏ। ਭਾਵੇਂ ਸਾਡੇ ਮਨ ਦੀ ਅਵਸਥਾ ਨਾਮ ਜਪਦੇ ਜਪਦੇ ਉੱਥੇ ਤੱਕ ਪਹੁੰਚ ਗਈ ਹੈ ਜਿੱਥੇ ਤੱਕ ਸਾਨੂੰ ਨਿਰਲੇਪਤਾ ਹੋ ਗਈ। ਪਰ ਮਹਾਰਾਜ ਕਹਿੰਦੇ ਉੱਥੇ ਤੱਕ ਪਹੁੰਚ ਕੇ ਵੀ ਜੇ ਕੋਈ ਦਾਵਾ ਕਰੇ ਮੈਂ ਚੌਥੇ ਪਦ 'ਤੇ ਹੋ ਗਿਆ, ਮੇਰਾ ਕੁਝ ਨਹੀਂ ਵਿਗੜ ਸਕਦਾ, ਮਹਾਰਾਜ ਕਹਿੰਦੇ ਫਿਰ ਬਸ ਸੱਪ ਨੇ ਡੰਗ ਮਾਰਿਆ ਤੇ ਫਿਰ ਆ ਜਾ ਭਾਈ ਵਾਪਸ। ਇਹ ਅਹੰਕਾਰ ਏਡੀ ਡਾਢੀ ਚੀਜ਼ ਹੈ। ਜੇ ਕੋਈ ਚੌਥੇ ਪਦ ਦੇ ਦਰ ਤੱਕ, ਉਸ ਅਵਸਥਾ ਤੱਕ ਪਹੁੰਚ ਗਿਆ, ਮੈਨੂੰ ਕੋਈ ਹਿਲਾ ਨਹੀਂ ਸਕਦਾ। ਪਰ ਮਹਾਰਾਜ ਕਹਿੰਦੇ ਇਹ ਕਦੀ ਵੀ ਅਹੰਕਾਰ ਨਾ ਰੱਖੀ। ਰੱਬ ਕਦ ਇਮਤਿਹਾਨਾਂ ਵਿੱਚ ਪਾ ਦੇ, ਇਹ ਤੂੰ ਆਪਣੇ ਅਹੰਕਾਰ ਆਪਣੇ ਜਪ ਤਪ ਤੋਂ ਨਹੀਂ। ਇਸ ਕਰਕੇ ਇਸ ਧਰਤੀ 'ਤੇ ਬੜੇ ਜਪੀ ਤਪੀ ਸਨ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸਨ ਕਿ ਸਾਨੂੰ ਨਹੀਂ ਪਰਵਾਹ, ਅਸੀਂ ਚੌਥੇ ਪਦ 'ਤੇ ਬੈਠੇ ਹਾਂ, ਸਾਨੂੰ ਦੁਨੀਆ ਨਾਲ ਕੀ ਲੈਣਾ ਦੇਣਾ। ਮਹਾਰਾਜ ਕਹਿੰਦੇ ਫਿਰ ਸਿੱਧੀ ਜੀ ਗੱਲ ਹੈ ਭਾਈ, ਭੁੱਖ ਲੱਗਦੀ ਹੈ ਕਿਹਦੇ ਕੋਲ ਜਾਂਦੇ ਹੋ? ਕਹਿੰਦੇ ਫਿਰ ਤੇ ਦੁਨੀਆਦਾਰਾਂ ਕੋਲ ਹੀ ਜਾਣਾ। ਮਹਾਰਾਜ ਕਹਿੰਦੇ ਫਿਰ ਜਿਸ ਦੁਨੀਆਦਾਰ ਦਾ ਲੈ ਕੇ ਖਾਂਦੇ ਹੋ, ਉਸ ਦੁਨੀਆਦਾਰ ਨੂੰ ਤੁਸੀਂ ਨਿੰਦਦੇ ਹੋ। ਭਲਿਓ ਤੁਸੀਂ ਵੀ ਪ੍ਰਾਪਤ ਕਰੋ ਅਤੇ ਉਹਨਾਂ ਦੁਨੀਆਦਾਰਾਂ ਨੂੰ ਵੀ ਦੱਸੋ। ਇਹ ਸਾਰੀ ਖੇਡ ਹੈ। ਇਹਨੂੰ ਮਹਾਰਾਜ ਜੀ ਕਹਿੰਦੇ ਕਿ ਹਰ ਜੀਓ ਪ੍ਰਭੂ ਜੇ ਮਨ ਵਸ ਜਾਏ, ਕਿਰਪਾ ਹੋ ਜਾਏ, ਇਹਨੂੰ ਨਾਮੈ ਤੇ ਸਭ ਉਪਜੈ ਭਾਈ, ਨਾਮ ਵਿਸਰਿਆ ਮਰ ਜਾਏ। ਜਿੱਥੇ ਵਿਸਰੇਗਾ ਉੱਥੇ ਫਿਰ ਡਿੱਗੇਗਾ। ਅਗਿਆਨੀ ਜਗਤ ਹੰਦ ਹੈ ਭਾਈ, ਸੂਤੇ ਗਏ ਮੁਹਾਏ। ਸਾਡਾ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਸੂਤੇ ਦਾ ਮਤਲਬ ਕੀ ਹੈ ਇੱਥੇ? ਕਿ ਇਹ ਨਹੀਂ ਕਿ ਅਸੀਂ ਕਿ ਰਾਤੀ ਸੌਂ ਕੇ ਆਏ ਹਾਂ ਅਤੇ ਹੁਣ ਜਾਗ ਗਏ ਹਾਂ। ਨਹੀਂ, ਅਸੀਂ ਜਾਗਦੇ ਹੋਏ ਵੀ ਸੁੱਤੇ ਪਏ ਹਾਂ। ਕਿਵੇਂ? ਮਾਇਆ ਦੇ ਹੱਲੇ ਚੱਲ ਰਹੇ ਨੇ ਅੰਦਰ, ਵਿਕਾਰ। ਠੀਕ ਹੈ, ਕੋਈ ਗੁਰਮੁਖ ਹੁੰਦਾ ਹੈ ਜਿਹੜਾ ਬਾਜ਼ਾਰ ਦੇ ਵਿੱਚ ਬੈਠ ਕੇ ਵੀ ਗੁਰੂਦੁਆਰੇ ਹੁੰਦੀ ਹੀ ਹੈ, ਉਹਦੀ ਸੁਰਤ ਗੁਰੂ ਦੇ ਸ਼ਬਦ 'ਚ ਹੁੰਦਾ। ਪਰ ਜੇ ਅਸੀਂ ਗੁਰਦੁਆਰਿਆਂ 'ਚ ਬਾਜ਼ਾਰ ਖੋਲ੍ਹੀ ਬੈਠੇ ਹਾਂ ਮਨ ਦੇ ਕਰਕੇ, ਇੱਥੇ ਬਾਜ਼ਾਰ ਲਿਆਈ ਬੈਠੇ ਹਾਂ, ਫਿਰ ਉਹਨੂੰ ਕੌਣ ਬਚਾਏਗਾ?
ਜੇ ਗੁਰੂ ਘਰ ਬੈਠ ਕੇ ਵੀ ਗੁਰੂ ਦੇ ਸ਼ਬਦ ਦੀ ਕਥਾ ਕੀਰਤਨ ਸੁਣਦੇ ਆ, ਇੱਥੇ ਬਾਜ਼ਾਰ ਖੋਲੀ ਬੈਠੇ ਆ, ਇੱਥੇ ਸਾਰੀ ਦੁਕਾਨਾਂ ਦੇ ਸ਼ਟਰ ਚੱਕੀ ਬੈਠੇ ਆ, ਫਿਰ ਮਹਾਰਾਜ ਕਹਿੰਦੇ ਫਿਰ ਤੇ ਤੋਹ ਕੁੱਟਣ ਦੇ ਬਰਾਬਰ ਹੈ, ਫਿਰ ਕੌਣ ਮਨ ਨੂੰ ਸਵਾਰੇਗਾ। ਇਹ ਯਤਨ ਮਹਾਰਾਜ ਕਹਿੰਦੇ ਕਰਨੇ ਜ਼ਰੂਰੀ ਨੇ। ਜੇ ਯਤਨ ਨਹੀਂ ਕੀਤੇ ਫਿਰ ਸੁੱਤੇ ਹੀ ਰਹਿ ਜਾਏਗਾ ਮਨ। ਜੋ ਉੱਥੇ ਸੋਚ ਰਿਹਾ ਉਹੀ ਇੱਥੇ ਸੋਚ ਰਿਹਾ, ਜੋ ਚਿੰਤਾਵਾਂ 'ਚ ਮਨ ਅੱਗੇ ਪਿੱਛੇ ਹੈ ਉਹ ਗੁਰੂ ਦੇ ਦਰ 'ਤੇ ਆ ਕੇ ਵੀ ਮਨ ਸੁੱਤਾ ਪਿਆ। ਮਨ ਜਾਗਣ ਦੀ ਨਿਸ਼ਾਨੀ ਇਹ ਹੈ ਗੁਰੂ ਦਾ ਸ਼ਬਦ ਮਿੱਠਾ ਲੱਗੇਗਾ। ਨਹੀਂ ਤੇ ਮਹਾਰਾਜ ਕਹਿੰਦੇ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਕਹਿੰਦੇ ਸੁੱਤੀ ਰਹਿ ਗਈ ਰੱਬ ਦੀ ਖਬਰ ਨਹੀਂ ਜਾਣ ਸਕੀ। ਭੌਰ ਪਿਆ, ਭੌਰ ਦਾ ਮਤਲਬ ਚੱਲ ਹੁਣ ਉੱਠ, ਤੈਨੂੰ ਕਹਿੰਦੇ ਕਦ ਉਠਾਵਾਂਗੇ, ਕਹਿੰਦੇ ਜਾਂ ਤਾਂ ਹੁਣ ਤੂੰ ਗੁਰੂ ਦੇ ਸ਼ਬਦ ਨੂੰ ਸੁਣ ਕੇ ਜਾਗ ਜਾ, ਨਹੀਂ ਤੇ ਇੱਕ ਦਿਨ ਜੰਮ ਆ ਕੇ ਉਠਾਣਗੇ, ਕਹਿਣਗੇ ਚਲੋ ਸ਼ਤਾਬ ਦੀਵਾਨ ਬੁਲਾਇਆ। ਕਹਿੰਦੇ ਉਸ ਜਾਗਣ ਤੋਂ ਪਹਿਲਾਂ ਫਿਰ ਹੋਸ਼ ਆਏਗੀ ਸਮਾਂ ਪੂਰਾ ਹੋ ਗਿਆ, ਹਜੇ ਤੇ ਬੜਾ ਕੁਝ ਕਰਨਾ ਸੀ। ਮਹਾਰਾਜ ਕਹਿੰਦੇ ਦੋ ਹੀ ਤੇਰੇ ਕੋਲ ਜਾਗਣ ਦੇ ਵਸੀਲੇ ਨੇ, ਜਾਂ ਤੇ ਜੰਮ ਆ ਕੇ ਜਗਾਉਣ ਤੇ ਜਾਂ ਤੂੰ ਆਪ ਜਾਗ ਜਾ। ਜਿੰਦ ਨੂੰ ਕਹਿ ਰਹੇ ਮਹਾਰਾਜ ਇਸ ਆਤਮਾ ਜੀਵਨ ਨੂੰ। ਜੇ ਨਹੀਂ ਜਾਗੇਗੀ ਤੇ ਫਿਰ ਭੌਰ ਪਿਆ ਬਹੁਰ ਪਛਤਾਨੀ। ਜਦ ਜਮਾ ਨੇ ਜਗਾਇਆ ਨਾ, ਮਹਾਰਾਜ ਜੀ ਨੇ ਕਹਿੰਦੇ ਜਮ ਜਬ ਅਜ਼ਰਾਇਲ ਬਸਤਨੀ ਤਬ ਚੇਕਾਰੇ ਬਿਦਾਏ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੂੰਹ ਬੰਦੈ ਨਿਤ ਪਾਰਚ। ਮਹਾਰਾਜ ਕਹਿੰਦੇ ਸਾਰੀ ਉਮਰ ਐਵੇਂ ਬਤੀਤ ਹੋ ਗਈ। ਇਸ ਕਰਕੇ ਜਾਗ ਸਲੋਨੜੀਐ ਬੋਲੇ ਗੁਰਬਾਣੀ ਰਾਮ। ਹੇ ਮੇਰੀ ਸੋਹਣੀ ਜਿੰਦੇ ਜਾਗ, ਪ੍ਰਭੂ ਦੇ ਸ਼ਬਦ ਨੂੰ ਚੇਤੇ ਕਰ। ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਜਾਗਣਾ ਜਾਗਨ ਨੀਕਾ, ਹਰ ਕੀਰਤਨ ਮਹਿ ਜਾਗਣਾ। ਸਾਹਿਬ ਜੀ ਕਹਿੰਦੇ ਬੰਦਗੀ ਕੀਤਿਆਂ, ਬੰਦਗੀ ਸੰਗਤ ਵਿੱਚ ਬੈਠਿਆਂ ਸੁੱਤੇ ਨਾ ਗਵਾ ਦੀ, ਆਪਣੇ ਮਨ ਨੂੰ ਭਜਾਈ ਨਾ ਰੱਖੀ ਇੱਧਰ ਉੱਧਰ। ਇਹਦੀ ਜਾਗਤ ਅਵਸਥਾ ਵਿੱਚ ਬੈਠੀ, ਨਹੀਂ ਤੇ ਅਗਿਆਨੀ ਜਗਤ ਜਿਹੜਾ ਉਹ ਸਾਰੀ ਉਮਰ ਮਹਾਰਾਜ ਕਹਿੰਦੇ ਸੁੱਤਿਆਂ ਹੀ ਮੁਹਾਏ ਦਾ ਮਤਲਬ ਬਤੀਤ ਕਰਦੇ ਨੇ ਜੀ। ਗੁਰਮੁਖ ਜਾਗੇ ਸੇ ਉਬਰੇ ਭਾਈ, ਭਵ ਜਲ ਪਾਰ ਉਤਾਰ, ਜਗ ਮਹਿਲਾ ਹਰ ਨਾਮ ਹੈ ਭਾਈ, ਹਿਰਦੈ ਰਖਿਆ ਉਰ ਧਾਰ। ਗੁਰਮੁਖ ਜਾਗੇ ਸੇ ਉਬਰੇ ਭਾਈ, ਭਵਜਲ ਪਾਰ ਉਤਾਰ। ਜਿਹੜੇ ਗੁਰਮੁਖ ਨੇ ਉਹ ਜਾਗ ਜਾਂਦੇ, ਭਵਜਲ ਤੋਂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਨੂੰ ਪਾਰ ਉਤਾਰ ਕਰਦਾ। ਉਹਨਾਂ ਨੂੰ ਦੁੱਖਾਂ ਸੁੱਖਾਂ ਦੀ ਫਿਰ ਕੋਈ ਪ੍ਰੀਤ ਨਹੀਂ, ਉਹਨਾਂ ਨੂੰ ਮਰਨ ਜੀਵਨ ਦੀ ਵੀ ਕੋਈ ਫਿਰ ਭਉ ਵਾਲੀ ਅਵਸਥਾ ਨਹੀਂ ਰਹਿੰਦੀ। ਉਹ ਸੁਰਖਰੂ ਹੁੰਦੇ ਆ, ਉਹਨਾਂ ਨੂੰ ਹੁੰਦਾ ਕਿ ਹੁਣ ਜਦ ਮਰਜੀ ਪ੍ਰਭੂ ਆਵਾਜ਼ਾਂ ਮਾਰ ਲੇ, ਕੋਈ ਪਰਵਾਹ ਨਹੀਂ। ਹੁਣ ਇਹ ਅਵਸਥਾ ਗੁਰਮੁਖਾਂ ਦੇ ਅੰਦਰ ਵਰਤਦੀ ਹੈ, ਇਹ ਵਰਤ ਜਾਂਦੀ ਹੈ। ਸਾਹਿਬ ਜੀ ਕਹਿੰਦੇ ਜਗ ਮੈਂ ਲਾਹਾ ਹਰ ਨਾਮ ਹੈ ਭਾਈ, ਹਿਰਦੈ ਰੱਖਿਆ ਉਰ ਧਾਰ। ਅਸਲ ਲਾਹਾ ਪ੍ਰਭੂ ਦੇ ਨਾਮ ਦਾ, ਜਿਹੜਾ ਨਾਲ ਨਿਭਣ ਵਾਲਾ ਹੈ। ਇਹ ਸਾਡੇ ਘਰ ਪਰਿਵਾਰ ਦੇ ਜਿਹੜੇ ਜਿੰਨੀ ਚੀਜ਼ਾਂ ਨੇ, ਮਹਾਰਾਜ ਕਹਿੰਦੇ ਬਸ ਇੱਕ ਵਾਰੀ ਸਵਾਸ ਪੰਖੇਰੂ ਉੱਡਿਆ ਨਾ, ਕਹਿੰਦੇ ਘਰ ਦੇ ਕਮਰੇ ਵੀ ਸਾਡੇ ਮੱਲੇ ਜਾਣਗੇ, ਸਾਡੀ ਦੌਲਤ ਸ਼ੌਹਰਤਾਂ ਵੀ ਸੰਭਾਲੀਆਂ ਜਾਣੀਆਂ, ਸਾਰਾ ਕੁਝ ਕਹਿੰਦੇ ਸਾਰਾ ਕੁਝ ਉਹਨਾਂ ਦੇ ਕੋਲ ਰਹਿ ਜਾਏਗਾ, ਕੁਛ ਵੀ ਨਾਲ ਨਹੀਂ ਜਾਣਾ। ਇੱਕ ਲਾਹਾ ਜਿਹੜਾ ਹੈ ਨਾ ਉਹ ਹੈ ਗੁਰੂ ਦੇ ਨਾਮ ਦਾ। ਇਹ ਮਹਾਰਾਜ ਕਹਿੰਦੇ ਇਹੀ ਨਾਲ ਜਾਣ ਵਾਲਾ, ਇਸ ਤੋਂ ਵਾਂਝੇ ਨਾ ਰੱਖ, ਆਪਣੇ ਮਨ ਨੂੰ ਇਹਦੇ ਵਿੱਚ ਜੋੜ ਲੈ ਜੀ। ਗੁਰ ਸਰਣਾਈ ਉਬਰੈ ਭਾਈ, RAM ਨਾਮ ਲਿਵ ਲਾਏ, ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ, ਜਿਤ ਲਗ ਪਾਰ ਜਨ ਪਾਏ। ਕਲਯੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗ ਬਹਿਤਰੋ। ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਗੁਰੂ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੂਖ ਨਾ ਸਕੈ ਬਿਆਪ। ਇਹ ਗੁਰੂ का शब्द तारण वाला है। ਤਰਨ ਤਾਰਨ ਹਰ ਨਿਧ ਦੂਖ ਨਾ ਸਕੈ ਬਿਆਪ। ਸਾਰੀ ਜਪੋ ਸਾਧੂ ਸੰਗ ਭਜੋ ਗੋਪਾਲ। ਸੰਗਤ ਦੇ ਵਿੱਚ ਰੰਗਤ ਚੜ੍ਹਦੀ ਹੈ। ਪੁਰਾਣੇ ਸਮੇਂ 'ਚ ਭਾਂਡਾ ਮਿੱਟੀ ਨਾਲ ਰਾਖ ਨਾਲ ਮਾਂਜਿਆ ਜਾਂਦਾ ਸੀ। ਮਾਂਜਣ ਵਾਲੀ ਚੀਜ਼ ਕੁਛ ਹੋਰ ਹੁੰਦੀ ਸੀ ਤੇ ਭਾਂਡੇ ਵਿੱਚ ਪਾ ਕੇ ਖਾਣ ਵਾਲੀ ਚੀਜ਼ ਕੁਛ ਹੋਰ ਹੁੰਦੀ ਸੀ। ਅੱਜ ਵੀ ਭਾਂਡਾ ਮਾਂਜਣ ਵਾਸਤੇ ਅਸੀਂ ਸਰਫ ਸਾਬਣ ਵਰਤਦੇ ਹਾਂ, ਲਿਕੁਇਡ ਵਰਤਦੇ ਹਾਂ, ਪਰ ਉਹ ਭਾਂਡਾ ਮਾਂਜ ਕੇ ਸਾਫ਼ ਹੋ ਜਾਂਦਾ, ਪਰ ਉਹ ਖਾਂਦੇ ਨਹੀਂ ਹਾਂ ਅਸੀਂ। ਪਰ ਨਾਮ ਐਸੀ ਚੀਜ਼ ਹੈ ਜਿਹਨੇ ਮਨ ਰੂਪੀ ਭਾਂਡੇ ਨੂੰ ਮਾਂਜਣਾ ਵੀ ਹੈ ਤੇ ਇਹ ਨਾਮ ਮਨ ਰੂਪੀ ਭਾਂਡੇ ਨੇ ਭੁੰਚਣਾ ਵੀ ਹੈ। ਇਸ ਨਾਮ ਨੇ ਪਹਿਲਾਂ ਭਾਂਡੇ ਨੂੰ ਮਾਂਜਣਾ ਵੀ ਹੈ, ਫਿਰ ਇਹੀ ਨਾਮ ਇਸ ਭਾਂਡੇ ਵਿੱਚ ਟਿਕੇਗਾ ਤੇ ਅਸੀਂ ਛਕਾਂਗੇ, ਅਸੀਂ ਭੁੰਚਾਂਗੇ। ਇੱਕ ਨਾਮ ਐਸੀ ਵਸਤੂ ਹੈ ਜਿਹੜਾ ਇੱਕੋ ਹੀ ਨਾਮ, ਤੇਰਾ ਏਕ ਨਾਮ ਤਾਰੇ ਸੰਸਾਰ।
ਮੈਂ ਇਹਾ ਆਸ ਇਹੋ ਆਧਾਰ। ਕੋਈ ਹੋਰ ਨਹੀਂ ਹੈ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਕਿੰਨੇ ਸੋਹਣੇ ਬਚਨ ਨੇ। ਗੁਰ ਸ਼ਰਨਾਈ ਉਬਰੇ ਭਾਈ, RAM ਨਾਮ ਲਿਵ ਲਾਏ। ਨਾਮ ਬੜੀ ਵੱਡੀ ਦਾਤ ਹੈ, ਨਾਮ ਬਹੁਤ ਵੱਡਾ ਸੁਖ ਹੈ। ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ, ਜਿਤ ਲਗ ਪਾਰ ਜਨ ਪਾਏ। ਜਿਹੜਾ ਜਨ ਹੈ ਉਹ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦਾ ਸ਼ਬਦ ਹੀ, ਗੁਰੂ ਦਾ ਸ਼ਬਦ ਬੇੜਾ ਹੈ, ਤੁਲਹੜਾ ਹੈ, ਉਹਦੇ ਨਾਲ ਲੱਗ ਕੇ ਪਾਰ ਹੁੰਦਾ ਹੈ ਜੀ। ਸੋਰਠ ਮਹਿਲਾ ਤੀਜਾ ਘਰ ਪਹਿਲਾ, ਸਤਿਗੁਰ ਸੁਖ ਸਾਗਰ ਜਗ ਅੰਤਰ। ਹੋਰ ਥੈ ਸੁਖ ਨਾਹੀ, ਹਉ ਮੈਂ ਜਗਤ ਦੁਖ ਰੋਗ ਵਿਆਪਿਆ। ਮਰ ਜਨਮੈ ਰੋਵੈ ਤਾਹੀ। ਧੰਨ ਗੁਰੂ ਅੰਗਦ ਸਾਹਿਬ ਜੀ ਦਾ ਚੇਤਾ ਕਰੀਏ। ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ 12 ਸਾਲ ਗੁਰੂ ਅਮਰਦਾਸ ਜੀ ਟਿਕੇ ਨੇ, ਔਰ ਦੱਸ ਰਹੇ ਨੇ ਗੁਰੂ ਕੇ ਚਰਨ ਸਮੁੰਦਰ ਵਰਗੇ ਨੇ। ਉਹਦੇ ਵਿੱਚ ਟਿਕਿਆ ਹੀ ਸ਼ਾਂਤ ਸੁਖ ਸਹਿਜ ਮਿਲਦਾ ਹੈ। ਕਿੱਡੀ ਵੱਡੀ ਗੱਲ ਕਹਿ ਰਹੇ ਹੈ। ਸੋਰਠ ਮਹੱਲਾ ਤੀਜਾ ਘਰ ਪਹਿਲਾ, ਸਤਿਗੁਰ ਸੁਖ ਸਾਗਰ ਜਗ ਅੰਤਰ। ਗੁਰੂ ਸਾਗਰ ਹੈ ਤੇ ਅਸੀਂ ਪ੍ਰਾਪਤ ਕਰ ਸਕਦੇ ਹਾਂ ਅੰਤ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਮੈਂ ਅੰਤ ਨਹੀਂ ਲੈ ਸਕਦਾ, ਔਰ ਤੂੰ ਬਹੁਤ ਵੱਡਾ ਹੈ। ਤੂੰ ਸਾਗਰੋ ਰਤਨਾਗਰੋ, ਮੈਂ ਹਉ ਸਾਰ ਨਾ ਜਾਣਾ ਤੇਰੀ ਰਾਮ। ਵਾਹਿਗੁਰੂ ਤੇਰੀ ਸਾਰ ਕਿੱਥੇ ਜਾਣਾਂਗਾ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਸੁਖ ਨਹੀਂ ਹੈ ਗੁਰੂ ਤੋਂ ਬਿਨਾ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਇਹ ਸੁਖ ਹੈ ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਦਾਈਆਂ। ਅੰਤ ਵਿੱਚ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਕਿੰਨਾ ਕੁਛ ਸੁੱਖ ਹੈ ਗੁਰੂ ਕੋਲ। ਗੁਰੂ ਹੀ ਸੁੱਖ ਦੇਣ ਵਾਲੇ ਨੇ। ਸਤਿਗੁਰ ਸੇਵੈ ਤਾਂ ਸੁਖ ਪਾਵੈ। ਐਵੇਂ ਥੋੜ੍ਹੀ ਕਿ ਗੁਰੂ ਨੂੰ ਦੇਖ ਲਿਆ ਕਿ ਰੁਮਾਲੇ ਵਿੱਚ ਦਰਸ਼ਨ ਕਰ ਲਏ ਸੁੱਖ ਮਿਲ ਜਾਏਗਾ। ਨਹੀਂ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਸ਼ਬਦ ਨਾਲ ਪ੍ਰੀਤ ਜੋੜ, ਸਤਿਗੁਰੂ ਨਾਲ ਗੱਲ ਕਰ। ਸ਼ਬਦ ਗੁਰੂ ਹੈ। ਸਤਿਗੁਰੂ ਨੂੰ ਸੇਵ, ਸਤਿਗੁਰੂ ਦਾ ਚੇਤਾ ਕਰ। ਮਹਾਰਾਜ ਕਹਿੰਦੇ ਸਤਿਗੁਰੂ ਨੂੰ ਸੇਵਣ ਨਾਲ ਤੇਰੇ ਮਨ ਦੇ ਅੰਦਰ ਹਉਮੈ ਜਗਤ ਦੁੱਖ ਰੋਗ ਵਿਆਪਿਆ, ਮਰ ਜਨਮੈ ਰੋਵੈ ਧਾਈ। ਜੇ ਨਹੀਂ ਤੂੰ ਗੁਰੂ ਦੇ ਸ਼ਬਦ ਨੂੰ ਚੇਤੇ ਕਰੇਂਗੀ, ਫਿਰ ਮਹਾਰਾਜ ਕਹਿੰਦੇ ਹਉਮੈ ਦੇ ਵਿੱਚ ਗੁੜਚ ਹੋਇਆ ਮਨ ਰੋਗੀ ਹੈ। ਜੋ ਜੋ ਦੀਸੈ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੇ ਰੋਗ ਤੋਂ ਬਚਣਾ ਹੈ, ਨਹੀਂ ਤੇ ਫਿਰ ਮਹਾਰਾਜ ਕਹਿੰਦੇ ਮਰ ਜਨਮ ਕੇ ਰੋਵੈ ਧਾਈ। ਧਾਹਾਂ ਮਾਰ ਕੇ ਇੱਥੋਂ ਜਾਵਾਂਗੇ ਜੀ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਸਤਿਗੁਰ ਸੇਵਹਿ ਤਾਂ ਸੁਖ ਪਾਵਹਿ। ਨਾਹੀ ਤਾਂ ਜਾਹੇਗਾ ਜਨਮ ਗਵਾਈ ਰਹਾਉ। ਸਤਿਗੁਰ ਨੂੰ ਸੇਵ ਤੇ ਸੁਖ ਪ੍ਰਾਪਤ ਕਰੇਗਾ। ਜੇ ਸਤਿਗੁਰ ਦੀ ਸੇਵਹਿ ਦਾ ਮਤਲਬ ਬੰਦਗੀ ਸਿਮਰਨ ਨਹੀਂ ਕੀਤਾ, ਮਨ ਵਿੱਚ ਨਹੀਂ ਟਿਕਾਇਆ, ਮਹਾਰਾਜ ਕਹਿੰਦੇ ਜਨਮ ਗਵਾ ਕੇ ਜਾਏਗਾ ਜੀ ਰਹਾਉ। ਤ੍ਰੈ ਗੁਣ ਤਾਤ ਬਹੁ ਕਰਮ ਕਮਾਵਹਿ, ਹਰ ਰਸ ਸਾਧ ਨ ਆਇਆ। ਸੰਧਿਆ ਤਰਪਣ ਕਰਹਿ ਗਾਇਤਰੀ, ਬਿਨ ਬੂਝੇ ਦੁਖ ਪਾਇਆ। ਤ੍ਰੈ ਗੁਣ ਧਾਤ। ਧਾਤ ਦਾ ਮਤਲਬ ਕੀ ਹੈ? ਤ੍ਰੈ ਗੁਣ ਦੇ ਵਿੱਚ ਕੀਤੇ ਹੋਏ ਜਿੰਨੇ ਵੀ ਕਰਮ ਨੇ। ਤ੍ਰੈ ਗੁਣ ਮਾਇਆ, ਧਾਤ ਨੂੰ ਮਾਇਆ ਵੀ ਕਿਹਾ। ਤ੍ਰੈ ਗੁਣ ਧਾਤ, ਤਮੋ ਸਤੋ ਤੇ ਰਜੋ। ਤਮੋ ਗੁਣ, ਰਜੋ ਗੁਣ, ਸਤੋ ਗੁਣ। ਇਹ ਤਿੰਨ ਗੁਣਾਂ ਦੇ ਵਿੱਚ ਮਨ ਫਸਿਆ ਹੋਇਆ। ਤਮੋ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਆਸਾ ਤ੍ਰਿਸ਼ਨਾ, ਇਹ ਸਾਰਾ ਕੁਝ ਹੈ। ਅੱਗ ਵਾਲੀਆਂ ਚੀਜ਼ਾਂ, ਕਾਮ ਕ੍ਰੋਧ ਹੈ। ਫਿਰ ਰਜੋ ਗੁਣ ਦੇ ਵਿੱਚ ਨਿੰਦਾ ਚੁਗਲੀ ਦੁਐਸ਼ ਈਰਖਾ ਚੱਲਦੀ ਹੈ। ਸਤੋ ਗੁਣੋਂ ਦੇ ਵਿੱਚ ਅਸੀਂ ਦਾਨੀ ਪੁੰਨੀ ਹੋ ਜਾਂਦੇ ਹਾਂ, ਪਰ ਕਿੰਨਾ ਕੁ ਚਿਰ ਲਈ ਹੋ ਜਾਂਦੇ ਹਾਂ, ਫਿਰ ਪਾਪ ਦੇ ਵਿੱਚ ਆ ਕੇ ਡਿੱਗਦੇ ਹਾਂ। ਬਾਰੰਬਾਰ ਮਾਇਆ ਪੈ ਅਟਕੈ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੇਂ, ਹਰ ਰਸ ਸਾਧ ਨਾ ਆਇਆ। ਜੀਵਨ ਦਾ ਸਵਾਦ ਨਹੀਂ ਆਇਆ, ਜੀਵਨ ਦਾ ਆਨੰਦ ਨਹੀਂ ਆਇਆ। ਮਹਾਰਾਜ ਕਹਿੰਦੇ ਬਹਿ ਕੇ ਵੇਖੋ, ਅਜੇ ਆਨੰਦ ਨਹੀਂ ਆਇਆ ਜਿਸ ਆਨੰਦ ਦੀ ਗੱਲ ਕੀਤੀ ਹੈ। ਸੰਧਿਆ ਤਰਪਣ ਕਰਹਿ ਗਾਇਤਰੀ, ਪੜ ਪੁਸਤਕ ਸੰਧਿਆ ਬਾਦੰ। ਸਿਲ ਪੂਜਸ ਬਗੁਲ ਸਮਾਦੰ, ਮੁਖ ਝੂਠ ਵੀ ਭੁਖੰਗ ਸਾਰੰਗ। ਤ੍ਰੈਪਾਲ ਤੇ ਹਾਲ ਵਿਚਾਰੰ। ਤ੍ਰੈਪਾਲ ਮਤਲਬ ਤਿੰਨ ਤੁਕਾਂ ਵਾਲਾ। ਜੇ ਗਾਇਤਰੀ ਮੰਤਰ ਵੀ ਪੜ੍ਹ ਕੇ ਜੇ ਪਾਪ ਹੀ ਕਰਨਾ, ਜੇ ਹਾਕੀ ਮਾਰਨਾ, ਜੇ ਝੂਠ ਹੀ ਬੋਲਣਾ, ਜੇ ਮੌਕੇ ਦੀ ਤਲਾਸ਼ ਕਰਨੀ ਹੈ, ਜੇ ਮੌਕਾ ਮਿਲ ਜਾਏ ਤਾਂ ਛੱਡਣਾ ਨਹੀਂ ਹੈ। ਬਸ ਲੁੱਟ ਖਸੁੱਟ ਜੇ ਜਾਰੀ ਰੱਖਣੀ ਹੈ। ਮਹਾਰਾਜ ਕਹਿੰਦੇ ਕਰੀ ਜਾ। ਫਿਰ ਸੰਧਿਆ ਤਰਪਣ ਕਰਹਿ ਗਾਇਤਰੀ,
ਬਿਨ ਬੂਝੇ ਦੁੱਖ ਪਾਇਆ। ਜੇ ਜੀਵਨ ਦੀ ਜੁਗਤ ਨਹੀਂ ਸਮਝੀ, ਮਹਾਰਾਜ ਕਹਿੰਦੇ ਦੁੱਖ ਹੈ ਜੇ। ਸਤਿਗੁਰ ਸੇਵੇ ਸੋ ਵਡ ਭਾਗੀ, ਜਿਸਨੂੰ ਆਪ ਮਿਲਾਏ। ਹਰ ਰਸ ਪੀ ਜਨ ਸਦਾ ਤ੍ਰਿਪਤਾ ਸੇ, ਵਿੱਚੋਂ ਆਪ ਗਵਾਏ। ਸਤਿਗੁਰ ਨੂੰ ਸੇਵਣਾ, ਸਤਿਗੁਰ ਦੀ ਸੇਵਾ ਕਰਨੀ, ਬੰਦਗੀ ਕਰਨੀ ਵੱਡੇ ਭਾਗ ਨੇ ਭਾਈ। ਇੱਥੇ ਬੈਠੇ ਹੋਏ ਹਾਂ ਵੱਡੇ ਭਾਗਾਂ ਨਾਲ। ਥੋੜ੍ਹਾ ਥੋੜ੍ਹਾ ਮਨ ਨੂੰ ਜਾਗਰਤ ਕਰੀਏ। ਕੋਈ ਨਹੀਂ, ਮਨ ਟਿਕ ਜਾ ਮੇਰੇ ਮਨ, ਬਸ ਘੜੀ ਦੋ ਘੜੀ ਦਾ ਇਹ ਸਮਾਂ ਹੁੰਦਾ ਬੈਠਣ ਦਾ ਸੰਗਤ 'ਚ। ਟਿਕ ਜਾ, ਕੋਈ ਨਹੀਂ, ਤੰਗ ਨਾ ਕਰ। ਜਾਣਾ ਦੁਨੀਆ ਦੇ ਕਾਰਜ ਹੀ ਕਰਨੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਸਾਬਾਹੀ ਸਾਲਾ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ। ਕਹਿੰਦੇ ਜਿਸ ਵੇਲੇ ਮਨ ਕਹਿੰਦਾ ਨਾ ਚੱਲ ਉੱਠ ਕੇ ਚੱਲ, ਗੁਰੂ ਅਮਰਦਾਸ ਜੀ ਕਹਿੰਦੇ ਉਸ ਵੇਲੇ ਮਨ ਨੂੰ ਕਹਿ ਹੁਣ 2 ਘੜੀ ਟਿਕ ਕੇ ਦਿਖਾ, ਹੁਣ ਟਿਕ ਬਸ। ਜਿਸ ਵੇਲੇ ਮਨ ਨੇ ਕਹਿ ਚੱਲ ਚਲੀਏ, ਚੱਲ ਚਲੀਏ, ਉੱਠੀਏ, ਮਹਾਰਾਜ ਕਹਿੰਦੇ ਬਸ ਉਸ ਵੇਲੇ ਅੱਧੀ, ਵੈਸੇ ਤੇ ਕਬੀਰ ਸਾਹਿਬ ਕਹਿੰਦੇ 3 ਮਿੰਟ ਤੋਂ ਵੀ ਘੱਟ, 1.5 ਮਿੰਟ, ਜੇ ਇੰਨਾ ਕੁ ਚਿਰ ਹੋਰ ਟਿਕਾ ਲੈ ਮਨ ਨੂੰ, ਇਹਨੂੰ ਕਿਹਾ ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ। ਫਿਰ ਵਕਤ ਨਹੀਂ ਜਿੱਤੇਗਾ, ਫਿਰ ਗੁਰੂ ਕੇ ਸਿੱਖਾ ਤੂੰ ਜਿੱਤ ਜਾਏਗਾ ਵਕਤ। ਉੱਥੇ ਮਨ ਨੂੰ ਟਿਕਾ ਲਿਆ ਜਿੱਥੇ ਹੁਣ ਪਲੇਅਰਸ ਜਦ ਸਪੋਰਟਸ ਦੇ ਵਿੱਚ ਕੋਈ ਵੀ ਖੇਡ ਦੀ ਤਿਆਰੀ ਕਰਦੇ ਨੇ, ਜਦ ਪੂਰਾ ਹੰਬ ਜਾਂਦਾ ਨਾ ਪਲੇਅਰ, ਜਦ ਉਹ ਸਾਊ ਸਾਈ ਹੋ ਜਾਂਦਾ, ਫਿਰ ਉਹਦਾ ਕੋਚ ਕਹਿੰਦਾ ਕਿ ਹੁਣ, ਕਿਉਂਕਿ ਉਸ ਪਲੇਅਰ ਕਹਿੰਦਾ ਬਸ, ਕੋਚ ਕਹਿੰਦਾ ਹੁਣ ਜਿਹੜੀ ਪ੍ਰੈਕਟਿਸ ਕੀਤੀ ਹੈ ਨਾ, ਹੁਣ ਭਾਵੇਂ 1 ਮਿੰਟ ਹੋਰ ਕਰ ਲੈ, ਜੇ ਅੱਧਾ ਮਿੰਟ ਹੋਰ ਲਾ ਲੇਗਾ, ਇਹ ਜਿਹੜਾ ਅੱਧਾ ਮਿੰਟ ਤੇਰੀ ਕੀਤੀ ਹੋਈ ਪ੍ਰੈਕਟਿਸ, ਇਹ ਤੈਨੂੰ ਕਈ ਗੁਣਾ ਅੱਗੇ ਲੈ ਜਾਏਗੀ। ਤੂੰ 1 ਘੰਟੇ ਦੌੜਿਆ, ਇਹ ਤੇ ਤੇਰਾ ਰੂਟੀਨ ਸੀ। 1 ਘੰਟੇ ਦੇ ਉੱਤੇ ਜੇ ਤੂੰ 1 ਮਿੰਟ ਹੋਰ ਦੌੜ ਲੇਗਾ, ਜੇ 30 ਸੈਕਿੰਡ ਹੋਰ ਦੌੜ ਸਕਦਾ, ਫਿਰ ਤੂੰ, ਇਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ। ਜਦ ਵਕਤ ਜ਼ੋਰ ਪਾਏ ਨਾ, ਉਠੋ ਕਿ ਹੋਰ ਕੰਮ ਕਰਨੇ, ਮਨ ਕਹੇ ਹੋਰ ਇੱਥੇ ਜੋੜ। ਫਿਰ ਮਹਾਰਾਜ ਕਹਿੰਦੇ ਦੂਜੇ ਬਹੁਤੇ ਰਾਹ, ਮਨ ਕੀਆਂ ਮਤੀਆਂ ਖਿੰਡੀਆਂ। ਕਹਿੰਦੇ ਫਿਰ ਤੇ ਅਗਲਾ, ਫਿਰ ਤੇ ਮਨ ਦੀਆਂ ਮਤਾਂ ਹੀ ਖਿੰਡਣੀਆਂ ਨੇ। ਇਹ ਤੇ ਇੱਕ ਖਿੰਨ ਬਹਿ ਗਏ, ਇੱਕ ਖਿੰਨ ਬੈਠਿਆਂ ਨਾਮ ਜਪ ਲਿਆ, ਇੱਥੋਂ ਤੁਰ ਕੇ ਗਏ ਤੇ ਫਿਰ ਤੇ ਬਸ ਖਿਲਰ ਹੀ ਜਾਏਗਾ ਸਾਰਾ ਮਨ। ਬਹੁਤੇ ਪਏ ਅਸਗਾ ਗੋਤੇ ਖਾਏ ਨਾ ਨਿਕਲੈ। ਫਿਰ ਮਹਾਰਾਜ ਕਹਿੰਦੇ ਸਾਰਾ ਦਿਨ ਤੇ ਗੋਤੇ ਹੀ ਖਾਣੇ ਹੁਣ ਮਾਇਆ ਦੇ, ਹੁਣ ਤੇ ਡੁੱਬਣਾ ਹੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਆ ਇੱਕ ਖਿੰਨ ਮਿਲਿਆ, ਆ ਪਲ ਘੜੀ ਮਿਲੀ ਹੈ, ਇਹਨੂੰ ਟਿਕਾ ਲਈਏ, ਨਹੀਂ ਤੇ ਇਸ ਤੋਂ ਬਾਅਦ ਗੋਤੇ ਖਾਏ ਨਾ ਨਿਕਲੈ। ਸਾਰਾ ਦਿਨ ਤੇ ਸਾਰੀ ਰਾਤ ਹੁਣ ਗੋਤੇ ਹੀ ਨੇ ਅੱਗੇ। ਮਹਾਰਾਜ ਇਹ ਗੁਰੂ ਅਮਰਦਾਸ ਜੀ ਨੇ ਬੜਾ ਸਪਸ਼ਟ ਕਿਹਾ। ਇੱਥੇ ਵੀ ਸਾਹਿਬ ਜੀ ਕਹਿੰਦੇ ਆ, ਇਹ ਤ੍ਰੈ ਗੁਣ ਦੇ ਵਿੱਚ ਕਹਿੰਦੇ ਸਾਰੇ ਜੁੜੇ ਹੋਏ। ਸੰਧਿਆ ਤਰਪਣ ਕਰੈ ਗਾਇਤਰੀ ਬਿਨ ਬੂਝੈ ਦੁਖ ਪਾਏ, ਸਤਿਗੁਰ ਸੇਵੇ ਸੋ ਵਡ ਭਾਗੀ, ਜਿਸਨੂੰ ਆਪ ਮਿਲਾਏ। ਵੱਡੇ ਭਾਗ ਨੇ ਬੈਠੇ ਆ, ਹਰ ਰਸ ਪੀ ਜਨ ਸਦਾ ਤ੍ਰਿਪਤਾ ਸੇ। ਹੇ ਜਨ, ਵਾਹਿਗੁਰੂ ਦਾ ਨਾਮ ਰਸ ਪੀ ਤ੍ਰਿਪਤ ਹੋਏਗਾ, ਵਿੱਚੋਂ ਆਪ ਗਵਾਏ ਮੈਂ ਖਤਮ ਹੋਏਗੀ ਜੀ। ਇਹ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮਗ ਨਾ ਪਾਏ। ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ, ਘਰੈ ਅੰਦਰ ਸੱਚ ਪਾਏ। ਮਗ ਕਹਿੰਦੇ ਮਾਰਗ। ਇਹ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮਗ ਨਾ ਪਾਏ। ਗੁਰੂ ਤੋਂ ਬਿਨਾ ਮਾਰਗ ਨਹੀਂ ਮਿਲੇਗਾ, ਗੁਰੂ ਤੋਂ ਬਿਨਾ ਸੱਚੇ ਮਾਰਗ 'ਤੇ ਨਹੀਂ ਤੁਰੇਗਾ। ਜਿਸ ਮਾਰਗ 'ਤੇ ਤੁਰਿਆ ਦੁਨੀਆ ਕਹੇਗੀ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਿੱਥੇ ਉਸਤਤ ਹੋਣਗੀ ਉਹ ਮਾਰਗ ਨਹੀਂ ਗੁਰੂ ਤੋਂ ਬਿਨਾ। ਨਾਨਕ ਸਤਿਗੁਰ ਮਿਲੈ ਤਾਂ ਅੱਖੀਂ ਵੇਖੈ, ਘਰੈ ਅੰਦਰ ਸੱਚ ਪਾਏ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਅੱਖਾਂ ਨਾਲ ਵਿਖਾ ਦੇਣਗੇ ਕਿ ਇਹੀ ਸੱਚ ਹੈ, ਤੇ ਅੰਦਰ ਹੀ ਹਿਰਦੇ ਵਿੱਚ ਗੁਰੂ ਦੇ ਸ਼ਬਦ ਦੀ ਕਲਾ ਵਰਤੇਗੀ। ਅੱਜ ਦੀ ਲੜੀ ਦਾ ਆਖਰੀ ਸ਼ਬਦ ਸਰਵਣ ਕਰੀਏ ਜੇ। ਸੋਰਠ ਮਹਿਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ। ਸ਼ਬਦੇ ਦੇਹ 부ਝਾਈ। ਸੋਰਠ ਮਹੱਲਾ ਤੀਜਾ ਬੜਾ ਕਮਾਲ ਦਾ ਬਚਨ ਹੈ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਸਤਿਗੁਰ ਜੀ ਦੇ ਸਿਮਰਨ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਸਤਿਗੁਰ ਜੀ ਦੀ ਕੀਰਤੀ ਗਾਏ ਤੋਂ ਬਿਨਾਂ ਕਾਹਦਾ ਸੁੱਖ ਹੈ। ਗੁਰੂ ਅਮਰਦਾਸ ਜੀ 60 ਸਾਲ ਦੀ ਉਮਰ ਬਤੀਤ ਕਰਕੇ ਕਹਿੰਦੇ ਸੁੱਖ ਨਹੀਂ ਮਿਲਿਆ। ਜਿੱਧਰ ਮਰਜੀ ਭਾਵੇਂ ਮੈਂ ਤੁਰਿਆ ਫਿਰਿਆ, ਜਿੱਧਰ ਮਰਜੀ ਬਾਹਰੀ ਤੌਰ 'ਤੇ ਮੈਨੂੰ ਲੱਗਦਾ ਸੀ ਤੀਰਥਾਂ 'ਤੇ ਸੁੱਖ ਹੈ, ਪਰ ਸੁੱਖ 'ਤੇ ਹੋਰ ਹੀ ਕੋਈ ਅਵਸਥਾ ਹੈ। ਸਤਿਗੁਰੂ ਜੀ ਦੀ ਸਿਮਰਨ ਤੋਂ ਬਿਨਾਂ, ਹੁਕਮ ਮੰਨੇ ਤੋਂ ਬਿਨਾਂ ਬਹੁਤਾ ਦੁੱਖ ਲਾਗਾ। ਜੁਗ ਚਾਰੇ ਭਰਮਾਈ, ਮਨ ਭਰਮਦਾ ਫਿਰਦਾ, ਭਟਕਦਾ ਫਿਰਦਾ। ਹਮ ਦੀਨ ਤੁਮ ਜੁਗ ਜੁਗ ਦਾਤੇ। ਮੈਂ ਦੀਨ ਬਣ ਕੇ ਆਇਆ,
ਗੁਰੂ ਅਮਰਦਾਸ ਜੀ ਕਹਿੰਦੇ ਇੱਕ ਵਾਰੀ ਕਹਿ ਦੇ ਕਿ ਮੈਂ ਅਵਗੁਣਾ, ਬਸ ਇੱਕ ਵਾਰੀ ਮੰਨ ਜਾ ਮੈਂ ਗਲਤੀ ਕੀਤੀ ਹੈ। ਇਹ ਮੰਨ ਕੇ ਹੀ ਨਹੀਂ ਰਾਜੀ ਨਾ ਮਨ ਇਹ ਮੰਨ ਕੇ ਹੀ ਨਹੀਂ ਰਾਜੀ ਕਿ ਮੈਂ ਹਉਮੈ ਵਿੱਚ ਗੁੜਚਾਂ। ਗੁਰੂ ਅਮਰਦਾਸ ਜੀ ਕਹਿੰਦੇ ਇੱਕ ਵਾਰੀ ਆਪਣੇ ਆਪ ਨੂੰ ਦੀਨ ਕਹਿ ਦੇ, ਉਹ ਦੀਨ ਨੂੰ ਗੱਲ ਲਾਉਣ ਵਾਲਾ ਹੈ। ਅਸੀਂ ਦੀਨ ਬਣ ਕੇ ਰਾਜੀ ਨਹੀਂ, ਤੇ ਅਸੀਂ ਕਹਿੰਦੇ ਹਾਂ ਸਾਡੇ ਤੇ ਕਿਰਪਾ ਨਹੀਂ ਹੁੰਦੀ। ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ 부ਝਾਈ। ਆਪਣੀ ਗਿਆਨ ਰੂਪੀ ਬਖਸ਼ਿਸ਼ ਦੇ ਨਾਲ ਸਤਿਗੁਰੂ ਜੀ ਸਾਨੂੰ ਬੂਝ ਦਿਓ, ਸੋਝੀ ਦਿਓ। ਕਿਹੜੀ ਸੋਝੀ? ਕਿ ਸੱਚੀ ਸਿੱਖਿਆ ਪਤਾ ਕੀ ਹੈ? ਕਿ ਗੁਰ ਕੀ ਮੱਤ ਜਿਹੜੀ ਹੈ ਨਾ, ਗੁਰ ਕੀ ਮੱਤ ਤੂੰ ਲੇਹ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ। ਆਪਣੇ ਆਪ ਨੂੰ ਵੱਡੇ ਵੱਡੇ ਕਹਿਣ ਵਾਲੇ ਡੁੱਬ ਗਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਉਹ ਤਰ ਗਏ ਜੀ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ ਰਹਾਓ। ਕਿੰਨਾ ਪਿਆਰਾ ਲਫ਼ਜ਼ ਹੈ ਹਰ ਜੀਓ। ਹਰ ਇੱਕ ਦੀ ਜਿੰਦ ਦੇ ਵਿੱਚ ਵਸਣ ਵਾਲਾ ਹਰ ਜੀਓ ਲਫ਼ਜ਼ ਦੱਸਿਆ। ਜੀਓ ਜਿੰਦ ਕਹਿੰਦੇ ਆ, ਅੰਦਰ ਦੀ ਆਤਮਾ, ਅੰਦਰ ਦੇ ਜਿੰਦ। ਜੀਓ, ਪੀਓ, ਹੀਓ, ਜੀਓ, ਇਹ ਸਾਰੇ ਲਫ਼ਜ਼ ਕਿੰਨੇ ਪਿਆਰੇ ਨੇ। ਪੀਓ ਲਵ ਨੂੰ, ਪਿਓ ਰੱਬ ਨੂੰ ਆਖਿਆ। ਜੀਓ ਜਿਹੜੇ ਰੱਬ ਦੀ ਜਿੰਦ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਮੇਰੇ ਜਿੰਦ ਦੇ ਮਾਲਕ ਮੇਰੇ ਤੇ ਰਹਿਮਤ ਕਰ। ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਹੇ ਵਾਹਿਗੁਰੂ, ਸਤਿਗੁਰੂ ਦਾ ਮੇਲ ਕਰਾ। ਸਤਿਗੁਰੂ ਕੋਲ ਕਿਵੇਂ ਬੈਠਣਾ, ਕਿਵੇਂ ਸਤਿਗੁਰੂ ਕੋਲ ਜਾਈਦਾ, ਇਹ ਵਾਹਿਗੁਰੂ ਨੇ ਮੱਤ ਦੇਣੀ ਹੈ। ਵਾਹਿਗੁਰੂ ਦੀ ਕਿਰਪਾ ਹੋਏਗੀ, ਗੁਰੂ ਮਿਲੇਗਾ, ਤੇ ਫਿਰ ਗੁਰੂ ਰਹਿਮ ਕਰੇਗਾ ਤੇ ਪ੍ਰਭੂ ਵਿੱਚ ਮਿਲਾ ਦੇਗਾ। ਇਹ ਸ਼ਬਦ ਇਹ ਹੈ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਨਾਮ ਦੀ ਦਾਤ ਦਿਓ ਰਹਾਓ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ, ਹਰ ਰਸ ਚਾਖ ਮਨ ਨਿਰਮਲ ਹੋਵਾ, ਕਿਲ ਬਿਖ ਕਾਟਣ ਹਾਰਾ। ਮਨਸਾ, ਮਨਸਾ, ਮਨੀਸ਼ਾ ਲਫ਼ਜ਼ ਜਿਹੜਾ ਅਸੀਂ ਵਰਤਦੇ ਹਾਂ ਨਾ ਅੱਜ ਕੱਲ੍ਹ, ਮਨੀਸ਼ਾ, ਮਨ ਦੀਆਂ ਇੱਛਾਵਾਂ ਤੋਂ ਮਨੀਸ਼ਾ ਲਫ਼ਜ਼ ਬਣਿਆ। ਮਨਸਾ ਲਫ਼ਜ਼ ਹੀ ਮਨਸਾ, ਮਨ ਦੀਆਂ ਇੱਛਾਵਾਂ। ਵੈਸੇ ਇਹ ਲਫ਼ਜ਼ ਮਨ ਪਲੱਸ ਆਸਾ ਤੋਂ ਬਣਿਆ। ਮਨਸਾ, ਮਨਸਾ, ਮਨ ਦੀ ਆਸਾ ਜਿਹੜੀ ਹੈ ਨਾ ਬੜੀ ਤੰਗ ਕਰਦੀ ਹੈ। ਇੱਕ ਅੱਧੀ ਹੋਏ ਤੇ ਪੂਰੀ ਹੋ ਜਾਏ, ਪਰ ਇਹ ਮਨ ਇੰਨਾ ਅਵੈੜਾ, ਇੱਕ ਤੋਂ ਦੋ, ਦੋ ਤੋਂ ਤਿੰਨ। ਬਾਬਾ ਫਰੀਦ ਕਹਿੰਦੇ ਜਿਵੇਂ ਕੂੰਜਾਂ ਉੱਡਦੀਆਂ ਜਾਂਦੀਆਂ ਨੇ ਨਾ, ਕਹਿੰਦੇ ਆਸਾਵਾਂ ਇਉਂ ਅਸਮਾਨ ਤੇ, ਇੱਕ ਲੰਗੀ ਦੂਜੀ ਤੀਜੀ ਚੌਥੀ, ਮੁੱਕਦੀ ਨਹੀਂ ਆ ਆਸਾਵਾਂ। ਆਹ ਮਨਸਾ ਹੀ ਬੜੀ ਤੰਗ ਕਰਦੀ ਹੈ। ਇੱਕ ਅੱਧੀ ਹੋਏ ਤੇ ਮੈਂ ਧੋ ਲਾਂ, ਮੈਂ ਪੂਰੀ ਕਰ ਲਾਂ। ਏਕ ਨਾ ਭਰੀਆ ਗੁਣ ਕਰ ਧੋਵਾਂ, ਇੱਕ ਅੱਧੀ ਹੋਏ ਤੇ ਮੈਂ ਧੋ ਲਾਂ, ਮੇਰੇ ਪਾਪ ਇੱਕ ਅੱਧੇ ਮੈਂ ਧੋ ਲਾਂ। ਪਰ ਇਹ ਤੇ ਮੁੱਕਦੀਆਂ ਹੀ ਨਹੀਂ, ਪੂਰਾਂ ਦੇ ਪੂਰ ਨੇ। ਇਹਨਾਂ ਮਨਸਾਵਾਂ ਨੂੰ ਮਾਰਨਾ ਜ਼ਰੂਰੀ ਹੈ ਸਿਮਰਨ ਕਰਨ ਲੱਗਿਆਂ, ਇਹਨੂੰ ਰੋਕਣਾ ਜ਼ਰੂਰੀ ਹੈ। ਪਰਮੇਸ਼ਰ ਦਿੱਤਾ ਬੰਨਾ, ਬੰਨੇ ਦੇ ਬੜੇ ਅਰਥ ਨੇ। ਪੁੱਤਰ ਨੂੰ ਵੀ ਬੰਨਾ ਕਿਹਾ, ਲਾੜੇ ਨੂੰ ਵੀ ਬੰਨਾ ਕਿਹਾ। ਪਾਣੀ ਵਾਰ ਨਹੀਂ ਬੰਨੋ ਦੀਏ ਮਾਏ, ਆ ਪੰਜਾਬੀ ਦਾ ਲਫ਼ਜ਼ ਬੰਨੋ। ਪੁੱਤਰ ਨੂੰ ਕਿਹਾ ਬੰਨਾ, ਬੰਨ ਲਾ ਦੇਣਾ। ਪਾਣੀ ਦਾ ਵਹਾਅ ਜਿੱਥੋਂ ਤੁਰਦਾ, ਜਿੱਥੇ ਮਨਸਾਵਾਂ ਦਾ ਹਾੜਾ ਆ ਰਿਹਾ, ਉੱਥੇ ਰੋਕ ਲਾ ਤੂੰ ਮਨ ਦੇ ਉੱਤੇ। ਮਨਸਾ ਮਾਰ ਦੁਬਦਾ, ਤੇ ਮਨ ਦੀ ਦੁਬਦਾ ਕੀ ਹੈ ਕਿ ਮਨ ਮੈਨੇ ਜੀ ਨਹੀਂ, ਇੱਧਰ ਹੈ ਉਹ ਵੀ ਆਸਰਾ, ਉਹ ਵੀ ਆਸਰਾ, ਸਭ ਕੁਝ ਛੱਡ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤਿਆ। ਪੂਰਨ ਵਿਸ਼ਵਾਸ ਰੱਖ ਗੁਰੂ ਦੇ ਉੱਤੇ, ਸਹਿਜ ਸਮਾਣੀ ਦੇਖ ਤੇਰਾ ਮਨ ਟਿਕ ਜਾਏਗਾ। ਪਾਇਆ ਨਾਮ ਅਪਾਰਾ, ਮਹਿੰਗਾ ਨਾਮ ਮਿਲੇਗਾ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਵਿਖ ਕਾਟਨ ਹਾਰਾ। ਫਿਰ ਤੇਰੀ ਜੇਬਾ ਪ੍ਰਭੂ ਦੇ ਨਾਮ ਰਸ ਨੂੰ ਚਖੇਗੀ, ਤੇ ਉਹ ਨਾਮ ਰਸ ਚਖਦਿਆਂ ਤੇਰੇ ਕਰੋੜਾਂ ਪਾਪਾਂ ਦੀ ਫਾਹੀ ਵੱਢ ਜਾਏਗੀ। ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਬੰਦ ਖਲਾਸੀ ਵਾਲੀ ਅਵਸਥਾ ਤੱਕ ਪਹੁੰਚਾਂਗੇ ਜੀ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਪਾਵੈ ਕੋਈ। ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਤੇ ਅਗਲੇ ਸ਼ਬਦੇ ਲਫ਼ਜ਼ ਹੈ। ਸ਼ਬਦ ਮਰੋ, ਸ਼ਬਦ ਦੇ ਵਿੱਚ ਮਨ ਨੂੰ ਮਾਰੋ, ਬਾਣੀ ਦੇ ਵਿੱਚ ਦਾਇਰੇ ਵਿੱਚ ਰੱਖੋ ਮਨ ਨੂੰ ਸ਼ਬਦ ਦੇ। ਸ਼ਬਦ ਇਹ ਕਹਿੰਦਾ ਮਨ ਕੁਝ ਹੋਰ ਕਹਿ ਰਿਹਾ। ਮਨ ਕੀ ਕਹਿ ਰਿਹਾ? ਮਨ ਕਹਿ ਰਿਹਾ ਜੀ ਪਾਪ ਕਰਨਾ, ਨਹੀਂ। ਮਨ ਕਹਿ ਰਿਹਾ ਕਿ ਮਨ ਉਹ ਕਰੇ ਜੋ ਸ਼ਬਦ ਕਹਿ ਰਿਹਾ।
ਸ਼ਬਦ ਇਹ ਕਹਿ ਰਿਹਾ ਮਨ ਸਹਿਜ ਵਿੱਚ ਹੋ, ਬਹੁਤਾ ਬੋਲਣ ਚਖਣ ਹੋਵੇ। ਮਨ ਨੂੰ ਇਹ ਸਮਝਾ, ਜਿੱਥੇ ਬੋਲਣ ਹਾਰੀ ਹੈ ਤਿੱਥੈ ਚੰਗੀ ਚੁੱਪ। ਮਨ ਨੂੰ ਇਹ ਸਮਝਾ। ਇਹ ਹੈ ਸ਼ਬਦ ਵਿੱਚ ਮਨ ਨੂੰ ਮਾਰ ਲੈਣਾ, ਮਨ ਨੂੰ ਕਾਬੂ ਕਰ ਲੈਣਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਫਿਰ ਮੌਤ ਨਹੀਂ, ਆਤਮਿਕ ਮੌਤ ਨਹੀਂ ਹੈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਪਾਵੈ ਕੋਈ। ਕੋਈ ਵਿਰਲਾ ਇਸ ਅੰਮ੍ਰਿਤ ਨਾਮ ਦੀ ਦਾਤ ਨੂੰ ਗੁਰੂ ਪਾਸੋਂ ਪ੍ਰਾਪਤ ਕਰਦਾ ਹੈ ਜੀ। ਦਾਤੈ ਦਾਤ ਰੱਖੀ ਹੱਥ ਆਪਣੈ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇ। ਪਰ ਇਹ ਕੋਈ ਕਹੀਏ ਕਿ ਮੈਂ ਆਪਣੀ ਹੁਜਤ ਨਾਲ ਫਿਰ ਇਵੇਂ ਮਨ ਨੂੰ ਸ਼ਬਦ ਵਿੱਚ ਮਾਰ ਸਕਦਾ? ਨਹੀਂ, ਇਹ ਤੇ ਦਾਤ ਹੈ ਪ੍ਰਭੂ ਦੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਹਾਂ ਨਦਰ ਹੈ, ਇਹ ਹੈ ਦਾਤੈ ਦਾਤ ਰੱਖੀ ਹੱਥ ਆਪਣੈ, ਜਿਸ ਭਾਵੈ ਤਿਸ ਦੇਈ। ਰਾਮਾ ਜੀ ਤੇ ਗੁਰੂ ਰਾਮਦਾਸ ਜੀ ਦੋਨਾਂ ਨੂੰ ਕਿਹਾ ਸੀ ਥੜੇ ਬਣਾਓ, ਤੇ ਭਾਈ ਰਾਮਾ ਜੀ ਕਹਿੰਦੇ 3 ਦਿਨਾਂ ਬਾਅਦ ਮੈਥੋਂ ਨਹੀਂ ਬਣਦੇ ਥੜੇ। ਕਿਉਂ? ਇਹ ਸਵੇਰੇ ਬਣਵਾਉਂਦੇ ਹੋ, ਰਾਤੀ ਢਵਾ ਦਿੰਦੇ ਹੋ। ਕਹਿੰਦੇ ਫਿਰ ਬਣਾ ਲਓ। ਕਹਿੰਦੇ ਤੁਹਾਡੀ ਉਮਰ ਬੜੀ ਹੋ ਗਈ ਹੈ ਪਿਤਾ ਗੁਰੂ ਜੀ, ਮੱਤ ਤੁਹਾਡੀ ਪਤਾ ਨਹੀਂ ਲੱਗਦੀ, ਸਵੇਰੇ ਕੁਝ ਹੋਰ ਕਹਿੰਦੇ ਹੋ, ਸ਼ਾਮੀ ਕੁਝ ਹੋਰ। 7 ਦਿਨ ਗੁਰੂ ਰਾਮਦਾਸ ਜੀ ਨੇ ਥੜੇ ਬਣਾਏ, ਤੇ 7ਵੇਂ ਦਿਨ ਕਹਿਤਾ ਇਹ ਮੈਥੋਂ ਨਹੀਂ ਬਣਨਾ। ਪਰ ਫਰਕ ਇਹ ਸੀ, ਰਾਮਾ ਜੀ ਕਹਿੰਦਾ ਤੁਹਾਡੀ ਮੱਤ ਬੌਰੀ ਹੋ ਗਈ, ਪਤਾ ਨਹੀਂ ਲੱਗਦਾ ਸਵੇਰੇ ਸ਼ਾਮ ਦਾ, ਉਮਰ ਜ਼ਿਆਦਾ ਹੋ ਗਈ ਹੈ। ਤੇ ਗੁਰੂ ਰਾਮਦਾਸ ਜੀ ਕਹਿੰਦੇ ਸਤਿਗੁਰੂ ਜੀ ਮੇਰੀ ਮੱਤ ਬੌਰੀ, ਮੈਂ ਰਾਮ ਵਿਸਾਰਿਆ। ਮੇਰੀ ਮੱਤ ਬੌਰੀ ਹੋ ਗਈ ਹੈ, ਸਵੇਰੇ ਤੁਸੀਂ ਦੱਸ ਕੇ ਜਾਂਦੇ ਹੋ, ਮੈਂ ਭੁੱਲ ਜਾਂਦਾ। ਇਹ ਦਾਤ ਹਾਸਲ ਕਰਨ ਦੀ ਜੁਗਤ ਹੈ। ਦਾਤ ਕਿਵੇਂ ਲੈਣੀ ਹੈ? ਗੁਰੂ ਦੇ ਸ਼ਬਦ ਤੋਂ ਦਾਤ ਐਵੇਂ ਹਾਸਿਲ ਕਰੀਦੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਦਾਤੈ ਦਾਤ ਰੱਖੀ ਹੱਥ ਆਪਣੈ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ। ਸਾਰਿਆਂ ਨੂੰ ਸੁਖ ਮਿਲਣ ਭਾਈ, ਕਿਸੇ ਨੂੰ ਦੇਹ ਦਾ ਰੋਗ ਨਾ ਲੱਗੇ, ਕਿਸੇ ਨੂੰ ਮਨ ਦੇ ਰੋਗ ਨਾ ਲੱਗਣ। ਸਿਹਤਯਾਬੀ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਣ, ਉਦਮ ਬਖਸ਼ਣ। ਸੂਰਠ ਮਹਿਲਾ ਤੀਜਾ। ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ, ਗਤ ਮਤ ਤਦ ਹੀ ਪਾਏ। ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ। ਸੋਰਠ ਮਹੱਲਾ ਤੀਜਾ। ਅੱਜ ਹੁਕਮਨਾਮਾ ਵੀ ਸੋਰਠ ਰਾਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ, ਔਰ ਇਹ ਸ਼ਬਦ ਵੀ ਸੋਰਠ ਰਾਗ ਦੀ ਲੜੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ। ਇੱਥੇ ਸੇਵੇ ਦਾ ਮਤਲਬ ਸੇਵਾ, ਸਿਮਰਨ, ਬੰਦਗੀ। ਜਦ ਅਸੀਂ ਕੋਈ ਧਰਮ ਦਾ ਕਾਰਜ ਕਰਨ ਲੱਗਦੇ ਹਾਂ ਤੇ ਸਾਡੇ ਮਨ ਦੇ ਵਿੱਚ ਬੜਾ ਉਮਾ ਅਤੇ ਉਤਸ਼ਾਹ ਹੁੰਦਾ ਹੈ, ਪਰ ਨਾਲ ਹੀ ਮਨ ਅਵੈੜਾ ਜਿਹੜਾ ਦੂਸਰਾ ਖਿਆਲ ਪੈਦਾ ਕਰ ਦਿੰਦਾ ਹੈ ਕਿ ਚਲੋ ਕੱਲ੍ਹ ਕਰਾਂਗੇ। ਭਾਵੇਂ ਬਾਣੀ ਪੜ੍ਹਨੀ, ਸੇਵਾ ਕਰਨੀ, ਕੋਈ ਵੀ ਖਿਆਲ ਸਾਡੇ ਮਨ 'ਚ ਪੈਦਾ ਹੋਏ। ਪਰ ਸੱਚ ਤਾਂ ਇਹ ਹੈ ਕਿ ਇਹ ਜਿਹੜਾ ਮਨ ਹੈ ਬਹੁਤ ਚੰਚਲ ਹੈ। ਇਹ ਤੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਜਿੱਥੋਂ ਲਾਹਾ ਮਿਲਣਾ ਉੱਥੇ ਢਿੱਲਾ ਹੋ ਜਾਂਦਾ ਹੈ। ਜਿੱਥੇ ਟੋਟਾ ਹੈ, ਭਾਵ ਸੰਸਾਰ ਦੇ ਵਿੱਚ ਅਸੀਂ ਸਮਾਂ ਬਤੀਤ ਕਰ ਰਹੇ ਹਾਂ, ਉੱਥੇ ਭਜਿਆ ਜਾਂਦਾ ਹੈ, ਜਿਹਦਾ ਸਾਨੂੰ ਨੁਕਸਾਨ ਹੀ ਹੈ। ਕਿਉਂਕਿ ਸਾਨੂੰ ਇਹ ਪਤਾ ਹੈ ਕਿ ਦੁਨੀਆ ਵਿੱਚ ਲਾਇਆ ਹੋਇਆ ਚਿੱਤ, ਕੀਤਾ ਹੋਇਆ ਮੋਹ ਅੰਤ ਦੇ ਵਿੱਚ ਖਤਮ ਹੀ ਹੋਣਾ ਹੈ। ਉਸ ਮੋਹ ਦਾ ਕੁਝ ਨਹੀਂ ਨਿਕਲਣਾ, ਉਹਦੇ ਹੱਥ ਕੁਝ ਨਹੀਂ ਆਉਣਾ, ਮਹਾਰਾਜ ਕਹਿੰਦੇ। ਪਰ ਜੇ ਇਹ ਚਿੱਤ ਕਰਕੇ ਗੁਰੂ ਦੇ ਸ਼ਬਦ ਵਿੱਚ ਜੁੜ ਜਾਏ ਮਨ, ਫਿਰ ਇਹਦਾ ਲਾਹਾ ਬੜਾ ਹੋਣਾ। ਫਿਰ ਦੁਨੀਆ ਮੋਹ ਤੋਂ ਵੀ ਮਨ ਨਿਰਲੇਪ ਹੋ ਜਾਏਗਾ। ਸਤਿਗੁਰ ਸੇਵੇ ਤਾਂ ਸਹਿਜ ਧੁਨ। ਸਹਿਜ ਧੁਨ ਦਾ ਮਤਲਬ ਹੈ ਸਹਿਜ ਰੂਪ ਦੇ ਵਿੱਚ, ਇੱਕ ਧੁਨ ਦੇ ਵਿੱਚ ਜਿਹੜੀ ਚੀਜ਼ ਤੁਰ ਪੈਂਦੀ ਹੈ। ਜਿਸ ਤਰ੍ਹਾਂ ਲਗਾਤਾਰ ਬੰਦਾ ਕਹਿੰਦਾ ਨਾ ਕਿ ਯਾਰ ਇਹ ਕੰਮ ਜਿਹੜਾ ਬੰਦਾ ਕਰਦਾ ਹੈ ਕੋਈ ਧੁਨ ਦੇ ਵਿੱਚ ਕਰਦਾ ਹੈ, ਪਤਾ ਨਹੀਂ ਕਿਹੜੀ ਧੁਨ ਵਿੱਚ ਇਹ ਕੰਮ ਕਰਦਾ ਹੈ। ਇਹਦਾ ਇੱਕ ਇਹ ਅਰਥ ਹੈ। ਦੂਸਰਾ ਅਰਥ ਸਹਿਜ ਧੁਨ ਦਾ ਇਹ ਕੀਤਾ ਹੈ
कि अंदर दे ਜਿਹੜੇ ਅਨਹਦ ਸ਼ਬਦ ਨੇ ਉਹਨਾਂ ਨੂੰ ਵੀ ਸ਼ਾਇਦ ਸਹਿਜ ਧੁਨ ਕਈ ਵਿਦਵਾਨਾਂ ਨੇ ਆਖਿਆ। ਇੱਥੇ ਜਿਹੜਾ ਬਾਹਰੀ ਅਰਥ ਹੈ ਪ੍ਰਭੂ ਦੀ ਬੰਦਗੀ ਕੀਤਿਆਂ ਇੱਕੋ ਇੱਕ ਧੁਨ ਲੱਗ ਜਾਂਦੀ ਹੈ। ਫਿਰ ਗੁਰੂ ਕਾ ਸਿੱਖ ਇਹ ਆਖਦਾ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਇਹ ਧੁਨ ਐਸੀ ਅੰਦਰ ਲੱਗ ਜਾਂਦੀ ਹੈ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਜਿਸ ਤਰ੍ਹਾਂ ਆਪ ਸੰਗਤਾਂ ਨੂੰ ਗੁਰੂ ਘਰ ਆਉਣ ਦੀ ਚੇਟਕ ਲੱਗੀ ਹੈ, ਅੰਦਰ ਧੁਨ ਹੁੰਦੀ ਹੈ, ਰਾਤ ਸੌਣ ਲੱਗਿਆ ਮਨ 'ਚ ਖਿਆਲ ਸਵੇਰੇ ਉੱਠ ਕੇ ਜਾਣਾ ਗੁਰੂ ਘਰ, ਅਤੇ ਸਵੇਰੇ ਵੀ ਕਿਸੇ ਦੀ ਪਰਵਾਹ ਨਹੀਂ ਕਰਕੇ ਸਭ ਭਾਵੇਂ ਕੋਈ ਆ ਜਾਏ ਘਰ ਨਹੀਂ ਆਏ ਤੁਸੀਂ ਕਿਹਾ ਬਈ ਸਾਡਾ ਤਾਂ ਸਮਾਂ ਇਹ ਜਾਣਦਾ। ਇਹ ਕਿਰਪਾ ਹੁੰਦੀ ਹੈ ਜਦ ਚੰਗੇ ਕੰਮ ਲਈ ਗੁਰੂ ਵੱਲ ਬੰਦਾ ਤੁਰਦਾ। ਗਤ ਮਤ ਤਦ ਹੀ ਪਾਏ, ਅਸਲ ਗਤ ਅਸਲ ਮਤ ਧਰਮ ਦੇ ਇਸ ਕਾਰਜ ਦੇ ਵਿੱਚ ਤੁਰਿਆਂ ਹੀ ਮਿਲਦੀ ਹੈ। ਹਰ ਕਾ ਨਾਮ ਸੱਚਾ ਮਨ ਵਸਿਆ। ਫਿਰ ਲਗਾਤਾਰ ਅਸੀਂ ਕਹਿੰਦੇ ਹਾਂ ਕਿ ਸ਼ੁਰੂ ਤੋਂ ਹੀ ਨਹੀਂ, ਸਮਾਂ ਲੱਗਦਾ ਜਦ ਗੁਰੂ ਦੇ ਸ਼ਬਦ ਵਿੱਚ ਅਸੀਂ ਮਨ ਜੋੜਨ ਦਾ ਯਤਨ ਕਰਦੇ ਹਾਂ। ਕਈ ਸਾਲ ਲੱਗਦੇ ਆ ਕਈ ਵਾਰੀ ਤੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਣ ਲਈ। ਕਈ ਵਾਰੀ ਗੁਰੂ ਕਿਰਪਾ ਕਰਨ ਤੇ ਇੱਕ ਖਿੰਨ ਵਿੱਚ ਵੀ ਹੋ ਜਾਂਦਾ, ਪਰ ਗੁਰੂ ਦੀ ਕਿਰਪਾ ਨਾਲ ਇਹ ਸਹਿਜ ਹੈ। ਇਹ ਧੱਕੇ ਵਾਲਾ ਮਾਰਗ ਨਹੀਂ, ਇਹ ਚਿੱਥੇ ਪੈਣ ਵਾਲਾ ਮਾਰਗ ਨਹੀਂ। ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ, ਨਾਮੇ ਨਾਮ ਸਮਾਏ। ਫਿਰ ਇਹ ਨਹੀਂ ਕਿ ਇਕੱਲਾ ਅੱਧਾ ਘੰਟਾ ਪੌਣਾ ਘੰਟਾ ਸੰਗਤ ਕੀਤੀ ਤੇ ਘਰ ਚਲੇ ਗਏ ਸਭ ਕੁਝ ਭੁੱਲ ਗਏ, ਨਹੀਂ। ਇੱਥੇ ਕੀਤੀ ਹੋਈ ਸੰਗਤ ਸਾਰਾ ਦਿਨ ਅਸਰ ਰਹਿੰਦਾ, ਸਾਰਾ ਦਿਨ ਇਹ ਗੁਰੂ ਦੇ ਸ਼ਬਦ ਤੇ ਨਾਮ ਦੇ ਵਿੱਚ ਮਨ ਜੁੜਦਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਅਵਸਥਾ ਜਿਹੜੀ ਹੈ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਜਿਵੇਂ ਚਿੱਕੜ ਵਿੱਚ ਕਮਲ ਦਾ ਫੁੱਲ ਖਿੜਿਆ ਹੁੰਦਾ, ਇਵੇਂ ਗੁਰੂ ਕਾ ਸਿੱਖ ਵਿਰਲਾ ਮਾਇਆ ਦੇ ਮੋਹ ਦੇ ਵਿੱਚ ਵੀ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਹੁੰਦਾ ਹੈ। ਇਸ ਤਰ੍ਹਾਂ ਜਦ ਮਨ ਦੇ ਵਿੱਚ ਗੁਰੂ ਦੀ ਬਖਸ਼ਿਸ਼ ਰੂਪੀ ਨਾਮ ਸ਼ਬਦ ਵਸਦਾ ਹੈ, ਗੁਰੂ ਦੀ ਕਿਰਪਾ ਨਾਲ ਇਹ ਧੁਨ ਸਹਿਜ ਅਵਸਥਾ ਦੇ ਵਿੱਚ ਤੁਰ ਪੈਂਦੀ ਹੈ ਔਰ ਮਨ ਜੁੜਦਾ ਹੈ ਜੀ। ਬਿਨ ਸਤਿਗੁਰ ਸਭ ਜਗ ਬਉਰਾਨਾ, ਮਨ ਮੁਖ ਅੰਧਾ ਸ਼ਬਦ ਨ ਜਾਣੈ, ਝੂਠੈ ਭਰਮ ਭੁਲਾਨਾ ਰਹਾਉ। ਇਸ ਸ਼ਬਦ ਦੀ ਰਹਾਉ ਦੀ ਤੁਕ ਇਹ ਹੈ ਬਿਨ ਸਤਿਗੁਰ ਸਭ ਜਗ ਬਉਰਾਨਾ। ਇੱਥੇ ਬੌਰਾ ਹੁਣ ਦੋ ਲਫ਼ਜ਼ਾਂ ਦੇ ਵਿੱਚ ਬੌਰਾ ਆਇਆ। ਇੱਕ ਤੇ ਬੰਦਗੀ ਕਰਨ ਵਾਲੇ ਨੂੰ ਵੀ ਬੌਰਾ ਆਖਿਆ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਜਦ ਅਸੀਂ ਤੁਰੇ ਸੀ ਤੇ ਲੋਕਾਂ ਨੇ ਕਿਹਾ ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਹਾਂ ਮੈਂ ਬੌਰਾ, ਮੈਨੂੰ ਹੋਰ ਕਿਸੇ ਦੀ ਮਨ ਦੇ ਅੰਦਰ ਚੇਤਨ ਵਾਲੀ ਜਾਂ ਚਿੰਤਾ ਨਹੀਂ, ਮੈਨੂੰ ਤੇ ਸਿਰਫ ਇੱਕੋ ਹੀ ਚੇਤਨ ਅਵਸਥਾ ਹੈ ਕਿ ਮੈਂ ਪ੍ਰਭੂ ਨੂੰ ਧਿਆਉਣਾ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜਿਹੜਾ ਹਰ ਯੁੱਗ ਦੇ ਵਿੱਚ ਰੱਖਣ ਵਾਲਾ ਭਗਤਾਂ ਦੀ ਇੱਕੋ ਜਿਹਾ ਹਰ ਥਾਂ 'ਤੇ। ਹੁਣ ਦੂਸਰਾ ਬੌਰਾਨਾ, ਵੈਸੇ ਤੇ ਬਾਣੀ ਦੇ ਵਿੱਚ ਇੱਕ ਸ਼ਬਦ ਹੋਰ ਪੜ੍ਹਦੇ ਹਾਂ, ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ। ਕਿ ਇਹਦਾ ਮਤਲਬ ਸਿਆਣੀ ਦਾ ਮਤਲਬ ਇਹ ਹੈ ਕਿ ਬੰਦੇ ਆਪਣੇ ਆਪ ਨੂੰ ਚਤੁਰ ਸਿਆਣਾ ਸਮਝਦੇ ਨੇ, ਪਰ ਬੰਦਗੀ ਕਰਨ ਵਾਲਾ ਬਹੁਤ ਭੋਲਾ ਹੋ ਜਾਂਦਾ। ਉਹ ਅੰਦਰੋਂ ਸਿਆਣਾ ਹੁੰਦਾ, ਬਾਹਰੋਂ ਭੋਲਾ ਹੋ ਜਾਂਦਾ। ਕੁਦਰਤੀ ਰੱਬ ਦੀ ਕਲਾ ਵਰਤਦੀ ਹੈ, ਉਹ ਸੰਸਾਰ ਦੇ ਵਲ ਛਲ ਤੋਂ ਬਿਲਕੁਲ ਨਿਰਲੇਪ ਹੋ ਜਾਂਦਾ। ਹੁਣ ਜਿਹੜੇ ਵਲ ਛਲ ਕਰਦੇ ਨੇ ਉਹ ਬੜੇ ਸਿਆਣੇ ਆਪਣੇ ਆਪ ਨੂੰ, ਪਰ ਸੱਚੀ ਗੱਲ ਹੈ ਸਾਹਿਬ ਜੀ ਕਹਿੰਦੇ ਬਿਨ ਸਤਿਗੁਰ ਸਭ ਜਗ ਬੌਰਾਨਾ। ਅਸੀਂ ਬੌਰੇ ਫਿਰਦੇ ਹਾਂ, ਸਾਨੂੰ ਸਮਝ ਨਹੀਂ ਆਉਂਦਾ ਦੁੱਖਾਂ 'ਚ ਕਿਹਦਾ ਪੱਲਾ ਫੜੀਏ। ਇਹ ਸਾਡੇ ਆਲੇ ਦੁਆਲੇ ਜਿਹੜੀ ਤੱਤੀ ਵਾਹ ਚੱਲਦੀ ਹੈ, ਸਦਾ ਹੀ ਮਨ ਸਦਾ ਹੀ ਚਿੰਤਤ ਰਹਿੰਦਾ। ਇਹ ਸੱਚੀ ਬੌਰਾਨਾ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸ਼ਬਦ ਇੱਕ ਬੜਾ ਕੀਮਤੀ ਹੈ। ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਇਸ ਧਰਤੀ ਦੇ ਉੱਤੇ ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਬੌਰੀ ਬਿਰਤੀ ਹੈ ਕਿ ਜਦ ਕਿਸੇ ਦੀ ਸੋਝੀ ਨਹੀਂ ਹੋਣੀ,
नाम तो बिना बिन सतगुर सब जग बौराना, गुरु तो बिना जग बौरै। मनमुख अंधा शब्द ना जाणै, मनमुख दे खखे नूं सिहारी है। मन दे पिछे तुरन वाले जीवां नूं इस धरती दे उत्ते वरतरी कला शब्द, गुरु दी बरकत, गुरु दा हुक्म। इत्थे शब्द दा अर्थ हुक्म है, दद्दे नूं औंकड़ एक वचन पुलिंग है। मन दे पिछे तुरन वाला बंदा हुक्म नूं समझ नहीं सकदा, झूठा है भरम भुलाना, वो झूठे भरमां दे विच भुला रहिंदा है। ते जिहड़ा हुक्म समझेगा उही ते समझेगा कि सच की है ते झूठ की है। जद असी हुक्म नहीं मन के राजी तो सानू तो ये लगेगा ये ठीक नहीं होया, ये चंगा नहीं होया। हुक्म मनांगे तो तां पता लगेगा ये संसार झूठ है तो निरंकार सच है। जे हुक्म नहीं मनांगे तो संसार सच लगेगा तो निरंकार झूठ लगेगा। मनमुखताई बिरती दा महाराज कहंदे ये हाल है कि पार ब्रह्म परमेश्वर ये सच है। कामन देख काम लुभाया, सुत कंचन स्यों हेत बधाया, सब किछ अपना एक राम पराया। ये मनमुखताई दी अवस्था गुरु अमरदास जी कहंदे कि वह बौरा हुंदा है ते झूठे परमा विच भुलिया हुंदा है रहाओ। त्रिगुण माया भरम भुलाया, हऊँ मैं बंधन कमाए। जम्मण मरण सिर ऊपर उभो, करब जोन दुख पाए। चार अवस्थावां इस धरती दे उत्ते बहुत ग्रंथां दे विच जिक्र आया है। तीन गुण ते चौथा पद। त्रै गुण ने तमो सतो ते रजो, और ये त्रै गुणां दे विच सारा संसार भरमदा पिया। और गुरु अमरदास महाराज सच्चे पातशाह हुणे तमो सतो ते रजो गुण का सुभाव वखरा वखरा है। कई बारी असी बड़े सतो गुणी हो जाते हैं। इवें कहिए कि हुण असी धर्म स्थानां 'च बैठे हाँ, जरूरी नहीं कि असी धर्म स्थानां 'ते बैठे हाँ तो साडा मन भी इत्थे जुड़िया होएगा। जिवें धन गुरु अमरदास महाराज जी इत्थे त्रै गुण ते गुरु नानक साहब सुल्तानपुर लोधी दी नवाब सामने नमाज है, नमाज पढ़ी जा रही है, पर महाराज कहते नमाज तो पढ़ रहे हो पर मन कित्थे है। शरीर सतो गुणी है पर मन रब के चरणों च नहीं जुड़िया होया। मन के अंदर लालच पिया होया, तमो गुणी मन होया होया। ते एक दा मन रजोगुणी होया होया। किवें? एक नूं डर है कि मेरी बच्ची ना डिग जाए खूह दे विच, ते एक नूं लोभ है कि मैं चंगे तो चंगे घोड़े खरीद के लियावां, जाके सौदागरी कर रहा। हुण ये साडा मन किहड़े किहड़ी अवस्थावां दे विच भजदा फिर। अच्छा, मन सतोगुणी भी बड़ा चंचल हुंदा है। हुण जिस तरह असीं कथा कर रहे हैं तो साडे मन च भी ख्याल आएगा कि खरे साडे बचनां नूं लोकी किन्ने ध्यान नाल, संगत किन्ने ध्यान नाल सुणदी है। हुण ये भी सतोगुणी ख्याल चुभदा है। मन इन्ना अवैड़ा है, ये तीनों गुणां दे ख्याल लैके आउंदा है। तो कई बार असीं धर्म के कारज करते तो मन ख्याल लैके आंदा है, वाह बल्ले बल्ले हो गई, इन्ना काम कर लिया धर्म का, इन्नी बाणी पढ़ ली अज। है ये भी हौम है, भावें वो सतोगुणी होए, तमोगुणी होए ते भावें रजोगुणी होए। ईरखा, निंदा, चुगली, द्वैश, ये सारियां भावनाएं दे विच आउंदियां ने। त्रै गुण माया भरम भुलाया, हौमै बंधन कमाए। महाराज कहते हौमै ही निकलती है कि हम किया, हम करेंगे, हम मूर्ख गावार, ये हौमै निकलती है। जम्मण मरण सिर ऊपर उभो। उभो लफ्ज़ का मतलब है खड़ा होया, कि जन्म ते मरण साडे सिर ते हुक्म रूप दे विच खड़ा होया। ये उहदा हुक्म है। दे लैस है जिंद कवाओ। कवाओ का मतलब उहदा हुक्म। ना साडे हत्थ विच असी एक श्वास भी वध लै सकते हैं उहदे हुक्म तो बाहर, ते ना सानू साडी चेरी पाटी बिना कोई इथों लैके जा सकता है। सच ये है कि जन्म मरण साडे सिर ते खड़ा है, सानू चेता ही नहीं। बहती जात कदे दृष्ट ना धारत। समा लंघदा जा रहा है, असी देख ही नहीं रहे, क्योंकि मिथ्या मोह बंदा है नित पारच। झूठे मोह दे विच मन फसिया होया है कि कोई चला गया, नहीं जी सानू की होने वाला है, असी तो इत्थे ही हाँ। पर महाराज कहते साधु रचना राम बनाई, एक बिनसै एक अस्थिर मन है, अचरज लखियो ना जाई। ये चीज़ असी भुली बैठे हैं कि जम्मण मरण सिर ऊपर उभो। उभो का मतलब खड़ा होया साडे सिर ते काल ही। गर्भ जोन दुख पाए, जे नहीं समझांगे
फिर महाराज कहते बारंबार माया पे अटकै, फिर बार बार असी जन्म मरण दे दुख पावांगे जे। त्रै गुण वरतै सगल संसार, हਉ मैं विच पत खोई। गुरमुख होवै चौथा पद चीनै, राम नाम सुख होई। सारा संसार महाराज कहते त्रै गुणा की खेड़ विच विचर रहा है। असी कथा कर रहे हैं, कोई असी चौथे पद के मालक नहीं, असी भी त्रै गुणा विच हां। साडा भी मन त्रै गुणी है। सारा संसार, सगल संसार, ताइयों महाराज ने कहा कि जिन्ना संसार इत्थे दिख रहा है, जो जो दिसै सो सो रोगी। त्रै गुणा का रोग सब नूं लग्या होया। रोग रहत मेरा सतगुर जोगी। इस धरती ते त्रै गुण वरतै सगल संसारा, हਉਮੈ विच पत खोई। असी अपनी सच्ची पत खोई बैठे हाँ। ना साढ़े कोल संसारी इज्जत है, मैनू खिमा बख्शियो, तो ना साढ़े कोल दरगाही पत है। जे वो पत मिलनी है तो प्रेम पटोला तैशा दिता ढक्कन कू पत मेरी। वो पटोला असी लिया नहीं नाम दा शब्द दा। इत्थे कोई विरला है गुरमुख होवै चौथा पद चीनै। हुण चौथी पद कैसी अवस्था है? धन गुरु अर्जुन साहब जी नूं सिख ने पुछया सी कि कोई ऐसा विरला है जिहड़ा जन्म मरण तो निर्लेप होए। धन गुरु अर्जुन साहब जी ने भाई भिखारी दे घर भेज दिता सी कि जाओ भिखारी दे घर जाओ, तुहानूं पता लगेगा चौथे पद की अवस्था की होंदी है। उहदे पुत्र दा विआह कल नूं बरात टुकनी है, घरों चलनी है, ते पर वखरा ही बैठ के वो कुछ तप्पड़ सी जा रहा। उन्होंने पुछया ये की करी जाना? घर दे विच रिश्तेदारियां, साग संबंधी, परिवार, हलवाई लगे हुए ने, मिठाइयाँ बन रही ने, कोई सब खुशियां मना रहा, तू अंदर बैठ के की कर रहा? कहते कफन सी रहा। कहते तौबा हो जाए तेरे इस कफन सीण दी। कहते ये किहड़े काम हो गए? कहते इत्थे पुत्र दा विआह ते तू कोई चंगी गल कर। कहते बस करतार जाणदा जो होना है। कल नूं बरात चढ़न तो पहले ही भाई भिखारी जी दे पुत्र दी फौत हो गई। ये सच इतिहास है गुरु अर्जुन साहब जी दे समय दा। वो कफन जिहड़ा उन्हें बैठ के बनाया सी, उही कपड़ा उहदे उत्ते चढ़ाया। हैरान हो गया कि जद तैनूं पता सी ते तू गुरु अगे अरदास ही कर देंदा। गुरु साहब ते बड़ा प्रेम करदे भाई भिखारी जी, इन्नी दूरों अमृतसर की धरती तो मैनू इत्थे भेजिया। भाई गुरमुख कहंदा तुहाडे कोल तुसी अरदास ही कर देंदे, तुसी जोजड़ी कर देंदे, सुरत रूपी अरदास तुहाडी। कहते नहीं, ये हुक्म है, ये भाणा है, इस भाणे नूं कोई नहीं रोक सकता, इस हुक्म नूं कोई नहीं रोक सकता। इस अवस्था नूं जो नर दुख में दुख नहीं माना है, असी बोल के चले जावांगे। कोई विरला है जिहड़ा चौथे पद दी, सानू तो कोई माड़ा भी बोल दे ना, भी फलाना सानू पता लगे इन्हें साडे बारे उन्होंने कहता है। कई बारी सारी रात सानू नींद नहीं आती, उन्होंने इवें कहता है। चौथा पद, चौथी अवस्था बहुत निर्लेप वाली अवस्था है। ये गुरु साहब की कृपा दे नाल ही, क्योंकि गुरु ते तत्ती तवी ते बैठ के भी महाराज जी कहते तेरा किया मीठा लागे। सतगुरु दिल्ली की धरती ते सीस कटवा के भी इत्थे शहीदी दे के भी महाराज कहते बल छुटक्यो बंधन परे कछु ना होत उपाय। कहो नानक अब ऊट हर गज्यों हो सहाय। बल हुआ बंधन छुटे सब किछ होत उपाय। नानक सब किछ तुमरे हाथ में तुम ही होत सहाय। भाणा मनिया है। कोई विरला सिख है जिहड़ा गुरमुख होवे, गुरु दे सन्मुख रहण वाला। चौथा पद चीनै देख लैंदा कि हुक्म ते भाणा की है। भाणा ही जन्म है, भाणा ही मरण है। इनू समझ लेना, इनू हंडा के मन लेना जीवन दे विच कि कीता करना सर्व रजाई। किछ कीचा जे कर सकीए, अपना कीता कछु ना होवै। ज्यों हर भावै त्यों रखीए। हुक्म नू मनना, भाणे नू मन के मिठा आख देना, चौथा पद है। गुरमुख होवै चौथा पद चीनै, राम नाम सुख होई। उन्होंने नाम विचों जिहड़ा सुख मिलता है, वो दुनिया के सुखां की उन्होंने मुताजगी नहीं रहिंदी जी। त्रै गुण सब तेरे, तू आपे करता, जो तू करह सो होई।
ਨਾਨਕ RAM ਨਾਮ ਨਿਸਤਾਰਾ ਸ਼ਬਦੇ ਹਉ ਮੈਂ ਖੋਈ। ਤ੍ਰੈ ਗੁਣ ਸਭ ਤੇਰੇ ਤੂੰ ਆਪੇ ਹੀ ਕਰਤਾ। ਵਾਹਿਗੁਰੂ ਤ੍ਰੈ ਗੁਣ ਲਾਉਣ ਵਾਲੇ ਵੀ ਤੁਸੀਂ ਹੋ ਤੇ ਚੌਥੇ ਪਦ ਦੀ ਅਵਸਥਾ ਦੇਣ ਵਾਲੇ ਵੀ ਤੁਸੀਂ ਹੋ। ਮੇਰੇ ਵੱਸ ਹੋਏ ਤੇ ਮੈਂ ਕੁਝ ਲੈ ਲਾਂ, ਮੈਂ ਖੋ ਕੇ ਲੈ ਲਾਂ, ਮੇਰੇ ਵੱਸ ਹੀ ਨਹੀਂ ਹੈ। ਇਹ ਤੇ ਦੇਣ ਵਾਲੇ ਤੁਸੀਂ ਹੋ, ਤੁਸੀਂ ਉਜੜ ਪਾਉਣ ਵਾਲੇ ਵੀ ਤੁਸੀਂ ਹੋ। ਵਿਸਮਾਦ ਹੈ, ਇਹ ਵਿਸਮਾਦ ਹੈ ਸਭ ਕੁਝ। ਮਹਾਰਾਜ ਜੀ ਦੇ ਆਸਾ ਕੀ ਵਾਰ 'ਚ ਹੁਣੇ ਪੜਿਆ, ਵਿਸਮਾਦ ਉਜੜ ਵਿਸਮਾਦ ਰਾਹ। ਇਹ ਤੇ ਤੁਹਾਡਾ ਹੀ ਹੁਕਮ ਹੈ। ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਵੇਖੈ ਹਾਜ਼ਰਾ ਹਜ਼ੂਰ। ਕਿਸੇ ਨੂੰ ਨੇੜੇ ਕਰਕੇ ਦਿਖਾਤਾ, ਕਿਸੇ ਨੂੰ ਦੂਰ ਕਰ ਦਿੱਤਾ। ਕੀ ਆਖੀਏ ਮਹਾਰਾਜ ਜੀ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੁਸੀਂ ਕਿਸੇ ਨੂੰ ਨੇੜੇ ਕਰ ਦੇਣਾ, ਉਹਦੇ ਕਰਮ ਇਹੋ ਜਿਹੇ ਬਣਾ ਦੇਣੇ, ਕਿਸੇ ਨੂੰ ਉਹਦੇ ਕਰਮ ਬਣਾ ਕੇ ਉਹਨੂੰ ਦੂਰ ਕਰ ਦੇਣਾ। ਬਸ ਇੱਕ ਅਰਜ਼ੋਈ ਤੇ ਜੋਦੜੀ ਕੀਤੀ ਜਾ ਸਕਦੀ ਹੈ। ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ, ਜੋ ਤੂੰ ਕਰਹਿ ਸੋ ਹੋਈ। ਜੋ ਪਾਤਸ਼ਾਹ ਜੀ ਤੁਸੀਂ ਕਰਨਾ ਹੋਣਾ ਤੇ ਉਹ ਹੈ। ਨਾ ਅਸੀਂ ਬੋਲ ਸਕਦੇ ਹਾਂ, ਨਾ ਸੁਣ ਸਕਦੇ ਹਾਂ, ਨਾ ਕਰ ਸਕਦੇ ਹਾਂ, ਨਾ ਕਰਾ ਸਕਦੇ ਹਾਂ। ਕਰਨ ਵਾਲੇ ਤੁਸੀਂ ਹੋ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਊਠ ਵਾਹੂ ਕੋ ਦੋਰਿਓ। ਇਹ ਹੁਕਮ ਹੈ। ਕਦੀ ਬਿਠਾ ਦਿੰਦੇ ਹੋ ਟਿਕ ਕੇ, ਕਦੀ ਤੁਰਾ ਦਿੰਦੇ ਹੋ। ਕਿਸੇ ਨੂੰ ਮਹਾਰਾਜ ਜੀ ਦਾ ਦੇਖੋ ਹੁਕਮ ਦੇ ਵਿੱਚ ਕੋਈ ਕਹੇ ਕਿ ਮੈਂ ਆਪਣੀ ਹੁਜਤ ਨਾਲ ਇਹ ਕਰ ਲਾਂ, ਨਹੀਂ ਕੀਤਾ ਜਾ ਸਕਦਾ। ਗੁਰਮੁਖ ਇਹ ਸਮਝਦਾ ਕਿ ਕਰਾਉਣ ਵਾਲਾ ਕਰਤਾਰ ਹੈ। ਨਾਨਕ RAM ਨਾਮ ਨਿਸਤਾਰਾ ਸ਼ਬਦੇ ਹਉਮੈ ਖੋਈ। ਹਉਮੈ ਲਾਉਣ ਵਾਲਾ ਕੋਈ ਬਾਹਰ ਵਾਲਾ ਇਸ ਧਰਤੀ ਤੇ ਨਹੀਂ ਹੈ। ਹਉਮੈ ਦੇਣ ਵਾਲਾ ਵਾਹਿਗੁਰੂ ਹੈ। ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਭਾਈ। ਤੇ ਜਿਹੜੀ ਹਉਮੈ ਨੂੰ ਦੇਣ ਵਾਲਾ ਹੈ, ਉਹੀ ਹਉਮੈ ਨੂੰ ਖਤਮ ਕਰਨ ਵਾਲਾ ਵੀ ਹੈ। ਇਸ ਕਰਕੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਹ ਗੁਰੂ ਦੀ ਕਿਰਪਾ ਦੇ ਨਾਲ ਨਾਮ ਰਾਹੀਂ ਸ਼ਬਦ ਰਾਹੀਂ ਨਿਸਤਾਰਾ ਹੁੰਦਾ ਹੈ ਤੇ ਹਉਮੈ ਦੀ ਅੰਦਰ ਦੀ ਮਾੜੀ ਬਿਰਤੀ ਦਾ ਨਾਸ਼ ਹੁੰਦਾ ਹੈ ਜੀ। ਸੂਰਠ ਮਹਿਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੁ। ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸ਼ਾਹ। ਇਹਨੂੰ ਅਪਾਹੁ ਨਹੀਂ, ਇਹਨੂੰ ਅਪਾਹ ਪੜ੍ਹਨਾ ਹੈ ਔਰ ਸ਼ਾਹ ਪੜ੍ਹਨਾ ਹੈ। ਇੱਕ ਵਚਨ ਪੁਲੰਗ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਸ਼ਬਦ ਹੈ, ਬਹੁਤ ਕੀਮਤੀ। ਇਹਦੇ ਵਿੱਚ ਵਿਚਾਰਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ। ਬਸ ਇੱਕ ਵਾਰੀ ਆਖ ਦਈਏ ਕਿ ਸਤਿਗੁਰੂ ਗੁਰੂ ਰਾਮਦਾਸ ਜੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਜਿਨੈ ਸਵਾਰਿਆ। ਧੰਨ ਹੋ ਤੁਸੀਂ। ਸੂਰਠ ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਜੀ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ। ਅਪਾਹੂ ਹੋ ਜਾਏਗਾ, ਅਰਥ ਬਦਲ ਜਾਏਗਾ। ਅਪਾਹੂ ਦਾ ਮਤਲਬ ਹੋਰ ਹੋ ਜਾਏਗਾ ਅਪਾਹ, ਪਾ ਤੋਂ ਬਿਨਾ। ਜਿਸ ਤਰ੍ਹਾਂ ਕੱਪੜੇ ਦੇ ਉੱਤੇ ਰੰਗਣ ਤੋਂ ਪਹਿਲਾਂ ਪਾ ਚੜਾਈ ਜਾਂਦੀ ਹੈ, ਜਿਹੜਾ ਲਲਾਰੀ ਹੁੰਦਾ ਉਹਨੂੰ ਪਤਾ ਹੁੰਦਾ ਹੈ ਕਿ ਪਾ ਤੋਂ ਬਿਨਾ ਰੰਗ ਕੱਪੜੇ ਦੇ ਉੱਤੇ ਚੜ੍ਹਨਾ ਨਹੀਂ। ਇਸ ਤਰ੍ਹਾਂ ਇੱਕ ਪਾਰ ਬ੍ਰਹਮ ਪਰਮੇਸ਼ਵਰ ਇਸ ਧਰਤੀ ਤੇ ਮਾਇਆ ਦੀ ਪਾ ਤੋਂ ਬਿਨਾ ਹੈ, ਬਾਕੀ ਸਾਰਿਆਂ ਨੂੰ ਮਾਇਆ ਦੀ ਪਾ ਚੜੀ ਹੋਈ ਹੈ। ਪਾ ਕਹਿੰਦੇ ਜਦ ਕੱਪੜਾ ਆਕੜ ਜਾਂਦਾ ਐ, ਜਿਹਨੂੰ ਕਹਿੰਦੇ ਮਾਇਆ ਚੜ ਗਈ। ਦੇਖੋ ਲਫ਼ਜ਼ ਵੀ ਆਪਾ ਤੇ ਮਾਇਆ ਸਾਡੀ ਸ਼ਬਦਾਵਲੀ ਦੇ ਵਿੱਚ ਪੁਰਾਣੇ ਸਮੇਂ 'ਚ ਬਜ਼ੁਰਗ ਜਿਹੜੀ ਪੱਗਾਂ ਬੰਨਦੇ ਸੀ ਸਖਤ, ਕਹਿੰਦੇ ਇਹ ਇੰਨੀ ਸਖਤ ਕਿਉਂ ਹੈ? ਜੇ ਪੁੱਛੇ ਕਹਿੰਦੇ ਜੀ ਇੱਥੇ ਮਾਇਆ ਚੜੀ ਹੋਈ ਹੈ। ਕਿੰਨੇ ਕਮਾਲ ਦੀ ਸ਼ਬਦਾਵਲੀ ਹੈ, ਕਿੰਨੀ ਸਾਡੀ ਪੁਰਾਤਨ ਸ਼ਬਦਾਵਲੀ ਮਿਲਦੀ। ਜਦ ਬੰਦੇ ਦੀ ਸੁਰਤ ਉੱਤੇ ਪਾ ਚੜ ਜੇ ਤੇ ਚੰਗਾ ਭਲਾ ਮਨ ਵੀ ਆਕੜਿਆ ਜਾਂਦਾ। ਚੰਗਾ ਭਲਾ ਜੇ ਕੱਪੜਾ ਆਕੜ ਜਾਂਦਾ ਪਾ ਚੜ ਕੇ ਤੇ ਮਨ ਦੀ ਕੀ ਹਾਲਤ ਹੋਏਗੀ। ਇੱਕ ਗੁਰੂ ਪਾ ਤੋਂ ਬਿਨਾਂ ਬਾਕੀ ਸਾਰਾ ਸੰਸਾਰ ਮਹਾਰਾਜ ਕਹਿੰਦੇ ਮਾਇਆ ਵਿੱਚ ਹੈ। ਇਹਨੂੰ ਹੀ ਬੜਾ ਕਮਾਲ ਦਾ ਸ਼ਬਦ ਹੈ ਕਬੀਰ ਸਾਹਿਬ ਦਾ ਕਿ ਮਾਇਆ ਕਿਹਨੂੰ ਕਿਹਨੂੰ ਠੱਗਦੀ ਹੈ। ਕਬੀਰ ਸਾਹਿਬ ਕਹਿੰਦੇ ਮਾਇਆ ਚੋਰਟੀ ਹੈ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ। ਕਿਸੇ ਦੁਕਾਨਦਾਰ ਨੇ ਆਪਣੀ ਦੁਕਾਨ ਚਲਾਣੀ ਹੋਏ ਨਾ,
ਉਹ ਬੱਚਿਆਂ ਦੇ ਸਮਾਨ ਨੂੰ ਬੜਾ ਸਜਾ ਸਜਾ ਕੇ ਰੱਖਦਾ ਸਾਹਮਣੇ ਕਿ ਇੱਥੋਂ ਬੱਚਾ ਲੰਘੇਗਾ ਤੇ ਮਾਂ ਨੂੰ ਖਿੱਚੇਗਾ ਜ਼ਰੂਰ ਕਿ ਇਹ ਮੈਂ ਲੈਣਾ ਹੀ ਲੈਣਾ। ਉਹ ਬਾਹਰ ਹੋਰ ਬਾਰ-ਬਾਰ ਸਜਾ ਕੇ ਰੱਖਦਾ, ਦਿਖਾਉਂਦਾ। ਕਹਿੰਦੇ ਇਸ ਤਰ੍ਹਾਂ ਜਿਹੜਾ ਮਨ ਬੱਚਾ ਹੈ ਨਾ, ਆ ਮਾਇਆ ਦੀ ਦੁਕਾਨਾਂ ਦੇ ਵਿੱਚ ਜਿਹੜੀ ਇਹ ਹੱਟੀਆਂ ਲੱਗੀਆਂ ਹੋਈਆਂ ਨੇ, ਮੁਸ ਲਾਵੇ ਹਾਟ, ਇਹ ਬੰਦੇ ਨੂੰ ਚੋਰੀ ਚੋਰੀ ਨਾਲ ਠੱਗਦੀ ਹੈ। ਬਾਣੀ ਅਸੀਂ ਪੜ੍ਹੀ ਜਾ ਰਹੇ ਹਾਂ, ਸ਼ਬਦ ਅਸੀਂ ਕਥਾ ਮੈਂ ਕਰੀ ਜਾ ਰਿਹਾ, ਤੁਸੀਂ ਸੁਣੀ, ਮੇਰੇ ਮਨ 'ਚ ਵੀ ਮਾਇਆ ਠੱਗੀ ਜਾ ਰਹੀ ਹੋਏਗੀ ਅੰਦਰ, ਚੋਰੀ। ਕਿਸੇ ਨੂੰ ਪਤਾ ਹੀ ਨਹੀਂ, ਇੱਥੋਂ ਤੱਕ ਸਖੀਆਂ ਨੂੰ ਨਹੀਂ ਪਤਾ ਹੁੰਦਾ, ਘਰ ਦੇ ਵਿੱਚ ਵਿਚਰਨ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਮਾਇਆ ਕਿਸ ਕਿਸ ਰੂਪ ਦੇ ਵਿੱਚ ਅੰਦਰੋਂ ਖੋਲ ਆ ਰਹੀ ਹੈ। ਕਬੀਰ ਮਾਇਆ ਚੋਰਟੀ ਮੁਸ ਲਾਵੈ ਹਾਟ, ਏਕ ਕਬੀਰਾ ਨਾਮ ਮੁਸੈ ਜਿਨ ਕੀਨੀ 12 ਬਾਟ। ਇਹਦੇ ਦੋ ਅਰਥ ਨੇ, ਇਹਦੇ 12 ਟੁਕੜੇ ਕਰ ਦਿੱਤੇ ਜਾਂ ਇਹਨੂੰ 12 ਕੋਹ ਦੂਰ ਕਰ ਦਿੱਤਾ ਕਿ ਇਹ ਹੁਣ ਚੜ੍ਹ ਨਹੀਂ ਸਕਦੀ। ਪਰ ਇਸ ਧਰਤੀ ਤੇ ਜੇ ਪਿਆਰਾ ਕੋਈ ਹੈ, ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹ। ਇੱਕ ਵਾਹਿਗੁਰੂ ਪਾ ਤੋਂ ਬਿਨਾਂ ਹੈ ਤੇ ਇੱਕ ਗੁਰੂ ਪਾ ਤੋਂ ਬਿਨਾਂ ਮਾਇਆ ਦੀ, ਹੋਰ ਕੋਈ ਨਹੀਂ। ਵਣਜਾਰਾ ਜਗ ਆਪ ਹੈ ਪਿਆਰਾ, ਸਾਰੀ ਧਰਤੀ ਨੂੰ ਵਣਜ ਕਰਾਉਣ ਵਾਲਾ। ਕਿਹੜਾ ਵਣਜ? ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਸਾਰੀਆਂ ਨੂੰ ਸੰਸਾਰੀਆਂ ਦਾ ਵਣਜ ਤੇ ਭਗਤਾਂ ਨੂੰ ਸੰਤੋ ਬਣਜਿਆ ਨਾਮ ਗੋਬਿੰਦ का। ऐसी खेप हमारी हर के नाम के व्यापारी, हीरा हाथ चढ़िया निर्मोलक छूट गई संसारी। हर तरह के बंदे नूं हर तरह का वणज कराउण वाला आप है। कामी नूं काम दा वणज, लोभी नूं लोभ दा ते नामी नूं नाम दा वणज। इनू क्या वणजारा जग आप है प्यारा, आपे साचा शाह, आप ही आप शाह है। अगे महाराज जी बख्शिश कर दे तो सरवण करो जी। आपे वणज वापारिया प्यारा, आपे सच भी सहा। आप ही वणज है, ਵਪਾਰ ਕਰਾਉਣ ਵਾਲਾ ਵੀ ਉਹ ਹੈ ਸਾਡੇ ਅੰਦਰ ਬੈਠ ਕੇ, ਜਿਹਨੂੰ ਭਾਈ ਨੰਦ ਲਾਲ ਕਹਿੰਦੇ ਨਾ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ। ਤਾਲਬੋ ਆਸ਼ਿਕ ਵੀ ਤੂੰ ਹੈ ਤੇ ਮਸ਼ੂਕ ਵੀ ਤੂੰ ਹੈ। ਜੇ ਮੇਰੇ ਤੇ ਤੇਰੇ ਵਿੱਚ ਕੋਈ ਫਰਕ ਹੋਵੇ ਫਿਰ ਮੈਂ ਵੱਖਰਾ ਹੋਵਾਂ, ਤੂੰ ਵੱਖਰਾ ਹੋਵੇਂ। ਮੇਰੇ ਅੰਦਰ ਬੈਠ ਕੇ ਪਿਆਰ ਕਰਨ ਵਾਲਾ ਵੀ ਤੂੰ ਹੈ ਆਪਣੇ ਨਾਲ, ਤੇ ਬਾਹਰ ਬੈਠ ਕੇ ਤੇ ਉਸ ਪਿਆਰ ਨੂੰ ਕਬੂਲ ਕਰਨ ਵਾਲਾ ਵੀ ਤੂੰ ਹੈ। ਕੋਈ ਫਰਕ ਥੋੜੀ ਰਿਹਾ। ਜਿਹਨੂੰ ਭਗਤ ਜੀ ਕਹਿੰਦੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਜੇ ਅਸੀਂ ਜਪ ਰਹੇ ਹਾਂ, ਅੰਦਰ ਬੈਠ ਕੇ ਜਪਣ ਵਾਲਾ ਤੂੰ ਹੈ ਵਾਹਿਗੁਰੂ। ਮੈਂ ਕਹਿ ਹੀ ਨਹੀਂ ਸਕਦਾ ਮੈਂ ਜਪਿਆ, ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ ਵਾਲੀ ਬਿਰਤੀ ਹੈ। ਪਰ ਅਸੀਂ ਕਹਿੰਦੇ ਨਾ ਹਮ ਕੀਆ ना करेंगे ना कर सकें शरीर, क्या जानो किच हर किया। तू ही वाहिगुरू आप आके जपया भयो कबीर कबीर। जिन्हों भगत सदना कहते मैं नाही कछ हो नहीं, किच आहे ना मोरा, अवसर लज्जा राख लियो सदना जन तोरा। कराउण वाले तुसी हो, आपे वणज वापारिया, वणज भी तुसी हो ते व्यापार कराउण वाले भी तुसी हो नाम दे। आपे वणज वापारिया प्यारा, आपे सच वेसा वेसा। आप ही सच ਦਾ ਵਪਾਰ, ਆਪ ਹੀ ਸੱਚ ਦੇ ਨਾਲ ਜੋੜਨ ਵਾਲਾ ਉਹ ਆਪ ਹੈ ਜੀ। ਜਪ ਮਨ ਹਰ ਹਰ ਨਾਮ ਸਲਾਹਾ, ਗੁਰ ਕਿਰਪਾ ਤੇ ਪਾਈਐ ਪਿਆਰਾ, ਅੰਮ੍ਰਿਤ ਅਗਮ ਅਥਾਹ ਰਹਾਉ। ਮੇਰੇ ਮਨ ਜਪ ਉਹਦਾ ਨਾਮ, ਹਰੀ ਦੀ ਸਿਫਤ ਸਲਾਹ ਕਰ, ਰਹਾਉ ਦੀ ਤੁਕ ਹੈ। ਜਪ ਮਨ ਹਰ ਹਰ ਨਾਮ ਸਲਾਹ। ਤੇ ਕੀ ਹੋਏਗਾ ਸਿਫਤ ਸਲਾਹ ਕਰਨ ਨਾਲ? ਜੇ ਸਤਿਗੁਰ ਸਿਮਰਨ ਨੈਣ ਕੇ ਤਿਮਰ ਮਿਟੈ ਖਿਨ, ਅੱਖਾਂ ਦੇ ਅੱਗੇ ਮਾਇਆ ਦਾ ਹਨੇਰਾ ਦੂਰ ਹੋ ਜਾਏਗਾ, ਗਿਆਨਤਾ ਦਾ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋਂ ਦਿਨ, ਰਾਤ ਦਿਨ ਨਾਮ ਦੀ ਰੰਗਤ ਚੜ੍ਹੇਗੀ। ਤੇ ਜਿਉਂ-ਜਿਉਂ ਰੰਗਤ ਨਾਮ ਦੀ ਚੜ੍ਹੇਗੀ ਤੇ ਝੂਠੇ ਰੰਗ ਉਤਰ ਜਾਣਗੇ ਸੰਸਾਰ ਦੇ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਢਿੱਡ ਦੀ ਭੁੱਖ ਫਿਰ 4-5 ਘੰਟਿਆਂ ਲਈ ਰੱਜ ਜਾਂਦੀ ਹੈ, ਮਨ ਦੀ ਤਪਤ ਤੇ ਕਦੀ ਨਹੀਂ ਰੱਜਦੀ। ਸਿਫਤ ਸਲਾਹ ਕਰ, ਜੀ ਦੀ ਤਪਤ ਵੀ ਮਿਟੇਗੀ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿਧ ਪਾਵੈ। ਇਹ ਨਾਮ ਐਸਾ ਨਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਨਾਮ ਮਿਲੇਗਾ ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਉਹਨੂੰ ਧਿਆ ਜਪ ਮਨ ਹਰ ਹਰ ਨਾਮ ਸਲਾਹ, ਗੁਰ ਕਿਰਪਾ ਤੇ ਪਾਈਐ ਪਿਆਰਾ, ਅੰਮ੍ਰਿਤ ਅਗਮ ਅਥਾਹ। ਪਰ ਇੱਕ ਗੁਰੂ ਦੀ ਕਿਰਪਾ ਨਾਲ ਮਿਲਣਾ ਹੈ। ਕੱਲ੍ਹ ਵੀ ਅਸੀਂ ਵਿਚਾਰ ਰਹੇ ਸੀ, ਸੈਮੀਨਾਰ ਹੋਇਆ ਕੱਲ੍ਹ ਆਸਾ ਕੀ ਵਾਰ ਉੱਤੇ। ਬਹੁਤੀਆਂ ਸੰਗਤਾਂ ਨੂੰ ਅਸੀਂ ਦੱਸ ਨਹੀਂ ਪਾਏ, ਪਰ
पर जिन्होंने मीडिया राही सोशल मीडिया राही पता लग्या WhatsApp राही वो संगतां पहुंचियां कल भाई गुरदास हॉल दे विच 3 ਤੋਂ 4 ਵਜੇ ਸੈਮੀਨਾਰ ਸੀ। ਉਹਦੇ ਵਿੱਚ ਇਹੀ ਵਿਚਾਰਿਆ ਸੀ ਕਿ ਇਹ ਬੜੀ ਕਮਾਲ ਦੀ ਬਣਤਰ ਹੈ ਆਸਾ ਦੀ ਵਾਰ। ਤੇ ਆਸਾ ਕੀ ਵਾਰ ਦੀ ਜਿਹੜੀ ਚੌਥੀ ਪੌੜੀ ਹੈ ਨਾ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਕਿੱਡੀ ਵੱਡੀ ਕਿਰਪਾ ਹੈ, ਵਾਹਿਗੁਰੂ ਨੇ ਕਿਰਪਾ ਕਰਕੇ ਗੁਰੂ ਦੇ ਕੋਲ ਮਿਲਾ ਦਿੱਤਾ। ਤੇ ਗੁਰੂ ਇੰਨਾ ਬਖਸ਼ੰਦ ਹੈ, ਗੁਰ ਕਿਰਪਾ ਤੇ ਪਾਈਆ ਪਿਆਰਾ ਅੰਮ੍ਰਿਤ ਅਗਮ ਅਥਾ। ਉਹ ਅਗਮ ਨਾ ਗਮਿਆਂ ਵਾਲਾ ਜਾਣ ਵਾਲਾ ਵਾਹਿਗੁਰੂ, ਉਹ ਅਥਾ ਵਾਹਿਗੁਰੂ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ ਰਹਾਓ। ਆਪੇ ਸੁਣ ਸਭ ਵੇਖਦਾ ਪਿਆਰਾ, ਮੁਖ ਬੋਲੇ ਆਪ ਮੁਹਾਹ। ਆਹਾ, ਆਪੇ ਉਜੜ ਪਾਇੰਦਾ ਪਿਆਰਾ, ਆਪ ਵਿਖਾਲੇ ਰਹਾ। बिल्कुल भाई साहब ने बहुत चंगा उच्चारण किया, स्पष्ट। जे मोहाहु हो जाएगा अर्थ कुछ होर हो जाएगा। मोहाह का मतलब है मोह लैण वाला। कहते गुरु का शब्द क्यों नहीं मोहता सानू, ये तो वड्डियां वड्डियां नू मोह गया। धन गुरु अंगद साहब लैने तो अंगद बनते इको शब्द मोह गया। जित सेविया सुख पाईऐ सो साहिब सदा संभालीऐ, जित कीता पाईऐ अपना सा घाल बुरी क्यों का। मोह गया ना इको शब्द। गुरु साहब को बैठ के करतारपुर की धरती ते सोधर सुनिया, सोहला सुनिया। सोहले के 3 शब्द गुरु नानक साहब दे ने पहला, चौथा शब्द गुरु रामदास का, ते 5वां गुरु अर्जुन साहब जी का, जिहड़ा बाद विच गुरु अर्जुन साहब जी ने पाया। ते धन गुरु अमरदास इको शब्द सुन के मोह गए। बीबी अमरू ने पढ़िया मधानी रिड़कण वेले अमृत वेले कि भया मनूर कंचन फिर होवै, जे गुर मिलै तिनेहा, एक नाम अमृत ओ देवै तो नानक तृष्ट सदेहा। साडा मन क्यों नहीं मोया जाता? क्योंकि साडे मन दे उत्ते माया दी पा चढ़ी है, जिहड़ी पहली तो कसी पड़ी है। जद पा चढ़ जाए ना फिर कोई चीज़ उहदे उत्ते चढ़दी नहीं, ये पा उतारनी पैंदी है माया दे। महाराज जी हुण मोह लैण वाला, मेरे मन मिष्ट लगा प्रिया बोला। वाह कितना सोहना बचन है। मिष्ट कहते हैं मिठा। वाहिगुरू तेरा एक एक शब्द मेरे मन नूं मिठा लगता है। हुण मेरे मन मिष्ट लगा प्रिया बोला, तेरा शब्द मिठा लगता है। तो कई सिख गुरु के प्यारे तुसीं बैठे हो, किथे दूरों गुरु के शब्द की तुहानूं आवाज़ भी सुनती होएगी कीर्तन की, तुहाडा मन सुचेत हो जाता है। वाह शब्द चल रहा है, किहड़ा चल रहा है, ध्यान नाल सुनिए। किहड़ा हुक्मनामा दूरों आवाज़ आ रही है, ये है मिष्ट लगना, मोह ले लेना। जिहदा मन मोया गया बस समझो खेड शुरू हो गई। इनू साहिब जी कहते कि आपे सुन सब वेखदा प्यारा, मुख बोले आप मोहा। मुख तो जद बचन बोलते तो मोह लेंदे हो। आपे उजड़ पाइंदा प्यारा, आपे विखाले राह। आपे ही सब आप है प्यारा, आपे बेपरवाह। उजड़ भी पाउण वाले तुसी, राह दिखाउण वाले भी तुसी, ते सब कुछ करके भी तुसी निर्लेप हो जी। आपे आप उपाइंदा प्यारा, सिर आपे तंदड़ै लाहा। आप कराए साखती प्यारा, आप मारे मर जाहा। आपे पत्तन पातनी प्यारा, आपे पार लंघा। आप सब कुछ पाउण वाला वाहिगुरू है। आपे आप पाइंदा प्यारा, सिर आपे धंधड़ा ला। सब नूं धंधे लाया होया। किसी नूं कोई काम लाता, किसी नूं कोई काम लाता। कई इत्थे निंदा करन वास्ते छड़ दिते महाराज जी ने, कईयां नूं बखीलियां वास्ते चुगलियां वास्ते छड़ दिता, ते कई सिर्फ नाम जपण लई है। हर तरह के सब नूं महाराज कहंदे उन्हें ही लाया होया, सब उहदे ही लाए हुए ने। आप कराए साखती। साखती लफ्ज़ फारसी का है। साखती का मतलब है सिरजना, बनाउण वाला। ये आसा की वार दे विच भी तुसी लफ्ज़ पढ़ते हो। साखती का मतलब सिरजना। आप कराए साखती प्यारा, आप मारे मर जा। आप ही मारन वाला है, आप ही जिंद खोण वाला है। आपे पत्नी, आपे पतन पातनी प्यारा, आपे पार लगा। किनारा भी आप है, मला भी आप है। जिस किनारे ते असियां वो भी आप है, जिथे तक लैके जाना है वो भी आप है। कमाल है। सब कुछ तू करन वाला वाहिगुरू,
आप ही पार लंघाउण वाला है। आप बाँ फकड़ लोभ लहर अत नीजर बाजै काया डूबै केसवा। संसार समुंदे तार गोबिंदे तार लै बाप बीठला बचा लै जी। आपे सागर बोहिथा प्यारा गुर खेवट आप चला। आपे ही चढ़ लंघदा प्यारा कर चोज वेखै पातशाह। आपे आप दयाल है प्यारा जन नानक बख्श मिला। आपे सागर बोहिथा प्यारा, सागर भी आप है। बोहिता कहते बेड़ा, उस सागर दे उत्ते बेड़ा भी आप है। हुण यही तो है ना, गुर पौड़ी बेड़ी गुरु गुर तुल्हा हरनाव गुर सर सागर बोहिथो गुर तीरथ दरियाओ। सब कुछ करने वाला प्रभु आप ही है। आपे सागर बोहिता प्यारा गुर खेवट आप चला। गुरु भी आप ही हैं प्रभु तू, ते आप ही मला बन के चलाउण वाला है इस बेड़े नूं नाम दे। आपे ही चढ़ लंघदा प्यारा कर चोज वेखै पातशाह। ते चढ़ के लंघण वाला कोई असी थोड़ी हाँ कि चढ़ जाइए, चढ़ाउण वाला भी तू है। कल युग जहाज अर्जन गुरु सगल सृष्ट लग बेहतरो। इस सृष्टि नूं तारण वास्ते कल युग दे विच जहाज ने। जब लो नहीं भाग लिलार उदय तब लो भ्रमते फिरते बहुत आयो। कल घोर समुद्र में बूढ़त थे कब हूँ मिट है नहीं रे पछतायो। तत् विचार यह मथुरा जगतारण को अवतार बनायो। जपियो जिन अर्जुन देव गुरु फिर संकट जोन गर्भ ना आयो। आपे आप दयाल है प्यारा जन नानक बख्श मिला। बड़ा वड्डा तू महाराज जी बख्शिंद गुरु है। तू बख्शिंद गुरु का रूप धार के आया, क्यों साढ़े पापा नूं बख्शण वास्ते। और इस करके तुसी कृपा करके पिछले अवगुण बख्श ले प्रभ। आगे मार्ग पावै मिला अपने आप विच मिलाओ जी। सोरठ महला चौथा चौथा। आपे अंडज जे रज से तज उत्पुज। आपे खंड आपे सब लोए। आपे सूत आपे बहुमणिया कर सकती जगत परोए। आपे ही सूत तार है प्यारा सूत खिंचे ढह ढेरी होए। सोरठ महला चौथा भाई साहब जी ने संकेत रूप दे विच पढ़ के दस दिता है कि इत्थे चौथा दो बारी लिखिया होया, पर दूसरा जिहड़ा अखरां विच चौथा चच्चा ऊड़ा औंकड़ थत्था कन्ना ये चौथा संकेत है कि इनू चौथा पढ़ना है। जिहड़ा चार पिया उन्होंने चार नहीं पढ़ना। इस करके चौथा चौथा दो बारी नहीं सिर्फ संकेत वारी भाई साहब ने पढ़ के दस दिता आप जी नूं। इनू पढ़ना इक्को बारी है। चौथा सिर्फ उस संकेत वाचक लग्या होया कि ये चौथा पढ़िया जाएगा। सोरठ महला चौथा। आपे अंड जेरज सेतज उत्पुज। आपे खंड आपे सब लोए। आपे खंड आपे सब लोए। सब कुछ करने वाला हुआ है। अंडज भी अंडियां तो पैदा करने वाला भी, जेरज तो पैदा करने वाला भी, गर्भ तो भी, मिट्टी तो भी पैदा करने वाला, उत्पुज पानी चों भी पैदा करने वाला, पसीने तो भी। आपे खंड आपे सब लोए। ये सब कुछ करने वाला तू है, सारा कुछ करदा तू है वाहिगुरू। आपे सूत आपे बहुमणियाँ असी तेरे मोतियाँ। कोई वड्डा है कोई छोटा है, कोई किसी रंग का कोई किसी रंग का, किसी दी पाइयां वड्डी है, कोई खारे समुंदर का कोई मिठे पानी का। सब वखरे वखरे ने बिरके हेत सब जंत इकट्ठे। एक तत्ते एक बोलन मिठे है सब, पर तू ही सूत है तो तू ही मणिया सानू परोया होया है। आपे सूत आपे बहु मणियाँ कर सकती जगत परोए। सारी जगत सारी सृष्टि नूं परोण वाले एक तुसी हो, अपनी शक्ति विच परोया है। आपे ही सूत धार है प्यारा सूत किंछै ढह ढेरी होए। सूत तुसी हो, ताकत तुसी हो। जिस दिन इन्हां मणकियां विचों तुसी धागा खिंच लिया असी ढह ढेरी हो जाना है, संसार ने ढह ढेरी हो जाना है। ये सारी सूत की शक्ति तुहाडी है। भाव सब मह जोत जोत है सोए। सब दे अंदर तुसी हो। ये सारे मणके सारा संसार तुसी तोरी फिरदे हो। बस खेल संकोचा तो नानक एक है।
ਇਹ ਖੇਲ ਸੰਕੋਚ ਲਿਆ ਤੇ ਤਾਂ ਤੁਸੀਂ, ਤੁਹਾਡੀ ਤਾਕਤ ਹੈ ਜੀ। ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ। ਫਿਰ ਜਦ ਇਹ ਪਤਾ ਲੱਗ ਗਿਆ ਕਿ ਸਭ ਵਿੱਚ ਤੂੰ ਹੀ ਹੈ, ਹਰ ਥਾਂ ਹੀ ਵਾਹਿਗੁਰੂ ਤੁਸੀਂ ਵਰਤਦੇ ਹੋ, ਸੂਤ ਹੀ ਤੁਸੀਂ ਹੋ, ਸਾਰੇ ਮਣਕਿਆਂ ਨੂੰ ਇਕੱਠਾ ਕਰਨ ਵਾਲੇ ਤੁਸੀਂ ਹੋ, ਫਿਰ ਮੈਂ ਕਿਹਦਾ ਆਸਰਾ ਲਵਾਂ? ਫਿਰ ਮੈਂ ਤੁਹਾਡੇ ਕੋਲ ਹੀ ਆਉਂ। ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ, ਹੋਰ ਕੋਈ ਆਸਰਾ ਨਹੀਂ ਹੈ। ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਕਿਰਪਾ ਕਰ ਦਇਆ ਅੰਮ੍ਰਿਤ ਮੁਖ ਚੋਏ। ਤੁਹਾਡੇ ਵਿੱਚ ਨਾਮ ਦਾ ਇੱਕ ਐਸਾ ਖਜ਼ਾਨਾ ਹੈ ਜਿਸ ਖਜ਼ਾਨੇ ਤੋਂ ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ। ਤੁਸੀਂ ਕਿਰਪਾ ਕਰਕੇ ਇਹ ਭੋਜਨ ਅੰਮ੍ਰਿਤ ਨਾਮ ਮੇਰੇ ਮੁਖ ਵਿੱਚ ਪਾਓ ਤਾਂ ਕਿ ਮੈਂ ਰਜਿਆ ਜਾਵਾਂ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਜਿਹਨੂੰ ਅਸੀਂ ਰੋਜ਼ ਸੋਹਲੇ ਵਿੱਚ ਪੜ੍ਹਦੇ ਹਾਂ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਇਹ ਨਾਮ ਦਾ ਅੰਮ੍ਰਿਤ ਮੇਰੇ ਵਿੱਚ ਚੋ, ਮੇਰੇ ਮੂੰਹ ਵਿੱਚ ਚੋ ਜੀ ਰਹਾਓ। ਆਪੇ ਜਲ ਥਲ ਸਬਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ। ਸਭਨਾ ਰਿਜਕ ਸਮਾਹੰਦਾ ਪਿਆਰਾ, ਦੂਜਾ ਅਵਰ ਨਾ ਕੋਈ। ਆਪੇ ਖੇਲ ਖਿਲਾਇਂਦਾ ਪਿਆਰਾ, ਆਪੇ ਕਰੇ ਸੋ ਹੋਏ। ਜਲ ਥਲ ਸਬਤ, ਸਬਤ ਦਾ ਮਤਲਬ ਸਭ ਕੁਛ ਤੁਸੀਂ ਹੋ। ਜੋ ਕੁਛ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਵਾਹਿਗੁਰੂ। ਜਲ ਵਿੱਚ ਵੀ ਤੂੰ ਹੈ ਵਾਹਿਗੁਰੂ, ਥਲ ਵਿੱਚ ਵੀ ਤੂੰ ਹੈ। ਸਭਨਾ ਰਿਜ਼ਕ ਸਮਾਹਦਾ ਪਿਆਰਾ, ਦੂਜਾ ਅਵਰ ਨਾ ਕੋਈ। ਕਾਹੇ ਰੇ ਮਨ ਚਿਤ ਮੈਂ ਉਦਮ ਜਾ ਆਹਰ, ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤ ਉਪਾਈ ਤਾਕਾ, ਰਿਜ਼ਕ ਆਗੇ ਕਰ ਧਰਿਆ। ਤੂੰ ਡਰ ਨਾ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਕਰਿਆ। ਤੂੰ ਗੁਰੂ ਕੋਲ ਆ, सब कुछ देने वाला है। सब जियो पिंड नख मुख दिया, बर्तन को पानी, अन खाना कपड़ पहनन दिया, रस अन भोगानी। सब देने वाला वो है, आप ही आप है। आपे खेल खिलाइंदा प्यारा, आपे करे सो होए। जिस दिन खेड संकोच लिया तो वही है, जिस दिन खेल का खलारा पाया होया असी आपे विरोधी भी बने हुए हाँ, आपां दे दोस्त भी हाँ, दुश्मन भी हाँ, एक दूसरे के नाल वैर भी रखते हाँ, मित्रता भी रखते हाँ। पर जिस दिन संकोच लेगा वही वो है, मित्र भी वो है, दुश्मन भी वो है, माड़ा भी वो है, चंगा भी वो है। बस ये कोई विरला समझदा है, ये उदी खेड वरतदी है जी। आपे ही आप निर्मला प्यारा, आपे निर्मल सोए। आपे कीमत पाइंदा प्यारा, आपे करे सोए। आपे अलख न लखिए प्यारा, आप लखावै सोए। इस धरती उत्ते जे कुछ निर्मल है वो सिर्फ वाहिगुरु है, बाकी सब मैल दे विच ने। जे असी मैले हाँ तो असी मैले तो निर्मल होने की आस किवें रख सकते हैं? असी बंदा बंदे तो बहुत आस रखता है, पर महाराज कहते वो आस निराश दे विच इसलिए बदल जाती है क्योंकि मैल अंदर ही है। अंदर लोकी 68 तीरथ नहाई, कौरापन तो ना जाई। जे कोई निर्मल है इको एक वाहिगुरु है। तो उस वाहिगुरु तो कबीर साहब ने मंगया ना, देह बिमल मत सदा शरीरा, कि तू मैनू बिमल मैल तो रहत मत देने वाला एक तू ही है, बाकी सारियां दी मतां विच वाहिगुरु मैल है ही है किसी ना किसी दे विच। इस करके वाहिगुरु एक बिमल तू है, मैल तो रहत। आपे ही आप निर्मला प्यारा, आपे निर्मल सोए। आप तो निर्मल करने वाला है, तो निर्मल है। आपे कीमत पाइंदा प्यारा, आपे कीमत पाइंदा प्यारा, आपे करे सो होए। अपने जपे हुए भगत दे नाम की कीमत भी तू पाउंदा। संसार किसी की कीमत नहीं पाउंदा। जे तू चाहे तां ही किसी की कीमत पैंदी है, जे तू ना चाहे तो कईयां की कीमत नहीं पैंदी। इत्थे आके कई चले जाते हैं, मुश्किलां कर करके कले चले जाते हैं, घालना घाल के चले जाते हैं। आपे अलख ना लखिया प्यारा, आप लखावै सोए। किसी की हुज्जत नहीं कि कोई तेनू लख सके, तू अलख है। पर जब तुसी कृपा करो अपने रहम दे विच अपने सेवक की आपे राखै, आपे नाम जपावै,
जह जय काज किरत सेवक की तहाँ तहाँ उठ धावै सेवक को निकटी होए दिखावै। अपना आप लिखाउणा है ते आप ही लिखाउणा है। जो जो कहे ठाकुर पै सेवक तत्काल होए आवे। ਇਹ ਵਾਲੀ ਅਵਸਥਾ ਤੁਹਾਡੀ ਹੈ ਜੀ। आपे गहर गंभीर है प्यारा तिस जेवड अवर न कोए। सब घट आपे भोग वै प्यारा विच नारी पुरख सब सोए। नानक गुप्त वरतदा प्यारा गुरमुख प्रगट होए। ਸਭ ਤੋਂ ਗਹਿਰ ਗੰਭੀਰ ਜੇ ਕੋਈ ਹੈ ਤੇ ਵਾਹਿਗੁਰੂ, ਜਿਹੜਾ ਬੇਪਰਵਾਹ, ਜਿਹਨੂੰ ਕੋਈ ਪਰਵਾਹ ਨਹੀਂ। ਜਿਸ ਤਰ੍ਹਾਂ ਸਮੁੰਦਰ ਦੇ ਉੱਤੇ ਜੋ ਮਰਜ਼ੀ ਵਰਤਦਾ ਰਹੇ, ਜਿੰਨੀਆਂ ਮਰਜ਼ੀਆਂ ਲਹਿਰਾਂ ਤੂਫਾਨ ਰਹੇ, ਸਮੁੰਦਰ ਅੰਦਰੋਂ ਸ਼ਾਂਤ ਹੀ ਰਹਿੰਦਾ ਹੈ। ਡੂੰਘੇ ਤਲ ਤੇ ਗਹਿਰ ਗੰਭੀਰ ਹੀ ਰਹਿੰਦਾ ਹੈ, ਉਹਨੂੰ ਕੋਈ ਨਹੀਂ ਲਾ ਸਕਦਾ, ਉਹ ਅੰਦਰੋਂ ਸ਼ਾਂਤ ਹੈ। ਇਵੇਂ ਪ੍ਰਭੂ ਦੀਆਂ ਜਿਹੜੀਆਂ ਡਾਇਮੈਂਸ਼ਨਸ ਬਾਹਰ ਦੀਆਂ ਬਿਰਤੀਆਂ ਵਰਤ ਰਹੀਆਂ, ਕਿਥੇ ਕੁਝ ਵਰਤ ਰਿਹਾ, ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ, ਜੋ ਮਰਜ਼ੀ ਵਰਤ ਜਾਏ ਉਹ ਆਪ ਅਡੋਲ ਹੈ, ਗਹਿਰ ਗੰਭੀਰ ਹੈ। ਜਿਹੜਾ ਉਹਨੂੰ ਧਿਆਉਂਦਾ ਉਹ ਵੀ ਅਡੋਲ ਹੋ ਜਾਂਦਾ ਹੈ। ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੀਵੜ ਵਰਨਾ ਕੋਈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜਾਏ, ਕੋਈ ਹੋਰ ਨਹੀਂ ਹੈ। ਸਭ ਘਟ ਆਪੇ ਭੋਗਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ। ਨਾਰੀ ਵਿੱਚ ਵੀ ਤੂੰ ਹੈ ਤੇ ਪੁਰਖ ਵਿੱਚ ਵੀ ਤੂੰ ਹੈ। ਜਿਤ ਮੁਖ ਸਦਾ ਸਲਾਈ ਹੈ ਭਾਗਾ ਰਤੀ ਚਾਰ। ਨਾਨਕ ਥੇ ਮੁਖ ਉਜਲੇ ਤਿਤ ਸੱਚੈ ਦਰਬਾਰ। ਉੱਥੇ ਨਾਰੀ ਪੁਰਖ ਨਹੀਂ ਦੇਖਿਆ ਜਾਏਗਾ। ਜਿਸ ਮੁਖ ਭਾਵੇਂ ਸਰੀਰ ਨਾਰੀ ਦਾ ਹੋਏ ਭਾਵੇਂ ਪੁਰਖ ਦਾ ਹੋਏ, ਸਭੈ ਘਟ ਰਾਮ ਬੋਲੇ। ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਭ ਵਿੱਚ ਤੂੰ ਵਰਤਦਾ ਪਿਆਰਾ। ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ। ਸਭ ਦੇ ਵਿੱਚ ਗੁਪਤ ਵਰਤ ਰਿਹਾ ਗੁਰੂ ਦੇ ਰਾਹੀਂ। ਤੇ ਕਿਵੇਂ ਪ੍ਰਗਟ ਹੁੰਦਾ ਹੈ? ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਦੇ ਰਾਹੀਂ, ਇਹ ਸਿੱਖਿਆ ਰਾਹੀਂ ਤੇਰੇ ਦੀਦਾਰ ਕੀਤੇ ਜਾਂਦੇ ਨੇ। ਅੱਜ ਸਮੇਂ ਦੀ ਸਮਾਪਤੀ ਹੈ, ਇੱਥੇ ਲੜੀ ਦੀ ਸਮਾਪਤੀ ਹੈ। ਸਤਿਗੁਰ ਜੀ ਬਖਸ਼ਿਸ਼ ਕਰਨ। ਅਗਲੀਆਂ ਵਿਚਾਰਾਂ ਆਪ ਸੰਗਤਾਂ ਨਾਲ ਕੱਲ੍ਹ ਨੂੰ ਕਰਾਂਗੇ। ਸਾਹਿਬ ਜੀ ਦੀ ਬਰਕਤ, ਸਾਹਿਬ ਜੀ ਦੀ ਮਿਹਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ, ਆਪ ਸੰਗਤਾਂ ਦਾ ਧੰਨਵਾਦ, ਭਾਈ ਸਾਹਿਬ ਜੀ ਦਾ ਧੰਨਵਾਦ ਹੈ ਜੀ। ਕੱਲ੍ਹ ਨੂੰ ਸੈਮੀਨਾਰ ਜਿਹੜਾ ਹੋਇਆ ਸੀ ਖਾਸ ਕਰਕੇ ਆਸਾ ਕੀ ਵਾਰ ਦੇ ਮੁੱਖ ਵਿਸ਼ੇ ਨੂੰ ਲੈ ਕੇ, ਔਰ ਆਪ ਸੰਗਤਾਂ ਦਾ ਬਹੁਤ ਹੁੰਗਾਰਾ ਮਿਲਿਆ। ਬੜੀਆਂ ਸੰਗਤਾਂ ਨੇ ਇਸ ਉਪਰਾਲੇ ਨੂੰ ਆਨੰਦਮਈ ਰੂਪ ਦੇ ਵਿੱਚ ਹੱਲਾਸ਼ੇਰੀ ਦਿੱਤੀ, ਸ਼ਾਬਾਸ਼ ਦਿੱਤੀ ਕਿ ਇਸ ਤਰ੍ਹਾਂ ਦੇ ਕਾਰਜ ਹੋਣੇ ਚਾਹੀਦੇ। ਪ੍ਰਧਾਨ ਸਾਹਿਬ ਜੀ ਕੱਲ੍ਹ ਕੁਝ ਰੁਝੇਵਿਆਂ ਕਰਕੇ ਹਾਜ਼ਰੀ ਨਹੀਂ ਭਰ ਸਕੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹਾਂ। ਉੱਥੇ ਪ੍ਰਧਾਨ ਸਾਹਿਬ, ਮੁੱਖ ਸੇਵਾਦਾਰ ਤੇ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਸੰਗਤੀ ਤੌਰ 'ਤੇ ਸੰਗਤ ਦੇ ਰੂਪ ਨੂੰ ਇਹ ਸੈਮੀਨਾਰ ਰੂਪ ਦੇ ਵਿੱਚ ਵੀ ਇਕੱਠਾ ਕਰਨ ਦਾ ਜਿਹੜਾ ਉਪਰਾਲਾ ਕੀਤਾ। ਸਤਿਗੁਰ ਜੀ ਹੋਰ ਉਦਮ ਬਖਸ਼ਣ, ਹੋਰ ਉਪਰਾਲਾ ਬਖਸ਼ਣ। ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਫਿਰ ਇਹੋ ਜਿਹੇ ਸੈਮੀਨਾਰ ਦੀ ਲੜੀ ਚੱਲੇ। ਮੈਂ ਧੰਨਵਾਦੀ ਹਾਂ ਪ੍ਰਧਾਨ ਸਾਹਿਬ ਦਾ, ਆਪ ਸੰਗਤਾਂ ਦਾ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।